ਸਾਰੇ ਦਰਸ਼ਕਾਂ ਦਾ ਕਰਦੇ ਹਾਂ ਜੀ ਸਵਾਗਤ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੁੜ ਗਏ ਨੇ ਤੇ ਮੈਂ ਟੋਰਾਂਟੋ ਸਟੂਡੀਓ ਤੋਂ ਹਰਜੀਤ ਸਿੰਘ ਗਿੱਲ ਤੁਹਾਡੀ ਸੇਵਾ 'ਚ ਹਾਜ਼ਰ ਹੈ ਜੀ। ਕਰਦੇ ਹਾਂ ਪੰਜਾਬ ਦੀਆਂ ਬਹੁਤ ਤੇਜ਼ ਖਬਰਾਂ ਆ ਰਹੀਆਂ ਨੇ, ਗਰਮਾ ਗਰਮ ਖਬਰਾਂ। ਤੇ ਪਹਿਲਾਂ ਸ਼ੁਰੂਆਤ ਪੰਜਾਬ ਤੋਂ ਹੀ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੀ ਗੱਲ ਅੱਜ ਕਰ ਲਈਏ। ਦਸਾਂਝ ਸਾਹਿਬ, ਪੋਲਿਟਿਕਸ ਤੇ ਆਪਾਂ ਕਰਦੇ ਰਹਿੰਦੇ ਹਾਂ ਤੇ ਕਿਸਾਨਾਂ ਦੀ ਗੱਲਬਾਤ ਵੀ ਬੜੇ ਚਿਰ ਤੋਂ ਚੱਲਦੀ ਸੀ। ਪਹਿਲੀ ਕਿਸਾਨ ਅੰਦੋਲਨ ਦੀ ਜਿੱਤ ਜਿਹੜੀ ਆ ਉਹ ਪੰਜਾਬ 'ਚ ਹੋਈ। 3-4 ਦਿਨਾਂ 'ਚ ਹੀ ਪੰਜਾਬ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿਸਾਨਾਂ। ਵੈਸੇ ਕਿ ਜਿਹੜਾ ਵਧੀਆ ਕੰਮ ਇਹ ਹੋ ਰਿਹਾ ਕਿ ਇਕੱਲੇ ਨਾਅਰੇਬਾਜ਼ੀ ਨਹੀਂ ਹੋ ਰਹੀ, ਲੌਜਿਕ ਨਾਲ ਬੈਠ ਕੇ ਤਸੱਲੀ ਕਰਵਾ ਕੇ ਜਿਹੜੇ ਐਕਸਪਰਟ ਸਰਕਾਰ ਘੱਲਦੀ ਆ ਉਹਨਾਂ ਦੀਆਂ ਤਸੱਲੀਆਂ ਕਰਾ ਕੇ ਕਿਸਾਨ ਜਿਹੜੇ ਆ ਉਹ ਇਸ ਤਰ੍ਹਾਂ ਦਾ ਪ੍ਰਭਾਵ ਦਿੰਦੇ ਨੇ ਕਿ ਉਹ ਬੜੇ ਮਤਲਬ ਬਰੀਕੀ ਨਾਲ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਤੇ ਮਜਬੂਰ ਹੋ ਜਾਂਦੀ ਬਿਊਰੋਕ੍ਰੇਸੀ ਉਹਨਾਂ ਦੇ ਅੱਗੇ, ਉਹਨਾਂ ਨੂੰ ਜਵਾਬ ਨਹੀਂ ਆਉਂਦਾ। ਤੇ ਅਖੀਰ ਗੰਨਾ ਕਿਸਾਨ ਜਿਹੜੇ ਆ ਉਹ ਆਪਣੀਆਂ ਮੰਗਾਂ ਮਨਾਉਣ 'ਚ ਸਫਲ ਹੋ ਗਿਆ। ਇਹ ਕਿਸਾਨ ਅੰਦੋਲਨ ਦੀ ਪਹਿਲੀ ਵੱਡੀ ਜਿੱਤ ਜਿਹੜੀ ਉਹ ਮੰਨੀ ਜਾ ਰਹੀ ਹੈ ਜੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ ਚੰਡੀਗੜ੍ਹ ਸਟੂਡੀਓ ਤੋਂ। ਦੇਖੋ, ਮੈਨੂੰ ਲੱਗਦਾ ਕਿ ਹਿਸਟੋਰੀਕਲੀ ਬਹੁਤ ਵੱਡੀ ਜਿੱਤ ਹੈ ਇਹ। ਇਹਨੂੰ ਤੁਸੀਂ ਕੇਵਲ ਮਹਿਦੂਦ ਨਹੀਂ ਕਰ ਸਕਦੇ ਕਿ ਗੰਨਾ ਜਿਹੜਾ ਹੈ ਉਹਦੀ ਕੀਮਤ 50 ਰੁਪਏ ਵਧਾ ਦਿੱਤੀ ਗਈ ਪਰ ਕੁਇੰਟਲ, ਵੀ ਕੇਵਲ ਕੀਮਤ ਵਧਾਉਣ ਦੀ ਜਿੱਤ ਹੈ। ਇਹ ਸਿਲਸਿਲੇਵਾਰ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਉਸ ਅੰਦੋਲਨ ਦੀ ਪਹਿਲੀ ਜਿੱਤ ਵੀ ਨਹੀਂ ਮੈਂ ਇਹਨੂੰ ਕਹਿੰਦਾ। ਇਹ ਜਿੱਤ ਅਸਲ ਦੇ ਵਿੱਚ ਪੜਾਅ ਦਰ ਪੜਾਅ ਜਿਹੜੀਆਂ ਜਿੱਤਾਂ ਹਾਸਲ ਹੋ ਰਹੀਆਂ, ਜੇ ਇਹ ਅੰਦੋਲਨ ਜਿਹੜਾ ਆ ਪੰਜਾਬ ਦੇ ਸਿਆਸੀ ਆਗੂਆਂ ਨੂੰ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਜਾਂ ਸਿਆਸੀ ਪਾਰਟੀਆਂ ਨੂੰ ਮਜਬੂਰ ਕਰ ਸਕਦਾ ਆਪਣੀਆਂ ਭਾਵੇਂ ਵਿਖਾਵੇ ਦੇ ਤੌਰ ਤੇ ਸਹੀ ਆਪਣੀਆਂ ਪੋਜੀਸ਼ਨਾਂ ਬਦਲਣ ਵਾਸਤੇ, ਤਾਂ ਉਹ ਵੀ ਜਿੱਤ ਹੀ ਹੈ ਕਿਸਾਨ ਅੰਦੋਲਨ। ਤੇ ਹੁਣ ਸਰਕਾਰ ਦਾ ਮਜਬੂਰ ਹੋ ਜਾਣਾ। 5ਵਾਂ ਦਿਨ ਸੀ ਅੱਜ, ਜਦੋਂ ਜਿਹੜਾ ਧਰਨਾ ਸੀ ਜਾਂ ਜਾਮ ਸੀ ਜਲੰਧਰ ਦੇ ਵਿੱਚ, ਹਾਈਵੇ ਜਾਮ ਸੀ ਤੇ ਰੇਲਵੇ ਜਾਮ ਸੀ। ਜਿਹੜਾ ਅਸਰ ਸਾਰੇ ਪੰਜਾਬ ਤੇ ਸੀ, ਤੇ ਪੰਜਾਬ ਤੇ ਅਸਰ ਸੀ ਤੇ ਲਾਜ਼ਮੀ ਤੌਰ ਦੇ ਉੱਤੇ ਜਿਹੜੇ ਕਨੈਕਟਡ ਸੂਬੇ ਸੀਗੇ ਜਿੱਥੋਂ ਰੇਲ ਗੱਡੀਆਂ ਆਉਂਦੀਆਂ ਸੀਗੀਆਂ ਉੱਥੇ ਵੀ ਅਸਰ ਪੈ ਰਿਹਾ ਸੀ, ਵਪਾਰ ਤੇ ਅਸਰ ਪੈ ਰਿਹਾ ਸੀ। ਸੋ 5ਵੇਂ ਦਿਨ ਹੀ ਸਰਕਾਰ ਨੂੰ ਆਖਰਕਾਰ ਗੱਲ ਮੰਨਣੀ ਪਈ ਹੈ। ਇਹ ਹਮੇਸ਼ਾ ਹੀ ਏਦਾਂ ਹੁੰਦਾ ਕਿ ਜੋ ਤੁਸੀਂ ਡਿਮਾਂਡ ਕਰਦੇ ਹੋ ਤੇ ਜ਼ਰੂਰੀ ਨਹੀਂ ਹੈ ਕਿ 100% ਉਹ ਗੱਲ ਮੰਨੀ ਜਾਏ, ਪਰ ਜਿਸ ਢੰਗ ਨਾਲ ਇਹ ਗੱਲ ਮੰਨੀ ਗਈ ਹੈ, ਜਿਸ ਪ੍ਰਕਿਰਿਆ ਚੋਂ ਲੰਘ ਕੇ ਗੰਨਾ ਕਿਸਾਨਾਂ ਦੀ ਭਾਅ ਵਾਲੀ ਕੀਮਤ ਵਾਲੀ ਜਿਹੜੀ ਮੰਗ ਮੰਨੀ ਗਈ ਹੈ, ਇਹ ਬਹੁਤ ਇੰਪੋਰਟੈਂਟ ਇਸ ਕਰਕੇ ਵੀ ਹੈ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕੇਵਲ ਇੱਥੇ ਤੱਕ ਗੱਲ ਨਹੀਂ ਹੈ ਕਿ ਨਾਅਰੇਬਾਜ਼ੀ ਹੈ। ਬਕਾਇਦਾ ਤਰਕ ਦੇ ਨਾਲ ਮੀਟਿੰਗ ਦਰ ਮੀਟਿੰਗ ਦੇ ਵਿੱਚ ਬੈਠ ਕੇ ਡਿਸਾਈਡ ਹੋਇਆ। ਤੇ ਪਹਿਲੀ ਮੀਟਿੰਗ ਜਿਹੜੀ ਹੋਈ ਸੀ ਸਰਕਾਰ ਦੇ ਨਾਲ ਕਿਸਾਨ ਭਵਨ ਦੇ ਵਿੱਚ, 15 ਦੇ ਕਰੀਬ ਕਿਸਾਨ ਆਗੂ ਸੀ। ਉਹ ਪਹਿਲੀ ਮੀਟਿੰਗ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਬੜੀ ਹਮਲਾਵਰ ਦਿਖਾਈ ਦੇ ਰਹੀ ਸੀ। ਤੇ ਆਪਣੇ ਜਿਹੜੇ ਸਹਿਕਾਰਤਾ ਮੰਤਰੀ ਹੈ ਉਹ ਤੇ ਬਾਕੀ ਜਿਹੜੇ ਸਰਕਾਰੀ ਅਧਿਕਾਰੀ ਸੀ ਉਹਨਾਂ ਨਾਲ ਤਿੱਖੀ ਬਹਿਸ ਹੋਈ ਸੀ ਕਿਸਾਨ ਆਗੂਆਂ ਦੀ। ਤੇ ਉਸ ਬਹਿਸ ਦੇ ਵਿੱਚ ਸਰਕਾਰ ਜਿਹੜੀ ਹੈ ਇਹ ਤਾਂ ਮੰਨ ਗਈ ਸੀ ਵੀ 45 ਕਰੋੜ ਰੁਪਏ ਅਸੀਂ ਰਿਲੀਜ਼ ਕਰਨ ਨੂੰ ਤਿਆਰ ਹੈ ਤੁਹਾਡਾ ਬਕਾਇਆ ਸਤੰਬਰ ਮਹੀਨੇ ਦੇ ਵਿੱਚ, ਪਰ ਭਾਅ ਦੇ ਉੱਤੇ ਸਹਿਮਤੀ ਨਹੀਂ ਸੀ ਬਣ ਰਹੀ। ਸਰਕਾਰ ਇਹ ਜ਼ਿੱਦ ਕਰ ਰਹੀ ਸੀ ਵੀ ਲਾਗਤ ਜਿਹੜੀ ਹੈ ਉਹਦੇ ਬਾਰੇ ਸਪਸ਼ਟ ਨਹੀਂ ਹੈ ਵੀ ਗੰਨੇ ਦੀ ਲਾਗਤ ਕਿੰਨੀ ਹੈ, ਤੇ ਇਸ ਕਰਕੇ ਮੀਟਿੰਗ ਇੱਕ ਹੋਰ ਕਰਨੀ ਚਾਹੀਦੀ ਹੈ। ਫਿਰ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਮਾਹਰ ਨੇ ਉਹਨਾਂ ਨਾਲ ਤੇ ਖੇਤੀ ਵਿਭਾਗ ਜਿਹੜਾ ਸਾਡਾ ਉਹਨਾਂ ਦੇ ਜਿਹੜੇ ਅਫਸਰ ਨੇ ਉਹਨਾਂ ਨਾਲ ਜਲੰਧਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ, ਉਸ ਮੀਟਿੰਗ ਦੇ ਵਿੱਚ ਇਸ ਗੱਲ ਤੇ ਲਿਆਂਦੀ ਗਈ ਸਾਰੀ ਚੀਜ਼ ਵੀ ਹਾਂ ਜਿਹੜੀ ਲਾਗਤ ਹੈ ਗੰਨੇ ਦੀ ਉਹ 470 ਦੇ ਕਰੀਬ ਹੈ, ਕਿਸਾਨ ਇਹ ਕਹਿ ਰਹੇ ਸੀ, ਤੇ ਜਿਹੜੀ ਸਰਕਾਰ ਹੈ ਉਹ ਕਹਿ ਰਹੀ ਸੀ 440 ਰੁਪਏ ਆ। ਤੇ ਫਿਰ ਆਖਰੀ ਮੀਟਿੰਗ ਜਿਹੜੀ ਹੈ ਕੈਪਟਨ ਅਮਰਿੰਦਰ ਨਾਲ ਕੱਲ ਹੋਈ ਹੈ, ਜਿਹਦੇ 'ਚ ਖੇਤੀ ਮੰਤਰੀ ਵੀ ਸੀਗੇ ਤੇ ਬਾਕੀ ਸਹਿਕਾਰਤਾ ਮੰਤਰੀ ਵੀ ਸੀ ਤੇ ਪ੍ਰਤਾਪ ਸਿੰਘ ਬਾਜਵਾ ਵੀ ਸੀ, ਜਦਕਿ ਉਹ ਸਰਕਾਰ ਦਾ ਸਿੱਧੇ ਤੌਰ ਤੇ ਹਿੱਸਾ ਨਹੀਂ ਹੈ, ਉਹ ਵੀ ਇੱਥੇ ਸੀਗੇ। ਤੇ ਉੱਥੇ ਫੈਸਲਾ ਹੋਇਆ ਕਿ ਠੀਕ ਹੈ ਵੀ 300 ਜਿਹੜਾ 60 ਰੁਪਏ ਜਿਹੜੀ ਆ, ਯਾਨੀ 50 ਰੁਪਏ ਵਾਧਾ ਕਰਕੇ 360 ਰੁਪਏ ਜਿਹੜੀ ਆ ਕੀਮਤ ਦੇਣ ਨੂੰ ਸਰਕਾਰ ਮੰਨ ਗਈ ਹੈ। ਤੇ ਖੁਸ਼ੀ ਇਸ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਮਨਜ਼ੂਰ ਵੀ ਕਰ ਲਿਆ। ਤੇ ਕੱਲ ਬਕਾਇਦਾ ਉੱਥੇ ਕੈਪਟਨ ਅਮਰਿੰਦਰ ਦੀ ਹਾਜ਼ਰੀ ਦੇ ਵਿੱਚ ਬਹੁਤ ਸਾਰੇ ਜੈਕਾਰੇ ਵੀ ਲੱਗੇ, ਮਿਠਾਈਆਂ ਵੀ ਖਵਾਈਆਂ ਗਈਆਂ ਇੱਕ ਦੂਜੇ ਨੂੰ। ਤੇ ਬਲਵੀਰ ਸਿੰਘ ਰਾਜੇਵਾਲ ਨੇ ਇਹ ਕਹਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਇਹ ਪਹਿਲੀ ਵਾਰ ਹੈ ਕਿ ਇੰਨਾ ਜੰਪ ਜਿਹੜਾ ਆ ਕਿਸੇ ਵੀ ਫਸਲ ਦੀ ਕੀਮਤ ਦੇ ਵਿੱਚ
ਖਾਸ ਤੌਰ ਤੇ ਗੰਨੇ ਦੀ ਕੀਮਤ ਦੇ ਵਿੱਚ ਪਹਿਲੀ ਵਾਰ ਹੋਇਆ। ਇਹ ਤਾਂ ਹੈ ਉਹ ਸਾਰੀ ਗੱਲਬਾਤ ਜਿਹੜਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਇਹ ਵੱਡੀ ਜਿੱਤ ਹੈ, ਪਰ ਇਹਦੇ ਅਸਰ ਬਹੁਤ ਵੱਡੇ ਪੈਣ ਵਾਲੇ। ਦੋ ਅਸਰ ਮੈਂ ਇਹਦੇ ਸਮਝਦਾ। ਨੰਬਰ 1 ਅਸਰ ਤਾਂ ਇਹੀ ਹੈ ਕਿ ਜਿਹੜਾ 3 ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਇੱਕ ਸੰਘਰਸ਼ ਚੱਲ ਰਿਹਾ, ਜਿਹੜਾ ਦਿੱਲੀ ਦੀਆਂ ਬਰੂਆਂ ਦੇ ਉੱਤੇ ਹੈ, ਜਿਹਦੇ 'ਚ ਕੱਲ ਨੂੰ ਇੱਕ ਨਵਾਂ ਮੋੜ ਆ ਸਕਦਾ ਹੈ। ਉਸ ਅੰਦੋਲਨ ਨੂੰ ਇੱਕ ਬਹੁਤ ਵੱਡੀ ਮਜ਼ਬੂਤੀ ਮਿਲੀ ਹੈ। ਉਸ ਅੰਦੋਲਨ ਤੇ ਜਿਹੜੇ ਲੋਕ ਉੱਥੇ ਲਗਾਤਾਰ ਡਟੇ ਹੋਏ ਨੇ, ਉਹਨਾਂ ਦੇ ਅੰਦਰ ਇੱਕ ਨਵਾਂ ਜੋਸ਼, ਨਵਾਂ ਅਕੀਦਾ ਜਿਹੜਾ ਹੈ ਭਰ ਗਿਆ ਹੈ। ਉਹਨਾਂ ਨੂੰ ਇਹ ਅਹਿਸਾਸ ਹੋਏਗਾ, ਜਾਂ ਜਿਹੜੇ ਉੱਥੇ ਨਹੀਂ ਵੀ, ਜਿਨ੍ਹਾਂ ਨੇ ਹੁਣ ਉੱਥੇ ਸ਼ਾਮਲ ਹੋਣਾ ਜਾ ਕੇ, ਉਹਨਾਂ ਨੂੰ ਵੀ ਅਹਿਸਾਸ ਹੋਏਗਾ ਕਿ ਲੜਾਈ ਜਿੱਤੀ ਜਾ ਸਕਦੀ ਹੈ। ਇਹ ਨਹੀਂ ਹੈ ਕਿ ਠੀਕ ਆ ਲੰਬੀ ਹੋ ਸਕਦੀ ਲੜਾਈ, ਪਰ ਕਿਸਾਨ ਜਾਂ ਕੋਈ ਵੀ ਜਨ ਅੰਦੋਲਨ ਜਿਹੜਾ ਆ, ਜੇ ਉਹ ਤਹੱਮਲ ਦੇ ਨਾਲ, ਆਨੈਸਟੀ ਦੇ ਨਾਲ, ਕਮਿਟਮੈਂਟ ਦੇ ਨਾਲ, ਸ਼ਾਂਤੀ ਦੇ ਨਾਲ ਜੇ ਲੜਿਆ ਜਾਵੇ ਤਾਂ ਜਿੱਤ ਦੀ ਗਰੰਟੀ ਹੋ ਸਕਦੀ ਹੈ। ਇੱਕ ਤਾਂ ਇਹ ਹੈ, ਇੱਕ ਇਹ ਅਕੀਦਾ ਜਿਹੜਾ ਆ ਹੋਰ ਦ੍ਰਿੜ ਜਿਹੜਾ ਆ ਲੋਕਾਂ 'ਚ ਹੋਏਗਾ ਇਹਦੇ ਨਾਲ। ਦੂਜਾ ਇਹਦਾ ਇੱਕ ਵੱਡਾ ਅਸਰ ਹੈ ਕਿ ਜਿਹੜਾ ਪੰਜਾਬ ਵੱਲ ਨੂੰ ਕਿਸਾਨ ਅੰਦੋਲਨ ਦਾ ਮੂੰਹ ਹੋ ਗਿਆ ਸੀ, ਪੰਜਾਬ ਨਾਲ ਸੰਬੰਧਿਤ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ, ਸਪੈਸ਼ਲੀ ਗੰਨਾ ਕਾਸ਼ਤਕਾਰ ਜਿਹੜੇ ਸੀ, ਉਹ ਮੂੰਹ ਜਿਹੜਾ ਆ ਹੁਣ ਸਿੱਧੇ ਤੌਰ ਤੇ ਫੇਰ ਤੋਂ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ ਵੱਲ ਜਾਂ ਕੇਂਦਰ ਸਰਕਾਰ ਵੱਲ ਹੋ ਜਾਏਗਾ। ਜਿਹੜੀ ਲੜਾਈ ਜਿਹੜੀ ਹੈ ਉਹ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਹੈ, ਵੱਖ-ਵੱਖ ਮੋਰਚਿਆਂ ਤੇ ਲੜੀ ਜਾਣ ਦੀ ਥਾਂ ਦੇ ਉੱਤੇ ਉਹ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਆ ਸਾਰਾ ਜ਼ੋਰ ਇਸ ਲੜਾਈ ਦਾ ਹੋਏਗਾ ਹੁਣ। ਤੇ ਇਹਦੇ 'ਚ ਬੜੀ ਸਮਾਰਟਲੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਸਫਲ ਹੋਏ ਆ 50 ਰੁਪਏ ਦਾ ਵਾਅਦਾ ਕਰਨ ਦਾ ਐਲਾਨ ਕਰਕੇ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਾਂ ਕੈਪਟਨ ਸਰਕਾਰ ਦੇ ਖਿਲਾਫ ਜਿਹੜਾ ਇੱਕ ਕਿਸਾਨਾਂ ਦਾ ਗੁੱਸਾ ਆ, ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਤਾਂ ਹੈ ਹੀ ਸੀ, ਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਜਿਹੜਾ, ਜਾਂ ਕਾਂਗਰਸ ਖਿਲਾਫ ਜਿਹੜਾ ਗੁੱਸਾ ਆ, ਉਹ ਗੁੱਸਾ ਜਿਹੜਾ ਆ ਇੱਥੇ ਢਹਿਲਾ ਪੈ ਜਾਏਗਾ ਜਿਸ ਢੰਗ ਦੇ ਨਾਲ ਮੀਟਿੰਗ ਹੋਈ ਹੈ, ਜਿਵੇਂ ਕਿਸਾਨ ਆਗੂਆਂ ਨੇ ਉੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹ ਸਾਰਾ ਗੁੱਸਾ ਹੁਣ ਨਰਿੰਦਰ ਮੋਦੀ ਦੀ ਸਰਕਾਰ ਵੱਲ ਜਾਏਗਾ। ਤੇ ਕੈਪਟਨ ਅਮਰਿੰਦਰ ਜਿਹੜੇ ਉਸ ਮੌਕੇ ਤੇ ਜਦੋਂ ਉਹਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਉਹਨਾਂ ਦੀ ਆਪਣੀ ਪਾਰਟੀ ਦਾ ਇੱਕ ਵੱਡਾ ਧੜਾ ਜਿਹੜਾ ਹੁਣ ਪੂਰੀ ਤਰ੍ਹਾਂ ਬਗਾਵਤ ਦੇ ਰੌਂਚ 'ਚ ਹੈ, ਉਹ ਕਿਤੇ ਨਾ ਕਿਤੇ ਇੱਕ ਹਮਦਰਦੀ ਜਿਹੜੀ ਹੈ, ਜਾਂ ਇੱਕ ਥੋੜਾ ਕਹਿ ਲਓ ਵੀ ਜਿਹੜਾ ਇੱਕ ਬਹੁਤ ਜ਼ਿਆਦਾ ਗੁੱਸਾ ਦਿਖਾਈ ਦੇ ਰਿਹਾ ਸੀ, ਉਸ ਗੁੱਸੇ ਨੂੰ ਘੱਟ ਕਰਨ ਦੇ ਵਿੱਚ ਕੈਪਟਨ ਅਮਰਿੰਦਰ ਸਫਲ ਹੋਏ ਆ। ਸੋ ਇਹ ਆਪਣੇ ਆਪ ਦੇ ਉੱਤੇ ਇੱਕ ਸਿਆਸੀ ਤੌਰ ਦੇ ਉੱਤੇ ਵੀ ਇੱਕ ਜਿਹੜਾ ਦਾ ਆ ਕੈਪਟਨ ਅਮਰਿੰਦਰ ਨੇ ਮੌਕੇ ਤੇ ਖੇਡਿਆ ਕਿ ਜਦੋਂ ਬਹੁਤ ਜ਼ਿਆਦਾ ਉਹਨਾਂ ਦੇ ਖਿਲਾਫ ਇੱਕ ਉਹਨਾਂ ਦਾ ਆਪਣਾ ਹੀ ਧੜਾ ਜਿਹੜਾ ਕਾਂਗਰਸ ਪਾਰਟੀ ਦਾ ਐਕਟਿਵ ਹੋ ਗਿਆ, ਉਹਨਾਂ ਨੂੰ ਬਦਲਣ ਦੀ ਮੰਗ ਤੱਕ ਚਲਾ ਗਿਆ, ਉਦੋਂ ਕਿਸਾਨਾਂ ਦੀ ਥੋੜੀ ਹਮਦਰਦੀ ਜਿਹੜੀ ਆ ਉਸ ਧੜੇ ਦੇ ਮੁਕਾਬਲੇ ਹਾਸਲ ਕਰ ਲਈ। ਕਾਮਨ ਕਿਸਾਨ ਦੀ ਮੈਂ ਗੱਲ ਕਰ ਰਿਹਾ। ਉੱਦਾਂ ਜਿਹੜੇ ਕਮਿਟਡ ਜਿਹੜੇ ਲੋਕ ਨੇ ਵੱਖ-ਵੱਖ ਜਥੇਬੰਦੀਆਂ ਦੇ, ਉਹਨਾਂ ਨੇ ਤਾਂ ਜਿੱਥੇ ਸਟੈਂਡ ਕਰਨਾ ਹੁੰਦਾ ਕਰਦੇ ਹੁੰਦੇ ਆ। ਜਿਹੜਾ ਬਿਲਕੁਲ ਸਧਾਰਨ ਕਿਸਾਨ ਹੈ, ਜਿਹੜਾ ਕਮਿਟਡ ਨਹੀਂ ਹੈ, ਪਰ ਉਹਦੇ ਮਨ 'ਚ ਜ਼ਰੂਰ ਆਏਗਾ ਵੀ ਹਾਂ ਸਾਡੀ ਗੱਲ ਮੰਨੀ ਗਈ ਹੈ। ਇਹ ਇੱਕ ਸਮਾਰਟਲੀ ਸ਼ਾਇਦ ਕੈਪਟਨ ਅਮਰਿੰਦਰ ਐਕਟ ਕਰਨ ਦੇ ਵਿੱਚ ਸਫਲ ਰਹੇ ਜੀ। ਦਸਾਂਝ ਸਾਹਿਬ, ਵੈਸੇ ਜੇ ਵੇਖਿਆ ਜਾਵੇ ਤੇ ਗੰਨਾ ਬੈਲਟ ਪੰਜਾਬ ਦੇ ਵਿੱਚ ਬਹੁਤ ਲਿਮਟਿਡ ਹੈ। ਗੰਨਾ ਕਿਸਾਨ ਦਾ ਅੰਦੋਲਨ ਕਹਿ ਕੇ ਆਪਾਂ ਕਰ ਰਹੇ ਹਾਂ ਸਾਰੇ ਜਾਣੇ, ਕਿਉਂ ਕਿਸਾਨੀ ਦਾ ਅੰਦੋਲਨ ਤੇ ਸਾਂਝਾ ਅੰਦੋਲਨ ਨਹੀਂ ਹੁੰਦਾ, ਪਰ ਗੰਨਾ ਕਿਸਾਨਾਂ ਦਾ ਅੰਦੋਲਨ ਸਪੈਸ਼ਲੀ ਇਹਨੂੰ ਨਾਂ ਦਿੱਤਾ ਗਿਆ। ਤੇ ਦੂਜੇ ਪਾਸੇ ਇਹ ਆ ਕਿ ਜਿਹੜੇ ਜਨਰਲ ਜਿਹੜੀ ਚੱਲ ਰਹੀ ਹੈ ਸਾਰੀ ਇਹ ਅੰਦੋਲਨ ਚੱਲ ਰਿਹਾ ਲੰਬੇ ਸਮੇਂ ਤੋਂ, ਜਿਹਦੇ ਵਿੱਚ ਜ਼ਿਆਦਾ ਲੋਕ ਜਿਹੜੇ ਆ ਕਿਸਾਨੀ ਪੰਜਾਬ ਦੀ ਜਿਹੜੀ ਆ ਉਹ ਝੋਨਾ ਤੇ ਕਣਕ ਦੀ ਪੈਦਾਵਾਰ ਕਰਦੇ ਆ, ਤੇ ਜਾਂ ਕੁਝ ਕਿਤੇ ਹੋਰ ਫਸਲਾਂ ਹੋਣਗੀਆਂ। ਜ਼ਿਆਦਾਤਰ ਝੋਨਾ ਤੇ ਕਣਕ ਪੰਜਾਬ ਦੀਆਂ ਵੱਡੀਆਂ ਫਸਲਾਂ ਗਿਣੀਆਂ ਜਾਂਦੀਆਂ ਨੇ। ਸੋ ਲੜਾਈ ਤੇ ਸਾਰਿਆਂ ਦੀ ਲੜੀ ਗਈ ਇਕੱਠੀ, ਔਰ ਇਹਦਾ ਠੀਕ ਹੈ, ਇਹਦਾ ਜਿਹੜਾ ਅਸਰ ਵੀ ਹੋਏਗਾ, ਜਿਹੜੇ ਉਹ ਕਿਸਾਨ ਵੱਡੀ ਲੜਾਈ ਲੜ ਰਹੇ ਆ ਉਹਨਾਂ ਦਾ ਉਤਸ਼ਾਹ ਵੀ ਵਧੇਗਾ। ਪਰ ਇਸ ਜਿੱਤ ਤੋਂ ਬਾਅਦ 2-3 ਗੱਲਾਂ ਇਦਾਂ ਲੱਗ ਰਹੀਆਂ ਨੇ। ਇੱਕ ਤੇ ਜਿਸ ਤਰ੍ਹਾਂ ਕਿਸਾਨ ਆਗੂਆਂ ਨੇ ਖੁਸ਼ੀ ਮਨਾਈ ਤੇ ਲੱਡੂ ਖਵਾਏ ਨੇ, ਉਹਦੇ ਤੇ ਥੋੜਾ ਜਿਹਾ ਕਿੰਤੂ ਪਰੰਤੂ ਵੀ ਹੋਣਾ ਸ਼ੁਰੂ ਹੋ ਗਿਆ ਕਿ ਇੱਕ ਐਡੀ ਗੱਲ ਵੀ ਨਹੀਂ ਕਿ ਜੱਫੀਆਂ ਪਾਈਆਂ ਜਾਣ ਕਾਂਗਰਸ ਨੂੰ ਤੇ ਉਹਨਾਂ ਨੂੰ ਲੱਡੂ ਖਵਾਏ ਜਾਣ। ਇਹ ਹੱਕੀ ਮੰਗ ਤੁਸੀਂ ਲੜ ਕੇ ਜਿੱਤੀ ਹੈ ਉਹਨਾਂ ਕੋਲੋਂ। ਉਹਨਾਂ ਨੇ ਸਾਨੂੰ ਕੋਈ ਬਹੁਤ ਜ਼ਿਆਦਾ ਆਸਾਨ ਨਹੀਂ ਕੀਤਾ ਕਿ ਅਸੀਂ ਉਹਨਾਂ ਦੇ ਇੰਨੇ ਆਸਾਨ ਦੇ ਥੱਲੇ ਆ ਜਾਈਏ। ਬਹੁਤ ਲੋਕੀ ਦੋਨੇ ਪਾਸੇ ਗੱਲ ਕਰਦੇ ਹੁੰਦੇ ਆ। ਇਹ ਗੱਲ ਬੜੀ ਚਰਚਾ 'ਚ ਹੈ ਇਸ ਵੇਲੇ, ਖਾਸ ਕਰਕੇ ਸੋਸ਼ਲ ਮੀਡੀਆ ਤੇ, ਕਿ ਕਿਸਾਨਾਂ ਨੂੰ ਖੁਸ਼ੀ ਦਾ ਪ੍ਰਗਟਾਵਾ ਬਾਹਰ ਆ ਕੇ ਤੇ ਕਰ ਲੈਣਾ ਚਾਹੀਦਾ ਸੀਗਾ, ਪਰ ਕੈਪਟਨ ਨੂੰ ਲੱਡੂ ਖਵਾਉਣੇ ਤੇ ਇਦਾਂ ਕਰਨਾ ਇੱਕ ਪ੍ਰਭਾਵ ਦੇਗਾ ਕਿ ਕਾਂਗਰਸ ਜਿਹੜੀ ਆ ਇਸ ਅੰਦੋਲਨ ਦੇ ਪਿੱਛੇ ਲੁਕਵੇਂ ਰੂਪ 'ਚ ਕੰਮ ਕਰ ਰਹੀ ਸੀ ਤੇ ਲੜਾਈ ਇਕੱਲੀ ਬੀਜੇਪੀ ਨਾਲ ਆ। ਤੇ ਦੂਜਾ ਜਿਹੜੀ ਗੱਲ ਇਹ ਆ ਕਿ ਇਸ ਤੋਂ ਬਾਅਦ ਕੀ
ਤੁਸੀਂ ਕਹਿ ਰਹੇ ਹੋ ਕਿਸਾਨਾਂ ਦਾ ਗੁੱਸਾ ਠੰਡਾ ਪਏਗਾ। ਹੁਣ ਕਾਂਗਰਸ ਨੂੰ ਸਵਾਲ ਨਹੀਂ ਕੀਤੇ ਜਾਣਗੇ ਉਹਨਾਂ ਦੇ ਨੇਤਾਵਾਂ ਨੂੰ? ਕੱਲੇ ਗੰਨੇ ਦੇ ਉੱਤੇ ਤੇ ਨਹੀਂ ਗੱਲ ਰੁਕੀ ਹੋਈ, ਬਹੁਤ ਕੁਝ ਹੋ ਰਿਹਾ ਜਿਹੜੇ ਜਵਾਬ ਦੇਣੇ ਨੇ। 4.5 ਸਾਲ ਪੌਣੇ 5 ਸਾਲ ਦੀ ਜਿਹੜੀ ਕਾਂਗਰਸ ਨੇ ਸਰਕਾਰ ਚਲਾਈ ਆ ਕੈਪਟਨ ਸਾਹਿਬ ਦੀ ਰਹਿਨਮਾਈ ਹੇਠ, ਇੱਕ ਪੋਜ਼ਿਟਿਵ ਕਦਮ ਨਾਲ ਉਹ ਸਵਾਲ ਜਿਹੜੇ ਮਨਫੀ ਨਹੀਂ ਹੋਣ ਲੱਗੇ। ਬਿਲਕੁਲ ਠੀਕ ਹੈ ਗੱਲ ਤੁਹਾਡੀ, ਸਵਾਲ ਤਾਂ ਮਨਫੀ ਨਹੀਂ ਹੋਣਗੇ, ਪਰ ਥੋੜਾ ਬਦਲ ਜਾਇਆ ਕਰਦਾ ਵਕਤ ਦੇ ਨਾਲ ਨਾਲ। ਜੇ ਕੁਝ ਚੀਜ਼ਾਂ ਜਿਹੜੀਆਂ ਆ ਉਹ ਇਸ ਤਰੀਕੇ ਨਾਲ ਸੈਟਲ ਕੀਤੀਆਂ ਜਾਂਦੀਆਂ ਜਾਂ ਸੈਟਲ ਹੁੰਦੀਆਂ ਤਾਂ ਫਿਰ ਉਹਦਾ ਲੈਵਲ ਜਿਹੜਾ ਹੈ ਉਹ ਨਹੀਂ ਰਹਿੰਦਾ। ਮੈਂ ਕੱਲ ਹਜੇ ਤਾਂ ਇਹ ਫੈਸਲਾ ਨਹੀਂ ਸੀ ਹੋਇਆ ਜਿਹੜਾ ਹੋ ਗਿਆ ਗੰਨੇ ਦੀ ਕੀਮਤ ਨੂੰ ਲੈ ਕੇ। ਉਸ ਤੋਂ ਪਹਿਲੇ ਮੈਂ ਜੋਗਿੰਦਰ ਸਿੰਘ ਉਗਰਾਹਾਂ ਨੂੰ ਸੁਣ ਰਿਹਾ ਸੀ ਤੇ ਜੋਗਿੰਦਰ ਸਿੰਘ ਉਗਰਾਹਾਂ ਨੂੰ ਇਹ ਸਵਾਲ ਸੀ ਕਿ ਵੀ ਬਾਈਕਾਟ ਦਾ ਸੱਦਾ ਤਾਂ ਭਾਰਤੀ ਜਨਤਾ ਪਾਰਟੀ ਦਾ, ਪਰ ਸਾਰੀਆਂ ਪਾਰਟੀਆਂ ਜਿਹੜੀਆਂ ਆ ਉਹਨਾਂ ਦੇ ਘਿਰਾਓ ਹੋ ਰਹੇ ਨੇ, ਪਿੰਡਾਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ, ਵੀ ਇਹਦੇ ਨਾਲ ਕੁਝ ਸਥਿਤੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਖਰਾਬ ਵੀ ਹੋ ਸਕਦੀ ਹੈ। ਤੇ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦਾ ਕਹਿਣਾ ਇਹ ਸੀ ਵੀ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ, ਉਹਨਾਂ ਦਾ ਵਿਰੋਧ ਕਰ ਰਹੇ ਆ ਕਿਉਂਕਿ ਕੇਂਦਰ ਦੇ ਵਿੱਚ ਸਰਕਾਰ ਉਹਨਾਂ ਦੀ ਹੈ। ਬਾਕੀ ਪਾਰਟੀਆਂ ਪ੍ਰਤੀ ਜਿਹੜਾ ਆ ਅਸੀਂ ਇਹ ਕਿਹਾ ਹੋਇਆ ਕਿ ਨਰਮ ਵਤੀਰਾ ਅਖਤਿਆਰ ਕੀਤਾ ਜਾਣਾ ਚਾਹੀਦਾ। ਸਵਾਲ ਤਾਂ ਪੁੱਛੇ ਜਾਣੇ ਚਾਹੀਦੇ ਆ, ਪਰ ਇਸ ਲੈਵਲ ਤੇ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿੱਤਾ ਜਾਵੇ, ਆਉਣ ਨਾ ਦਿੱਤਾ ਜਾਵੇ। ਆਉਂਦੇ ਆਉਣ, ਉਹਨਾਂ ਨੂੰ ਸਵਾਲ ਜ਼ਰੂਰ ਕਰਨੇ ਚਾਹੀਦੇ ਆ। ਤੇ ਇਹ ਕਹਿਣ ਦਾ ਮਤਲਬ ਉਹਨਾਂ ਦਾ ਇਹ ਸੀ ਕਿ ਮਾਹੌਲ ਇੰਨਾ ਜ਼ਿਆਦਾ ਵੀ ਕਿਤੇ ਨਾ ਕਿਤੇ ਖਰਾਬ ਨਾ ਕਰ ਲਿਆ ਜਾਏ ਵੀ ਹਰ ਥਾਂ ਦੇ ਉੱਤੇ ਅਸੀਂ ਆਪਣੇ ਦੁਸ਼ਮਣ ਜਿਹੜੇ ਪੈਦਾ ਕਰ ਦਈਏ। ਤੇ ਇਸੇ ਕਰਕੇ ਕੱਲ ਦੀ ਜਿਹੜੀ ਘਟਨਾ ਹੈ ਉਹ ਠੀਕ ਹੈ, ਕੁਝ ਲੋਕ ਸਵਾਲ ਕਰਨਗੇ, ਕਰਦੇ ਵੀ ਆ, ਆਲੋਚਨਾ ਵੀ ਕਰਦੇ ਆ ਸੋਸ਼ਲ ਮੀਡੀਆ ਤੇ। ਇਹ ਤਾਂ ਹੋਣੀ ਹੈ, ਤੁਸੀਂ ਜਿੰਨਾ ਮਰਜ਼ੀ ਆਨੈਸਟੀ ਦੇ ਨਾਲ, ਬਹੁਤ ਕਮਿਟਮੈਂਟ ਦੇ ਨਾਲ, ਤੁਸੀਂ ਵੱਧ ਤੋਂ ਵੱਧ ਟਕਰਾਓ ਦੇ ਨਾਲ ਗੱਲ ਕਰ ਲਓ ਤਾਂ ਵੀ ਲੋਕ ਤੁਹਾਡੀ ਨੁਕਤਾਚੀਨੀ ਕਰਨਗੇ। ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਸੇ ਨੂੰ। ਹਾਂ, ਇਹ ਜ਼ਰੂਰ ਹੈ ਵੀ ਬਾਹਰ ਆ ਕੇ ਆਪਣੀ ਖੁਸ਼ੀ ਜਿੱਦਾਂ ਮਰਜ਼ੀ ਉਹ ਜ਼ਾਹਰ ਕਰ ਸਕਦੇ ਸੀ, ਉੱਥੇ ਕਿਸ ਢੰਗ ਨਾਲ ਉਹ ਖੁਸ਼ੀ ਜ਼ਾਹਰ ਕੀਤੀ ਗਈ ਕਿਸੇ ਨੂੰ awkward ਲੱਗ ਸਕਦੀ ਹੈ। ਪਰ ਗੱਲ ਇਹ ਵੀ ਹੈ ਵੀ ਤੁਸੀਂ ਕੋਈ ਏਦਾਂ ਥੋੜ੍ਹਾ ਆ ਵੀ ਹਾਂ ਵੀ ਇੱਕ ਫੈਸਲਾ ਹੋ ਗਿਆ, ਬੈਠ ਕੇ ਸੁਖਾਵੇਂ ਮਾਹੌਲ 'ਚ ਮੀਟਿੰਗ ਹੋਈ ਆ, ਸੁਖਾਵੇਂ ਮਾਹੌਲ 'ਚ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ, ਸਹਿਮਤੀ ਬਣ ਗਈ ਦੋਵਾਂ ਪਾਸਿਆਂ ਤੇ। ਲਾਜ਼ਮੀ ਤੌਰ ਤੇ ਧੰਨਵਾਦ ਤਾਂ ਇੱਕ ਦੂਜੇ ਦਾ ਕਰਦੇ ਹੁੰਦਾ। ਉਹਨਾਂ ਨੇ ਵੀ ਬਲਵੀਰ ਸਿੰਘ ਰਾਜੇਵਾਲ ਦਾ ਤੇ ਕਿਸਾਨ ਆਗੂਆਂ ਦਾ ਧੰਨਵਾਦ ਕੀਤਾ ਵੀ ਤੁਸੀਂ ਸਾਡੀ ਗੱਲ ਸੁਣ ਲਈ ਹੈ। ਸੋ ਇਹ ਕੋਈ ਏਦਾਂ ਕੋਈ ਇਹ ਵੀ ਹੈ ਨਹੀਂ ਵੀ ਸਰਕਾਰ ਨਾਲ ਰਲੇ ਹੋਣ ਦੀ ਕੋਈ ਏਦਾਂ ਦੀ ਸਥਿਤੀ ਹੈ। ਤੁਹਾਨੂੰ ਪਤਾ ਹੈ ਕਿ 32 ਕਿਸਾਨ ਜਥੇਬੰਦੀਆਂ, ਕੋਈ ਇੱਕ ਕਿਸਾਨ ਜਥੇਬੰਦੀ ਜਾਂ ਕੋਈ ਇੱਕ ਲੀਡਰ ਇਸ ਅੰਦੋਲਨ ਨੂੰ ਹੁਣ ਕਿਤੇ ਵੇਚ ਨਹੀਂ ਸਕਦਾ। ਵੱਡੇ ਵੱਡੇ ਨਾਂ ਆਏ ਆ, ਹਾਂਜੀ ਬਿਲਕੁਲ ਵੱਡੇ ਠੀਕ ਵੱਡੇ ਹੈ, ਨਾਂ ਆਏ ਆ। ਹਰਿਆਣੇ ਵਾਲੇ ਕਿਸਾਨ ਲੀਡਰ ਦਾ ਨਾਂ ਆਇਆ ਤੇ ਉਹ ਕਿੱਦਾਂ ਉਹ ਚੋਣਾਂ ਦਾ ਇੱਕ ਮਾਹੌਲ ਜਿਹਾ ਬਣਾਤਾ ਵੀ ਪਤਾ ਨਹੀਂ ਚੋਣ ਲੜਨੀ ਆ। ਪੰਜਾਬ ਤੋਂ ਵਪਾਰੀਆਂ ਵੱਲੋਂ ਵੀ ਕੈਂਡੀਡੇਟ ਐਲਾਨ ਦਿੱਤਾ ਗਿਆ, ਕੀ ਬਣਿਆ ਉਹਦਾ? ਇਸ ਤੋਂ ਪਹਿਲਾਂ ਜਿਹੜੇ ਲੋਕ ਅੰਦੋਲਨ ਨੂੰ ਖਰਾਬ ਕਰਨ ਆਏ ਸੀ 26 ਜਨਵਰੀ ਵਾਲਾ ਐਲੀਮੈਂਟ, ਉਹ ਕਿੱਥੇ ਗਿਆ? ਸੋ ਇਸ ਕਰਕੇ ਕੋਈ ਬਹੁਤੀ ਚਿੰਤਾ ਨਹੀਂ, ਮੈਂ ਇਹਦਾ ਬਹੁਤਾ ਫਿਕਰ ਨਹੀਂ ਕਰਦਾ। ਮੈਨੂੰ ਇਹ ਵੀ ਇਹਨਾਂ ਨੇ ਲੜ ਕੇ ਅਕਸਰ ਕੋਈ ਏਦਾਂ ਥੋੜ੍ਹਾ ਵੀ ਕੋਈ ਉੱਥੇ ਮੋਤੀ ਮਹਿਲ ਦੇ ਵਿੱਚ ਬੁਲਾ ਲਿਆ ਕੈਪਟਨ ਅਮਰਿੰਦਰ ਨੇ ਕਿਸਾਨ ਆਗੂਆਂ ਨੂੰ, ਆਓ ਤੁਹਾਨੂੰ ਮੈਂ ਟੀ ਪਾਰਟੀ ਕਰਦਾ ਤੇ ਤੁਹਾਡੀਆਂ ਮੰਗਾਂ ਮੰਨ ਲੈਂਦਾ। 5 ਦਿਨ ਉੱਥੇ ਲੜੇ ਆ ਨਾ, ਲੜ ਕੇ ਸਾਰਾ ਕੁਝ ਜਾਮ ਕਰਕੇ ਮਜਬੂਰ ਕੀਤਾ ਨਾ ਸਰਕਾਰ ਨੂੰ। 3 ਮੀਟਿੰਗਾਂ ਪਹਿਲਾਂ ਹੋ ਗਈਆਂ। ਸੋ ਜਦੋਂ ਤੁਹਾਡੇ ਨਾਲ ਬੈਠ ਕੇ ਮੰਨ ਲਓ ਮੇਰਾ ਕੋਈ ਵਿਵਾਦ ਹੈ, ਤੁਹਾਡਾ ਮੇਰਾ ਕੋਈ ਵਿਵਾਦ ਹੈ, ਆਪਾਂ ਵਿਵਾਦ 'ਚ ਆ, ਪਰ ਉਹਨੂੰ ਵਿਵਾਦ ਨੂੰ ਆਪਾਂ ਸੰਵਾਦ 'ਚ ਬਦਲ ਲਈਏ। ਸੰਵਾਦ 'ਚ ਬਦਲਣ ਤੋਂ ਬਾਅਦ ਆਪਾਂ ਚਾਹ ਦਾ ਕੱਪ ਪੀ ਕੇ ਉੱਠੀਏ, ਦੋਨੋਂ ਹੱਸਦੇ ਖੇਡਦੇ, ਤਾਂ ਕੋਈ ਗੁਨਾਹ ਹੋ ਗਿਆ? ਇਸ ਕਰਕੇ ਇਹ ਕੋਈ ਏਦਾਂ ਦੀ ਗੱਲ ਨਹੀਂ ਹੈ। ਪਰ ਦੂਜੇ ਪਾਸੇ ਦਸਾਂਝ ਸਾਹਿਬ, ਜੇ ਇਹਦੇ ਨਾਲ ਜੋੜ ਕੇ ਵੇਖੀਏ, ਪਟਿਆਲੇ 'ਚ ਇੱਕ ਮੁਲਾਜ਼ਮਾਂ ਦੀ ਵੱਡੀ ਰੈਲੀ ਸੀ ਜਿਸ 'ਚ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਮੁਲਾਜ਼ਮ ਜਿਹੜੇ ਆ ਪੰਜਾਬ ਦੇ ਉਹ ਜਦੋਜਹਿਦ ਕਰ ਰਹੇ ਆ ਤੇ ਉਹਦੇ ਵਿੱਚ ਉਹਨਾਂ ਨੇ ਕਿਸਾਨ ਆਗੂਆਂ ਨੂੰ ਵੀ ਸ਼ਿਰਕਤ ਕਰਨ ਲਈ ਕਿਹਾ ਸੀਗਾ। ਡਾਕਟਰ ਦਰਸ਼ਨਪਾਲ ਤੇ ਜੋਗਿੰਦਰ ਉਗਰਾਹਾਂ ਉੱਥੇ ਪਹੁੰਚੇ। ਜੋਗਿੰਦਰ ਸਿੰਘ ਉਗਰਾਹਾਂ ਆਪਣਾ ਭਾਸ਼ਣ ਸ਼ੁਰੂ ਕਰਨ ਲੱਗੇ ਸੀ ਤੇ ਉਹਨਾਂ ਦੀ ਨਜ਼ਰ ਪਈ ਜਾਂ ਉਹਨਾਂ ਨੂੰ ਦੱਸਿਆ ਗਿਆ ਕਿ ਹਰਪਾਲ ਚੀਮਾ ਆਮ ਆਦਮੀ ਪਾਰਟੀ ਦਾ ਵੀ ਮੰਚ ਦੇ ਉੱਤੇ ਬਿਰਾਜਮਾਨ ਹੈ ਤੇ ਉਹ ਆਪਣਾ ਭਾਸ਼ਣ ਵਿੱਚੇ ਛੱਡ ਕੇ ਰੋਸ ਵਜੋਂ ਤੁਰਦੇ ਬਣੇ ਕਿ ਤੁਸੀਂ ਜੇ ਸਿਆਸੀ ਲੀਡਰਾਂ ਨੂੰ ਇਹ ਸੱਦਣਾ ਹੈ ਤੇ ਫਿਰ ਸਾਨੂੰ ਸੱਦਣ ਦਾ ਮਤਲਬ ਨਹੀਂ ਆ, ਸਾਨੂੰ ਪਹਿਲਾਂ ਨਹੀਂ ਦੱਸਿਆ ਗਿਆ ਕਿ ਇੱਥੇ ਸਿਆਸੀ ਲੀਡਰ ਵੀ ਆਉਣਗੇ। ਤੇ ਹਰਪਾਲ ਸਿੰਘ ਚੀਮਾ ਇੱਕ ਐਸਾ ਲੀਡਰ ਹੈ ਜਿਹੜਾ ਵਿਚਾਰੇ ਦਾ ਕੋਈ ਵਜੂਦ ਹੀ ਨਹੀਂ ਆ, ਨਾ ਉਹਦੀ ਪਾਰਟੀ ਦਾ, ਉਹਦਾ ਆਪਣਾ। ਇੱਕ ਪਾਸੇ ਤੇ ਇੰਨਾ ਸਖਤ ਰਵੱਈਆ ਤੇ ਦੂਜੇ ਪਾਸੇ ਜਿਹੜੀਆਂ ਇਸ ਗੱਲ ਦੀਆਂ ਜਿਹੜੀ ਤੁਸੀਂ ਆਪਾਂ ਕਰਕੇ ਹਟੇ ਆ ਵੀ ਜੱਫੀਆਂ, ਤੇ ਕੁਝ ਨਾ ਕੁਝ ਸਵਾਲ ਤੇ ਖੜੇ ਹੋਣਗੇ ਨਾ। ਦੇਖੋ ਜਿਹੜਾ ਉਹ ਮਾਮਲਾ ਪੈਨਸ਼ਨ ਦੀ ਉਹ ਜਿਹੜੀ ਮੁਲਾਜ਼ਮਾਂ ਦੀ ਰੈਲੀ ਸੀ ਉੱਥੇ ਉਹਨਾਂ ਨੂੰ ਬੁਲਾਇਆ ਗਿਆ ਸੀ
ਤੇ ਜੋਗਿੰਦਰ ਸਿੰਘ ਉਗਰਾਹਾਂ ਨੂੰ ਜਦੋਂ ਇਹ ਲੱਗਾ, ਜਦੋਂ ਬੋਲਣ ਲੱਗੇ ਸੀ ਵੀ ਹਰਪਾਲ ਸਿੰਘ ਚੀਮਾ ਬੈਠੇ ਆ, ਤਾਂ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਉਹਨਾਂ ਦਾ ਸੋਚਣ ਦਾ ਢੰਗ ਵੀ ਆਪਣਾ ਆ। ਉਹ ਅਸਲ ਦੇ ਵਿੱਚ ਜਿਹੜਾ ਇਹ ਆ ਵੀ ਹਾਂ, ਉਹ ਕਿਸਾਨ ਜਥੇਬੰਦੀਆਂ ਦਾ ਇੱਕ ਫੈਸਲਾ ਆ ਜਾਂ ਕਿਸਾਨ ਲੀਡਰਸ਼ਿਪ ਦਾ ਫੈਸਲਾ ਆ ਵੀ ਜਿਸ ਸਟੇਜ ਦੇ ਉੱਤੇ ਕੋਈ ਸਿਆਸੀ ਲੀਡਰ ਹੋਊਗਾ ਉੱਥੇ ਅਸੀਂ ਨਹੀਂ ਜਾਣਾ। ਸ਼ਾਇਦ ਉਹਨਾਂ ਦੇ ਮਨ 'ਚ ਇਹੀ ਸੀ ਵੀ ਜਿੱਦਾਂ ਅਸੀਂ ਜਿਹੜੇ ਕਿਸਾਨਾਂ ਦੇ ਜਿਹੜੇ ਮੋਰਚੇ ਲੱਗੇ ਹੋਏ ਆ, ਉੱਥੇ ਜੇ ਕੋਈ ਆਉਂਦਾ ਹਮਾਇਤ ਲਈ ਆਵੇ, ਕੋਈ ਦਿੱਕਤ ਨਹੀਂ ਹੈ, ਪਰ ਉਹਨਾਂ ਨੂੰ ਸਟੇਜ ਦੇ ਉੱਤੇ ਸਮਾਂ ਨਹੀਂ ਦੇਣਾ। ਉਹਨਾਂ ਨੂੰ ਇਹ ਲੱਗਾ ਸ਼ਾਇਦ ਵੀ ਇੱਥੇ ਸਟੇਜ ਦੇ ਉੱਤੇ ਸਿਆਸੀ ਲੀਡਰ ਵੀ ਬੈਠੇ ਆ। ਹਰਪਾਲ ਸਿੰਘ ਚੀਮਾ ਭਾਵੇਂ ਆਮ ਆਦਮੀ ਪਾਰਟੀ ਦੇ ਲੀਡਰ ਹੈ, ਉਹਨਾਂ ਦਾ ਕੋਈ ਸਿਆਸੀ ਵਜੂਦ ਹੋਵੇ ਨਾ ਹੋਵੇ, ਵਿਰੋਧੀ ਧਿਰ ਦੇ ਆਗੂ ਤਾਂ ਹੈ ਨਾ ਹੋ। ਸੋ ਉਹਨਾਂ ਨੇ ਇਹ ਇਤਰਾਜ਼ ਕੀਤਾ। ਉਹਨਾਂ ਨੇ ਕਿਹਾ ਕਿ ਜੇ ਸਟੇਜਾਂ ਦੇ ਉੱਤੇ ਇਦਾਂ ਦੇ ਜਿਹੜੇ ਸੰਘਰਸ਼ ਆ ਉਹਨਾਂ 'ਚ ਸਿਆਸੀ ਲੀਡਰਾਂ ਨੂੰ ਬੁਲਾਉਣਾ ਹੈ ਤਾਂ ਅਸੀਂ ਇਹਨਾਂ ਦੀ ਬਾਹਰੋਂ ਤਾਂ ਹਮਾਇਤ ਕਰਾਂਗੇ, ਪਰ ਅਸੀਂ ਖੁਦ ਸਟੇਜ ਜਿਹੜੀ ਆ ਉਹ ਸ਼ੇਅਰ ਨਹੀਂ ਕਰਨੀ। ਜੇ ਸਿਆਸੀ ਆਗੂਆਂ ਤੋਂ ਬਿਨਾਂ ਇਹਨਾਂ ਦੀਆਂ ਸਟੇਜਾਂ ਹੋਣਗੀਆਂ ਤੇ ਅਸੀਂ ਸਾਰੇ ਜਿਹੜੇ ਆ ਉਹਦੇ 'ਚ ਸ਼ਾਮਲ ਹੋਵਾਂਗੇ। ਸੋ ਉਹਨਾਂ ਨੇ ਇਹ ਗੱਲ ਕਹੀ ਹੈ, ਉਹਨਾਂ ਦਾ ਆਪਣਾ ਰਾਈਟ ਵੀ ਹੈ ਤੇ ਉਹ ਕਿਸਾਨ ਮੋਰਚੇ ਦਾ ਹਿੱਸਾ ਵੀ ਨਹੀਂ ਹੈ। ਉਹ ਇਕੱਲੇ ਤੌਰ ਦੇ ਉੱਤੇ ਉਹਨਾਂ ਦਾ ਇੱਕ ਵੱਖਰਾ ਇੱਕ ਨੈਰੇਟਿਵ ਵੀ ਹੈ, ਸਾਰੇ ਅੰਦੋਲਨ ਬਾਰੇ ਵੀ, ਸਿਆਸਤਦਾਨਾਂ ਬਾਰੇ ਵੀ। ਉਹ ਏਦਾਂ ਵੀ ਸੋਚਦੇ ਆ ਜਿੱਦਾਂ ਜਿਹੜੀਆਂ ਬਾਕੀ 32 ਕਿਸਾਨ ਜਥੇਬੰਦੀਆਂ, ਉਹਦੇ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਰਾਜਸੀ ਕਨੈਕਸ਼ਨ ਹੈਗੇ ਆ, ਉਹ ਜਿਹੜੇ ਆ ਉਹ ਚੋਣਾਂ ਲੜਨ 'ਚ ਵੀ ਵਿਸ਼ਵਾਸ ਰੱਖਦੇ ਆ। ਤੇ ਜੋਗਿੰਦਰ ਸਿੰਘ ਉਗਰਾਹਾਂ ਦੀ ਜਿਹੜੀ ਧਿਰ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹ ਚੋਣਾਂ 'ਚ ਬਿਲਕੁਲ ਵਿਸ਼ਵਾਸ ਨਹੀਂ ਕਰਦੇ। ਉਹਨਾਂ ਦਾ ਆਪਣਾ ਇੱਕ ਸੋਚਣ ਦਾ ਤਰੀਕਾ ਹੈ, ਪਰ ਉਹਨਾਂ ਨੇ ਨਾਲ ਇਹ ਜ਼ਰੂਰ ਕਿਹਾ ਕਿ ਅਸੀਂ ਇਸ ਅੰਦੋਲਨ ਦੀ ਹਮਾਇਤ ਕਰਦੇ ਹਾਂ, ਕਰਾਂਗੇ ਵੀ, ਪਰ ਜੇ ਰਾਜਸੀ ਆਗੂ ਇੱਥੇ ਆਉਣਗੇ ਤਾਂ ਅਸੀਂ ਸਟੇਜ ਤੇ ਨਹੀਂ ਆਉਣਾ। ਤਾਂ ਉਹਨਾਂ ਦਾ ਆਪਣਾ ਤਰਕ ਹੈ। ਜੀ ਬਿਲਕੁਲ ਦਸਾਂਝ ਸਾਹਿਬ, ਆਪਾਂ ਵੱਡੀ ਖਬਰ ਜਿਹੜੀ ਦੂਜੀ ਆ ਬਗਾਵਤ ਵਾਲੀ, ਉਹਦੇ ਤੇ ਜਾਣ ਤੋਂ ਪਹਿਲਾਂ ਇੱਕ ਹੋਰ ਖਬਰ ਤੇ ਵੀ ਗੱਲ ਕਰ ਲਈਏ ਕਿ ਸਰਕਾਰ ਹੁਣ ਨਿੱਕੇ ਨਿੱਕੇ ਜਿਹੜੇ ਆ ਉਹ ਇਹੋ ਜਿਹੇ ਲਾਲਚ ਕਹਿ ਲਓ ਜਾਂ ਫਾਇਦੇ ਦੇਣ ਦੀ ਗੱਲ ਕਿ ਅਖੀਰਲਾ ਸਮਾਂ ਆ, ਵੋਟਰ ਸਾਡੇ ਨਾਲ ਜੁੜ ਜਾਣ। ਜਿਹੜੇ ਛੋਟੇ ਦੁਕਾਨਦਾਰ ਜਾਂ ਸਬਜ਼ੀ ਮੰਡੀ ਦੇ ਵਿੱਚ ਆਪਣੀ ਰੇਹੜੀ ਫੜੀ ਲਾਉਂਦੇ ਸੀਗੇ, ਉਹਨਾਂ ਨੂੰ ਵੀ ਸਾਰਾ ਜਿਹੜਾ ਮੰਡੀਆਂ ਦਾ ਖਰਚਾ ਉਹ ਮਾਫ ਕਰ ਦਿੱਤਾ ਤੇ ਉਹ ਕਿਹਾ ਜਾ ਰਿਹਾ ਕਿ ਉਹਦੇ ਨਾਲ 31 ਮਾਰਚ ਤੱਕ ਉਹਨਾਂ ਮਾਫ ਕੀਤਾ ਜੀ, ਤੇ ਸਰਕਾਰ ਨੂੰ ਕਾਫੀ ਜ਼ਿਆਦਾ ਉਹਦੇ ਤੋਂ ਨੁਕਸਾਨ ਹੋਣਾ ਹੈ ਜੀ, ਕਰੋੜਾਂ ਵਿੱਚ ਹੀ ਦੱਸਿਆ ਜਾ ਰਿਹਾ। ਉਹ ਵੀ ਦੇਖੋ ਗੱਲ ਇਹ ਆ ਵੀ ਹੁਣ ਦੇਖੋ ਚੋਣਾਂ ਨੇੜੇ ਆ, ਕੁਝ ਨਾ ਕੁਝ ਤਾਂ ਉਹਨਾਂ ਨੇ ਕਰਨਾ ਹੀ ਆ। ਵੀ ਕੁਝ ਪਾਪੂਲਰ ਜਿਹੀਆਂ ਚੀਜ਼ਾਂ ਕਰਕੇ ਮੈਂ ਤਾਂ ਹੈਰਾਨ ਹੋਇਆ। ਮੇਰੀ ਬੇਟੀ ਆ ਪਿਛਲੇ ਵੀਕ ਗਈ ਸੀ ਪਿੰਡ, ਤੇ ਪਹਿਲੀ ਵਾਰ ਸ਼ਾਇਦ ਉਹਨੇ ਬੱਸ 'ਚ ਸਫ਼ਰ ਕੀਤਾ, ਤੇ ਨਾਲ ਮੇਰੀ ਭਤੀਜੀ ਸੀ ਤੇ ਉਹਨਾਂ ਦੀ ਬੇਟੀ ਸੀ, ਤੇ ਉਹ ਨਾ ਪਹਿਲੀ ਵਾਰ ਬੱਸ 'ਚ ਗਏ, ਉਹ ਸਰਕਾਰੀ ਬੱਸ ਦੇ ਵਿੱਚ। ਤੇ ਉਹ ਬੜੇ ਹੈਰਾਨ ਹੋਏ ਆ ਕੇ ਦੱਸਣ ਵੀ ਉੱਥੇ ਤਾਂ ਜੀ ਬੱਸ ਜਿਹੜੀ ਆ ਨਾ, ਉਹ 75% ਸਵਾਰੀਆਂ ਤੁੰਦੀਆਂ ਪਈਆਂ ਸੀ ਤੇ 75% ਜਿਹੜੀਆਂ ਔਰਤਾਂ ਸੀ, ਕੁੜੀਆਂ ਸੀ। ਤੇ ਉਹਦਾ ਕਾਰਨ ਇਹ ਸੀ ਵੀ ਉਹ ਫ੍ਰੀ ਆ ਬੱਸ ਹੁਣ ਔਰਤਾਂ ਲਈ ਇੱਥੇ ਫ੍ਰੀ ਬੱਸ ਸਫ਼ਰ ਆ। ਆਧਾਰ ਕਾਰਡ ਉਹ ਦੇਖਦੇ ਆ ਤੇ ਆਧਾਰ ਕਾਰਡ ਤੇ ਉਹ ਟਿਕਟ ਕੱਟ ਕੇ ਦਿੰਦੇ ਆ। ਤੇ ਉਹ ਦੱਸਦੇ ਸੀ ਆ ਕੇ ਬੱਚੇ ਵੀ ਉਹ ਬੀਬੀਆਂ ਇੰਨੀਆਂ ਖੁਸ਼ ਸੀ ਵੀ ਇਹਦਾ ਕੋਈ ਅੰਤ ਹੀ ਨਹੀਂ, ਵੀ ਸਾਨੂੰ ਕੈਪਟਨ ਨੇ ਜੀ ਸਾਨੂੰ ਬੱਸ 'ਚ ਫ੍ਰੀ ਕਰਤਾ। ਇਹ ਜਿਹੜੇ ਪਾਪੂਲਰ ਜਿਹੇ ਇਸ ਕਿਸਮ ਦੇ ਕਦਮ ਹੁੰਦੇ ਆ, ਇਹ ਫਿਰ ਇਹਨਾਂ ਨੂੰ ਪੇ ਕਰਦੇ ਆ। ਇਸ ਕਰਕੇ ਸਾਰਾ ਕੁਝ ਜਿਹੜਾ ਆ ਹੁਣ ਹੋਏਗਾ, ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹਾਲੇ ਹੋਰ ਬੜਾ ਕੁਝ ਵੀ ਹੋਣਾ ਆ। ਕੁਝ ਹੋਰ ਲੋਕਾਂ ਦੀਆਂ ਮੰਗਾਂ ਵੀ ਮੰਨੀਆਂ ਜਾਣਗੀਆਂ, ਕੁਝ ਹੋਰ ਮੁਫਤ ਦੀ ਸਿਆਸਤ ਵੀ ਹੋਊਗੀ। ਇਹ ਸਾਡਾ ਯਾਨੀ ਵਰਤਮਾਨ ਹੈ, ਤੇ ਸਾਡਾ ਭਵਿੱਖ ਜਿਹੜਾ ਇਹਨਾਂ ਮੁਫਤ ਦੀਆਂ ਯੋਜਨਾਵਾਂ ਦੇ ਨਾਲ ਅੰਧਕਾਰ 'ਚ ਜਾਏਗਾ। ਕਿਉਂਕਿ ਅਲਟੀਮੇਟਲੀ ਜੇ ਮੈਂ ਬੱਸ ਦਾ ਹੀ ਜ਼ਿਕਰ ਕਰਨਾ, ਤੇ ਮੈਂ ਤੇ ਕਮਲ ਰਾਤੀ ਗੱਲ ਕਰਦੇ ਸੀ ਇਸ ਮਸਲੇ ਤੇ, ਜਦ ਬੱਚਿਆਂ ਨੇ ਸਾਨੂੰ ਦੱਸਿਆ ਵੀ ਇਹਦਾ ਮਤਲਬ ਹੈ ਬੜੀ ਛੇਤੀ ਜਿਹੜੀਆਂ ਮਾੜੀਆਂ ਮੋਟੀਆਂ ਬੱਸਾਂ ਵੀ ਚੱਲਦੀਆਂ ਰੋਡਵੇਜ਼ ਦੀਆਂ ਜਾਂ ਪੈਪਸੂ ਦੀਆਂ, ਉਹ ਬੰਦ ਹੋਣ ਵਾਲੀਆਂ, ਕਿਉਂਕਿ ਘਾਟਾ ਤਾਂ ਪਹਿਲੇ ਬਹੁਤ ਸੀ। ਹੌਲੀ ਹੌਲੀ ਉਹ ਬੰਦ ਹੋਣਗੀਆਂ ਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਆ ਉਹ ਹੋਰ ਵਧਣਗੀਆਂ। ਜਿਹੜਾ ਸਾਡੇ ਇੱਥੇ ਪਹਿਲਾਂ ਕਿਸੇ ਵੇਲੇ 80-20 ਦੀ ਰੇਸ਼ੋ ਸੀ, ਵੀ 80% ਸਰਕਾਰੀ ਬੱਸਾਂ ਤੇ 20% ਜਿਹੜੀ ਹੈ ਉਹ ਪ੍ਰਾਈਵੇਟ ਬੱਸ, ਉਹ ਹੌਲੀ ਹੌਲੀ 60-40 ਹੋ ਗਿਆ, 60 ਸਰਕਾਰੀ 40 ਪ੍ਰਾਈਵੇਟ। ਇਸ ਵੇਲੇ ਬਿਲਕੁਲ ਉਲਟ ਹੋ ਗਿਆ, 80 ਪ੍ਰਾਈਵੇਟ ਹੈ ਤੇ 20 ਸਰਕਾਰੀ ਹੈ। ਤੇ ਜਿਹੜੀ 20 ਸਰਕਾਰੀ ਉਹ ਵੀ ਬਸ 2-4-5 ਸਾਲ ਦੀ ਖੇਡ ਹੈ, ਤੇ ਉਸ ਤੋਂ ਬਾਅਦ ਉਹ ਬੰਦ ਹੋ ਜਾਣਗੀਆਂ, ਫਿਰ ਸਾਰਾ ਕੁਝ ਪ੍ਰਾਈਵੇਟ ਦੇ ਹਵਾਲੇ ਹੈ। ਸੋ ਇਹ ਸਾਰਾ ਕੁਝ ਜੋ ਅਸੀਂ ਦੇਖ ਰਹੇ ਹਾਂ, ਉਹ ਇਮੀਡੀਏਟ ਤਾਂ ਲੱਗਦਾ ਹੈ ਜਿਹਨਾਂ ਲੋਕਾਂ ਨੂੰ ਲਾਭ ਮਿਲਦੇ ਆ ਵੀ ਬੜਾ ਵਧੀਆ ਜੀ ਲਾਭ ਮਿਲ ਰਹੇ ਆ, ਪਰ ਦੂਰ ਤੱਕ ਜਾਂਦਿਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮਾਪਤ ਹੋਣੀਆਂ, ਤੇ ਸਾਰਾ ਕੁਝ ਜਿਹੜਾ ਵੇਚਣ ਦੀ ਪ੍ਰਕਿਰਿਆ ਚੱਲ ਹੀ ਰਹੀ ਹੈ। ਕੇਂਦਰ ਸਰਕਾਰ ਦੇ ਵੀ ਕੱਲ ਜਿਹੜੀ ਖਬਰ ਸੀ, ਸੀਤਾਰਮਨ ਨੇ ਸਾਰੇ ਉਹ ਜਿਹੜੇ 13 ਦੇ ਕਰੀਬ ਜਿਹੜੇ ਕੁਝ ਕਰਦੇ ਆਪਾਂ ਖਬਰ ਸਾਰੀ ਕਰਦੇ ਆ ਜੀ, ਡਿਟੇਲ ਚ ਕਰਦੇ ਤੁਹਾਡੇ ਨਾਲ, ਮੇਰੇ ਕੋਲ ਖਬਰ ਉੱਤੇ ਵੀ ਮੈਂ ਤੁਹਾਡੇ ਨਾਲ ਚਰਚਾ ਕਰਨੀ ਆ। ਪਰ ਜਿਹੜੀ ਗੱਲ ਆਪਾਂ ਇਹ ਕਹਿ ਰਹੇ ਆ
ਕਿ ਕੁਝ ਇੱਕ ਜਿਹੜੇ ਵਰਗ ਨੇ ਸਮਾਜ ਦੇ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾਂਦਾ, ਉਹ ਖੁਸ਼ ਹੋ ਜਾਂਦੇ ਆ। ਮੁਫਤ ਦੀ ਸਿਆਸਤ ਜਿਹਨੂੰ ਕਹਿ ਰਹੇ ਆ, ਉਹਦੇ ਨਾਲ ਓਵਰਆਲ ਇਕਨੋਮੀ ਦਾ ਲਾਸ ਹੁੰਦਾ ਆ, ਸਰਕਾਰ ਦੇ ਖਜ਼ਾਨੇ 'ਚ ਪੈਸੇ ਨਹੀਂ ਜਾਂਦੇ। ਪਰ ਜਿੰਨੀਆਂ ਵੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਜਿੰਨੀਆਂ ਵੀ ਸੋਸ਼ਲ ਆਰਗੇਨਾਈਜੇਸ਼ਨ ਹੋਰ ਨੇ, ਜਿੰਨੇ ਵੀ ਗਰੁੱਪ, ਪ੍ਰੈਸ਼ਰ ਗਰੁੱਪ ਕੰਮ ਕਰਦੇ ਨੇ, ਖਾਸ ਕਰਕੇ ਲੈਫਟ ਵਾਲੇ ਪ੍ਰਭਾਵ ਵਾਲੇ, ਉਹਨਾਂ ਦੀ ਤਾਂ ਹਮੇਸ਼ਾ ਇਹੋ ਹੀ ਮੰਗ ਰਹੀ ਆ ਸੋਸ਼ਲਿਸਟ ਪੈਟਰਨ ਦੇ ਉੱਤੇ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਤੇ ਆਪਾਂ ਉਹਨਾਂ ਨੂੰ ਮੁਫਤ ਦੀ ਸਿਆਸਤ ਵੀ ਕਹਿ ਰਹੇ ਆ। ਸੋ ਦੋਨੇ ਪਾਸੇ ਜਿਹੜੇ ਆ, ਉਹ ਕੋਈ ਵੀ ਪਾਵਰ 'ਚ ਆ ਜੇ ਉਹ ਬੈਲੈਂਸ ਨਹੀਂ ਰੱਖ ਸਕਦਾ। ਇੱਕ ਪਾਸੇ ਤੇ ਆਪਾਂ ਮੰਗ ਕਰਦੇ ਆ ਕਿ ਔਰਤਾਂ ਨੂੰ ਵੀ ਜੇ ਫੈਸਿਲਿਟੀ ਮਿਲੇ, ਆ ਮਿਲੇ, ਬੱਚਿਆਂ ਨੂੰ ਆ ਮਿਲੇ, ਫ੍ਰੀ ਮਿਲੇ, ਪੜ੍ਹਾਈ ਸਸਤੀ ਹੋਵੇ, ਸਾਰਾ ਕੁਝ ਮੰਗਦੇ ਵੀ ਆ। ਤੇ ਦੂਜੇ ਪਾਸੇ ਜਦੋਂ ਸਰਕਾਰਾਂ ਕਰਦੀਆਂ ਨੇ, ਸਾਨੂੰ ਇਹ ਵੀ ਖਤਰਾ ਹੋਣ ਲੱਗ ਜਾਂਦਾ ਹੈ, ਉਹ ਕੈਪੀਟਲ ਜਿਹੜੀ ਸੋਚ ਹੈ ਸਰਮਾਏਦਾਰੀ ਵਾਲੀ, ਆਪਾਂ ਉਸ ਪਾਸੇ ਵੀ ਤੁਰ ਪੈਂਦੇ ਆ ਵੀ ਇਹਦੇ ਨਾਲ ਸਰਕਾਰ ਨੂੰ ਵਿੱਤੀ ਨੁਕਸਾਨ ਹੋ ਜਾਏਗਾ, ਬੱਸਾਂ ਬੰਦ ਹੋ ਜਾਣਗੀਆਂ। ਦੋ ਚੀਜ਼ਾਂ ਇਕੱਠੀਆਂ ਤੇ ਨਹੀਂ ਨਾ ਹੋ ਸਕਦੀਆਂ। ਇਹਨੂੰ ਗਿੱਲ ਸਾਹਿਬ ਰਲਗੱਡ ਨਾ ਕਰੀਏ ਆਪਾਂ। ਹਾਂ, ਏਦਾਂ ਨਾ ਕਰੀਏ, ਰਲਗੱਡ ਨਾ ਕਰੀਏ। ਪਹਿਲਾਂ ਦੇਖੀਏ ਵੀ ਜੇ ਤੁਸੀਂ ਇਕੱਲੇ ਕਮਿਊਨਿਸਟ ਪਾਰਟੀਆਂ ਦਾ ਮਸਲਾ ਨਹੀਂ ਹੈ, ਓਵਰਆਲ ਜੇ ਕਾਮਨ ਮੈਨ ਜਿਹੜਾ ਸੋਚਦਾ, ਇਹਨੂੰ ਏਦਾਂ ਸੋਚੀਏ ਵੀ ਜੇ ਉਹ ਕਹਿੰਦੇ ਆ ਵੀ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ, ਤਾਂ ਉਹ ਜ਼ਿੰਮੇਵਾਰੀ ਹੋਰ ਹੈ। ਸਰਕਾਰ ਤੋਂ ਕਦੇ ਵੀ, ਜੇ ਖੱਬੀਆਂ ਪਾਰਟੀਆਂ ਦਾ ਵੀ ਜ਼ਿਕਰ ਕਰੀਏ, ਤੇ ਉਹਨਾਂ ਨੇ ਮੁਫਤ ਬੱਸ ਸਫ਼ਰ ਦੀ ਤਾਂ ਮੰਗ ਨਹੀਂ ਕੀਤੀ ਕਦੇ ਵੀ। ਐਗਰੀਕਲਚਰ ਦੀ ਸਬਸਿਡੀ ਦੀ ਮੰਗ ਜ਼ਰੂਰ ਰਹਿੰਦੀ ਹੈ। ਉਹ ਕਾਰਨ ਹੈ ਜੇ ਐਗਰੀਕਲਚਰ ਪਾਲਿਸੀ ਇਸ ਢੰਗ ਦੀ ਹੋਵੇ ਵੀ ਲਾਗਤ ਦੇ ਮੁਤਾਬਕ ਜਿਹੜੀ ਹੈ ਉਹਨਾਂ ਨੂੰ ਉਹਨਾਂ ਦੀ ਕਿਰਤ ਨਾਲ ਜੋੜ ਕੇ, ਲੇਬਰ ਨਾਲ ਜੋੜ ਕੇ ਤੇ ਮੁਨਾਫਾ ਨਾਲ ਜੋੜ ਕੇ ਉਹਨਾਂ ਦੀ ਫਸਲ ਦੀ ਸਹੀ ਕੀਮਤ ਮਿਲਦੀ ਹੋਵੇ, ਤਾਂ ਸਬਸਿਡੀ ਦੀ ਵੀ ਲੋੜ ਨਹੀਂ ਹੈਗੀ। ਜੇ ਖਾਦਾਂ ਤੇ DAP ਜਾਂ ਡੀਜ਼ਲ ਉਹਦੀਆਂ ਕੀਮਤਾਂ ਵਾਜਬ ਹੋਣ ਤਾਂ ਸਬਸਿਡੀ ਦੀ ਵੀ ਲੋੜ ਨਹੀਂ ਹੈਗੀ। ਸਬਸਿਡੀ ਦੀ ਤਾਂ ਲੋੜ ਪੈਂਦੀ ਹੈ ਕਿਉਂਕਿ ਸਥਿਤੀਆਂ ਏਦਾਂ ਦੀਆਂ ਬਣਾ ਦਿੱਤੀਆਂ ਗਈਆਂ ਕਿ ਜਿਹੜਾ ਸਧਾਰਨ ਫਾਰਮਰ ਹੈ, ਖੇਤੀ ਕਰਦਾ ਜਿਹੜਾ ਕਿਸਾਨ ਹੈ, ਉਹਦੀ ਪੂਰੀ ਨਹੀਂ ਪੈਂਦੀ ਕਿਸੇ ਪਾਸਿਓਂ ਵੀ। ਦੂਜੀ ਗੱਲ, ਜਿਹੜੀਆਂ ਖੱਬੀਆਂ ਪਾਰਟੀਆਂ ਤੁਸੀਂ ਜ਼ਿਕਰ ਕਰ ਰਹੇ ਹੋ, ਠੀਕ ਹੈ, ਉਹ ਮੰਗਦੀਆਂ ਫ੍ਰੀ ਐਜੂਕੇਸ਼ਨ, ਫ੍ਰੀ ਹੈਲਥ ਤੇ ਫ੍ਰੀ ਐਜੂਕੇਸ਼ਨ, ਦੋ ਹੀ ਥੰਮ ਨੇ ਨਾ ਸਾਡੇ। ਉਹ ਦੋਨੋਂ ਜਿਹੜੇ ਕਲੈਪਸ ਕਰ ਦਿੱਤੇ ਗਏ ਆ। ਜੇ ਫ੍ਰੀ ਐਜੂਕੇਸ਼ਨ ਹੋਏਗੀ, ਫ੍ਰੀ ਹੈਲਥ ਹੋਏਗਾ, ਜਿਹੜੀ ਸਰਕਾਰ ਦੀ ਪਹਿਲੀ ਡਿਊਟੀ ਹੈ, ਸੰਵਿਧਾਨ ਇਹ ਕਹਿ ਰਿਹਾ, ਉਹ ਮੰਗਦੇ ਆ ਉਹ। ਤੇ ਨਾਲ ਜਿਹੜੇ ਐਜੂਕੇਸ਼ਨ ਤੋਂ ਬਾਅਦ ਨਾਲ ਜਿਹੜਾ ਰੋਜ਼ਗਾਰ ਦੇ ਬੰਦੇ ਕੋ ਹੋਏਗਾ, ਉਹਦੀ ਮੰਗ ਹੈ ਨਾ। ਜੇ ਉਹ ਹੋਏਗਾ ਫਿਰ ਮੁਫਤ ਦੀ ਕੀ ਲੋੜ ਹੈ। ਸੋ ਇਸ ਕਰਕੇ ਕਦੇ ਮੁਫਤ ਨਹੀਂ ਮੰਗਿਆ ਕਿਸੇ ਨੇ। ਇਹ ਚੀਜ਼ਾਂ ਦਸਾਂ ਸਾਹਿਬ, ਇਹ ਚੀਜ਼ਾਂ ਇੱਥੇ ਵੀ ਹੁੰਦੀਆਂ ਨੇ। ਹੁਣ ਸਾਡੇ ਵੀ ਇਲੈਕਸ਼ਨ ਆ ਤੇ NDP ਪਾਰਟੀ ਜਿਹੜੀ ਕਦੀ ਮੰਨੀ ਜਾਂਦੀ ਸੀ ਕਿ ਥੋੜੀ ਪ੍ਰੋ ਲੈਫਟ ਆ, ਥੋੜੀ ਜਿਹੀਆਂ ਉਸ ਤਰ੍ਹਾਂ ਦੀ ਗੱਲ ਕਰਦੇ ਆ ਕਿ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ, ਜਿਹੜੇ ਵੱਡੇ ਵਪਾਰੀ ਨੇ, ਵੱਡੇ ਕਾਰਪੋਰੇਟ ਘਰਾਣੇ ਨੇ, ਉਹਨਾਂ ਤੇ ਟੈਕਸ ਵਧਣੇ ਚਾਹੀਦੇ ਆ, ਉਹ ਇਸ ਤਰ੍ਹਾਂ ਦੀ ਸੋਚ ਰੱਖਦੀਆਂ ਨੇ। ਉਹਦੇ ਉਲਟ ਕੰਜ਼ਰਵੇਟਿਵ ਪਾਰਟੀ ਜਿਹੜੀ ਆ, ਉਹ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕਰਦੀ ਆ। ਪਰ ਲਿਬਰਲ ਪਾਰਟੀ ਜਿਹੜੀ ਵਿਚਕਾਰਲਾ ਰਾਹ ਚੁਣਦੀ ਸੀਗੀ, ਉਹ ਜਦੋਂ NDP ਦਾ ਮੁੱਦਾ ਚੁੱਕ ਲੈਂਦੀ ਆ, ਉਸ ਤਰ੍ਹਾਂ ਦੇ ਪਾਪੂਲਰ ਜਿਹੜੇ ਨਾਰੇ, ਪਾਪੂਲਰ ਤਰ੍ਹਾਂ ਦੇ ਪ੍ਰੋਗਰਾਮ ਆ ਜਾਂਦੇ ਆ, ਤੇ NDP ਜਿਹੜੀ ਆ ਉਹ ਜ਼ੀਰੋ ਹੋ ਜਾਂਦੀ ਆ, ਔਰ ਵੋਟ ਜਿਹੜੇ ਆ ਉਹ ਸਾਰਾ ਟਿਲਟ ਹੋ ਕੇ ਲਿਬਰਲ ਵੱਲ ਚੱਲ ਜਾਂਦਾ, ਕਿਉਂਕਿ ਪੂਰੇ ਦਾ ਪੂਰਾ ਏਜੰਡਾ ਉਹਨਾਂ ਦਾ ਉਹ ਚੁੱਕ ਲੈਂਦੇ ਆ। ਇਸੇ ਤਰ੍ਹਾਂ ਹੀ ਮੈਨੂੰ ਭਾਰਤ ਵਿੱਚ ਵੀ ਕਿਤੇ ਲੱਗਦਾ, ਜਦੋਂ ਕਿਤੇ ਕਮਿਊਨਿਸਟ ਪਾਰਟੀਆਂ ਦਾ ਏਜੰਡਾ ਜਾਂ ਜਿਹੜੀਆਂ ਪਾਰਟੀਆਂ ਦਲਿਤ ਦੇ ਨਾਂ ਤੇ ਕਰਦੀਆਂ ਨੇ, ਉਹ ਏਜੰਡਾ ਨੈਸ਼ਨਲ ਪਾਰਟੀ ਕੋਈ ਚੁੱਕ ਲੈਂਦੀ ਆ, ਤੇ ਉਹਨਾਂ ਪਾਰਟੀਆਂ ਦਾ ਆਧਾਰ ਜਿਹੜਾ ਖੁਰਨਾ ਸ਼ੁਰੂ ਹੋ ਜਾਂਦਾ। ਮੈਂ ਇਸ ਸੰਦਰਭ 'ਚ ਵੀ ਗੱਲ ਕਰ ਰਿਹਾ। ਨਹੀਂ, ਠੀਕ ਹੈ, ਪਰ ਜੇ ਤੁਸੀਂ ਦੇਖੋ, ਮੈਨੂੰ NDP ਜਿਹੜੀ ਆ ਉਹ ਪ੍ਰੋ ਲੈਫਟ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਪਰ ਕਿੰਨੀ ਕੁ ਪ੍ਰੋ ਲੈਫਟ ਹੈ, ਕਿੰਨੀ ਕੁ ਨਹੀਂ, ਇਹ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਸਾਰਾ ਕੁਝ ਉੱਥੇ ਫੇਸ ਕਰਦੇ ਹੋ। ਪਰ ਮੈਂ ਭਾਰਤ ਦੇ ਹਵਾਲੇ ਨਾਲ ਜਦੋਂ ਗੱਲ ਕਰੂੰਗਾ, ਤਾਂ ਤੁਸੀਂ ਕਿਸੇ ਵੀ ਪਾਰਟੀ ਦੇ ਮੁਕਾਬਲੇ ਜਿਹੜਾ ਆ, ਭਾਵੇਂ ਕਮਿਊਨਿਸਟ ਪਾਰਟੀਆਂ ਜਿਹੜੀਆਂ ਉਹ ਹੁਣ ਉਸ ਤਾਕਤ ਦੇ ਵਿੱਚ ਨਹੀਂ ਹੈ ਜਿਹੜੀ ਤਾਕਤ ਕਿਸੇ ਵੇਲੇ ਹੁੰਦੀ ਸੀ, ਪਰ ਕਿਸੇ ਵੀ ਪਾਰਟੀ ਦਾ ਇਲੈਕਸ਼ਨ ਮੈਨੀਫੈਸਟੋ ਤੇ ਕਿਸੇ ਵੀ ਕਮਿਊਨਿਸਟ ਪਾਰਟੀ ਦਾ ਇਲੈਕਸ਼ਨ ਮੈਨੀਫੈਸਟੋ ਚੱਕ ਕੇ ਦੇਖ ਲਿਓ, ਤੁਹਾਨੂੰ ਸਿੱਧੀ ਤਬਦੀਲੀ ਮਿਲੇਗੀ, ਬਹੁਤ ਵੱਡੀ ਤਬਦੀਲੀ ਹੋਏਗੀ, ਬਹੁਤ ਵੱਡਾ ਫਰਕ ਹੋਏਗਾ। ਉਹ ਕੁਝ ਹੋਰ ਮੰਗ ਰਹੇ ਹੋਣਗੇ, ਉਹ ਬੇਸਿਕ ਸਟਰਕਚਰ ਜਿਹੜਾ ਆ ਉਹਨੂੰ ਦਰੁਸਤ ਕਰਨ ਦੀ ਉਹਨਾਂ ਦੇ ਵਾਅਦੇ ਵੀ ਉੱਦਾਂ ਦੇ ਹੋਣਗੇ ਤੇ ਉਹਨਾਂ ਦੀ ਮੰਗ ਵੀ ਉੱਦਾਂ ਦੀ ਹੋਏਗੀ। ਇਹਨਾਂ ਦੀ ਸਾਰੇ ਜਿਹੜੀਆਂ ਮੁੱਖ ਧਾਰਾ ਦੀਆਂ ਪਾਰਟੀਆਂ, ਜਿਹੜੀਆਂ ਆਪਣੇ ਆਪ ਨੂੰ ਬਹੁਤ ਕਹਿ ਲਓ ਵੀ ਉਹਨਾਂ ਨੇ ਚਿਹਰਾ ਵੀ ਆਪਣਾ ਏਦਾਂ ਦਾ ਬਣਾ ਕੇ ਪੇਸ਼ ਕੀਤਾ ਸੀ ਵੀ ਉਹ ਬਹੁਤ ਲੋਕਾਂ ਦੇ ਪੱਖ ਦੀਆਂ ਪਾਰਟੀਆਂ, ਉਹਨਾਂ ਸਾਰਿਆਂ ਦੇ ਜਿਹੜੇ ਪ੍ਰੋਗਰਾਮ ਵੀ ਹੋਣਗੇ, ਪ੍ਰੋਗਰਾਮ ਤਾਂ ਕੋਈ ਲਿਆਉਂਦਾ ਹੀ ਨਹੀਂ, ਅੱਜ ਕੱਲ ਇਲੈਕਸ਼ਨ ਮੈਨੀਫੈਸਟੋ ਆਉਂਦੇ ਆ, ਉਹਨਾਂ ਦੇ ਇਲੈਕਸ਼ਨ ਮੈਨੀਫੈਸਟੋ ਲਗਭਗ ਇੱਕੋ ਤਰਜ਼ ਦੇ ਹੋਣਗੇ। ਜਿਵੇਂ ਆਮ ਆਦਮੀ ਪਾਰਟੀ ਦੀ ਇੱਕ ਪਾਪੂਲਰ ਜੀ ਪੋਲਿਟਿਕਸ ਆ, ਉਹਨੂੰ ਜਿਹੜਾ ਅੱਗੇ ਖਿੱਚ ਕੇ ਲੈ ਕੇ ਜਾ ਰਹੇ ਨੇ ਸੁਖਬੀਰ ਬਾਦਲ, ਜਦੋਂ 300 ਯੂਨਿਟ ਤੋਂ 400 ਯੂਨਿਟ ਤੱਕ ਦੀ ਗੱਲ ਹੋਣ ਲੱਗ ਪੈਂਦੀ ਹੈ,
ਜਦੋਂ 100 ਦਿਨ ਦੀ ਯਾਤਰਾ ਪਲਾਨ ਕੀਤੀ ਸੁਖਬੀਰ ਸਿੰਘ ਬਾਦਲ ਨੇ, ਉਹਦੀਆਂ ਜਿੰਨੀਆਂ ਵੀ ਤਰਜੀਹਾਂ ਸੀ ਉਹ ਇੱਕ ਕਿਸਮ ਦੀ ਐਕਸਟੈਂਸ਼ਨ ਸੀ ਆਮ ਆਦਮੀ ਪਾਰਟੀ ਦੇ ਕੰਮ ਕਰਨ ਦੇ ਤਰੀਕੇ ਦੀ, ਅਰਵਿੰਦ ਕੇਜਰੀਵਾਲ ਦੀ। ਸੋ ਇਹ ਜਿਹੜੀਆਂ ਇਦਾਂ ਦੀਆਂ ਪਾਰਟੀਆਂ ਏਦਾਂ ਹੀ ਕਰਦੀਆਂ, ਪਰ ਜਿਹੜੀਆਂ ਸੱਚਮੁੱਚ ਲੋਕਾਂ ਦੇ ਹਿੱਤ ਨਾਲ ਜੁੜੀਆਂ ਹੋਈਆਂ ਪਾਰਟੀਆਂ ਆ, ਭਾਵੇਂ ਉਹ ਤਾਕਤ ਘੱਟ ਹੈ ਜਾਂ ਵੱਧ ਹੈ, ਉਹਨਾਂ ਦੇ ਇੱਕ ਪਾਰਟੀ ਪ੍ਰੋਗਰਾਮ ਵੀ ਬਕਾਇਦਾ ਲਗਾਤਾਰ ਆਉਂਦੇ ਆ ਤੇ ਉਹਨਾਂ ਦੇ ਇਲੈਕਸ਼ਨ ਮੈਨੀਫੈਸਟੋ ਵੀ ਜਿਹੜੇ ਆ ਉਹਨਾਂ 'ਚ ਤੇ ਇਹਨਾਂ 'ਚ ਬਹੁਤ ਵੱਡਾ ਫਰਕ ਹੁੰਦਾ। ਉਹ ਬੇਸਿਕ ਗੱਲਾਂ ਮੰਗਦੇ ਆ, ਬੇਸਿਕ ਗੱਲਾਂ ਤੇ ਚਰਚਾ ਮੰਗਦੇ ਆ, ਬੇਸਿਕ ਗੱਲਾਂ ਜਿਹੜੀਆਂ ਜੇ ਸੱਤਾ 'ਚ ਆਉਂਦੇ ਆ ਤਾਂ ਉਹ ਪੂਰੀਆਂ ਕਰਨ ਦਾ ਦਾਅਵਾ ਕਰਦੇ ਆ। ਫਰਕ ਹੈ, ਬਹੁਤ ਵੱਡਾ ਫਰਕ। ਚਲੋ ਇਹ ਬੜੀ ਵੱਡੀ ਡਿਬੇਟ ਆ। ਜੇ ਉਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਰਵਾਇਤੀ ਨੇ ਉਹ ਥੋੜੇ ਜਿਹੇ ਲਾਲਚ ਦੇ ਕੇ ਲੋਕਾਂ ਨੂੰ ਖੁਸ਼ ਕਰ ਲੈਂਦੀਆਂ ਨੇ, ਪਰ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਬਦਲਣ ਦੀ ਗੱਲ ਕਰਦੀਆਂ ਨੇ ਉਹਨਾਂ ਨੂੰ ਨਾ ਵੋਟ ਮਿਲਦੇ ਆ, ਨਾ ਉਹਨਾਂ ਦਾ ਆਧਾਰ ਰਹਿੰਦਾ ਆ, ਨਾ ਲੋਕ ਉਹਨਾਂ ਨਾਲ ਤੁਰਦੇ ਆ। ਬਸ ਅੰਦੋਲਨ ਵੇਲੇ ਜ਼ਰੂਰ ਉਹਨਾਂ ਵੱਲ ਟੇਕ ਥੋੜੀ ਬਹੁਤੀ ਰੱਖਦੇ ਆ। ਇਹਦੇ ਪਿੱਛੇ ਵੀ ਕਮਿਊਨਿਸਟ ਪਾਰਟੀਆਂ ਨੂੰ ਥੋੜੀ ਜਿਹੀ ਇਹਦੇ ਪਿੱਛੇ ਵਿਚਾਰ ਚਰਚਾ ਕਰਨੀ ਚਾਹੀਦੀ ਆ ਨਾ। ਨਹੀਂ, ਆਹ ਅੰਦੋਲਨ ਜਿਹੜਾ ਆ ਤੁਸੀਂ ਇਮੇਜਿਨ ਨਹੀਂ ਸੀ ਕਰ ਸਕਦੇ। ਇਹ ਕਮਿਊਨਿਸਟ ਪਾਰਟੀਆਂ ਦੀਆਂ 12-14 ਜਿਹੜੀਆਂ ਜਥੇਬੰਦੀਆਂ, ਉਹਦਾ ਦਾ ਕਮਿਟਡ ਜਿਹੜਾ ਉਹਨਾਂ ਦਾ ਕਾਡਰ ਹੈ, ਉਹਨਾਂ ਦੀ ਕਮਿਟਮੈਂਟ ਤੇ ਓਨੈਸਟੀ ਜਿਹੜੀ ਆ, ਭਾਵੇਂ ਉਹ ਅਗਵਾਈ ਦੇ ਵਿੱਚ ਉਸ ਰੂਪ 'ਚ ਨਾ ਦਿਖਾਈ ਦਿੰਦੇ ਹੋਣ, ਅਗਵਾਈ ਦੇ ਵਿੱਚ ਭਾਵੇਂ ਬਲਵੀਰ ਸਿੰਘ ਰਾਜੇਵਾਲ ਸਭ ਤੋਂ ਵੱਡਾ ਨਾਂ ਹੋਵੇ, ਠੀਕ ਹੈ ਨਾ ਜੀ, ਤੇ ਪਰ ਜੇ ਤੁਸੀਂ ਇਹ ਸਾਰੇ ਨੂੰ ਦੇਖੋਗੇ ਨਾ, ਇਹਨੂੰ ਸਕੈਨ ਕਰੋਗੇ ਤਾਂ ਸਭ ਤੋਂ ਵੱਡੀ ਜਿਹੜੀ ਕੋਰ ਜਿਹੜੀ ਇੱਕ ਤਾਕਤ ਹੈ ਤੇ ਉਹ ਇਹਨਾਂ ਗਰੁੱਪਾਂ ਦੀ ਜਿਹੜਾ ਕਾਡਰ ਹੈ। ਇਹਦੇ ਕਰਕੇ ਟਿਕ ਗਿਆ ਇਹ 9 ਮਹੀਨੇ ਅੰਦੋਲਨ, ਨਹੀਂ ਤਾਂ ਟਿਕਣਾ ਵੀ ਨਹੀਂ ਸੀ ਤੇ ਨਾ ਇੰਨਾ ਲੰਬਾ ਚੱਲਣਾ ਸੀ। ਨਾ ਜਿਹੜੀਆਂ ਛੋਟੀਆਂ ਤੋਂ ਲੈ ਕੇ ਉੱਪਰ ਤੱਕ ਜਿਹੜੀਆਂ ਜਿੱਤਾਂ ਹਾਸਲ ਕੀਤੀਆਂ ਜਾ ਰਹੀਆਂ, ਇਹ ਇਹਨਾਂ ਦੀ ਪ੍ਰਤੀਬੱਧਤਾ ਕਰਕੇ ਹੀ ਹੈ। ਸਹੀ ਪ੍ਰਤੀਬੱਧਤਾ, ਸਹੀ ਯੋਜਨਾਬੰਦੀ ਔਰ ਸਹੀ ਪ੍ਰਤੀਬੱਧਤਾ ਕਰਕੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਅੱਛਾ, ਹੁਣ 9 ਮਹੀਨੇ ਹੋ ਜਾਣੇ ਜੀ 26 ਤਰੀਕ ਨੂੰ, ਤੇ ਅੰਦੋਲਨ ਦੀ ਗੱਲ ਇੱਕ ਹੋਰ ਕਰ ਲਈਏ। ਉੱਥੇ 2 ਦਿਨਾਂ ਦੀ ਕਾਨਫਰੰਸ ਰੱਖੀ ਗਈ ਆ ਜਿਹਦੇ ਵਿੱਚ ਸੈਮੀਨਾਰ ਕਰਾਏ ਜਾਣੇ ਆ, ਔਰ ਦੇਸ਼ ਭਰ ਜੋ ਕੌਮੀ ਪੱਧਰ ਦਾ ਸੈਮੀਨਾਰ ਦਾ ਨਾਂ ਦਿੱਤਾ। ਉਹਦੇ ਵਿੱਚ ਵਿਚਾਰ ਚਰਚਾ ਹੋਣੀ ਆ ਕਿ ਇਹਦਾ ਭਵਿੱਖ ਕੀ ਹੋਏਗਾ ਅੰਦੋਲਨ ਦਾ, ਤੇ ਉੱਤੇ ਕੀ ਨੀਤੀਆਂ ਬਣਾਈਆਂ ਜਾਣ, ਉੱਤੇ ਰਾਏ ਜਿਹੜੀ ਆ ਉਹ ਮੰਗੀ ਜਾਣੀ ਆ। ਤੇ ਇਹ ਵੀ ਇੱਕ ਬੜੀ ਮਤਲਬ ਲੱਗਦਾ ਕਿ ਜਿੱਦਾਂ ਇੱਕ ਸੰਜੀਦਾ ਪਹਿਲ ਆ ਕਿਸਾਨ ਜਥੇਬੰਦੀਆਂ ਦੀ, ਬੜੇ ਵਿਧੀਵਤ ਢੰਗ ਨਾਲ ਅੱਗੇ ਵਧ ਰਹੀਆਂ। ਤੇ ਹੁਣ ਜੋ 9 ਮਹੀਨੇ ਪੂਰੇ ਹੋਣੇ ਆ ਤੇ ਉੱਥੇ ਉਹਨਾਂ ਨੇ ਅਗਲਾ ਪਲਾਨ ਜਿਹੜਾ ਡਿਸਕਸ ਕਰਨਾ, ਉਹਦੇ ਲਈ ਸੈਮੀਨਾਰ ਦੇ ਰੂਪ ਵਿੱਚ, ਕਾਨਫਰੰਸ ਦੇ ਰੂਪ ਵਿੱਚ ਜਿਹੜੀ ਕਾਲ ਦਿੱਤੀ ਆ, ਜਿਸ 'ਚ ਕਿਹਾ ਜਾ ਰਿਹਾ ਕਿ 1500 ਤੋਂ ਜ਼ਿਆਦਾ ਲੋਕ ਜਿਹੜੇ ਆ ਮਤਲਬ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੀ ਲੋਕ ਉੱਥੇ ਜਾਣਗੇ, ਜਿਹੜੇ ਉਹਨਾਂ ਸੈਮੀਨਾਰਾਂ ਦਾ ਹਿੱਸਾ ਬਣਨਗੇ। ਦੇਖੋ, ਇੱਕ ਤਾਂ ਇਹ ਆ ਵੀ 26 ਤਰੀਕ ਜਿਹੜੀ ਆ ਹਰ ਵਾਰੀ ਕੁਝ ਨਾ ਕੁਝ ਸਪੈਸ਼ਲ ਜਿਹੜਾ 26 ਨੂੰ ਕੀਤਾ ਜਾਂਦਾ ਹੈ। ਇੱਕ ਮਹੀਨਾ ਜਿਹੜਾ ਆਉਂਦਾ ਹਰ ਮਹੀਨੇ 26 ਤਰੀਕ ਨੂੰ। 26 ਨਵੰਬਰ ਨੂੰ ਪਿਛਲੇ ਸਾਲ ਇਹ ਅੰਦੋਲਨ ਜਿਹੜਾ ਦਿੱਲੀ ਪਹੁੰਚਿਆ ਸੀਗਾ, ਤੇ ਕੁਝ ਨਾ ਕੁਝ ਸਪੈਸ਼ਲ ਕੀਤਾ ਜਾਂਦਾ ਹੈ ਤਾਂ ਜੋ ਇੱਕ ਤਾਂ ਇਹ ਆ ਵੀ ਇਹਦੀ ਕੰਟੀਨਿਊਟੀ ਬਣੀ ਰਹਿੰਦੀ ਹੈ ਤੇ ਕੁਝ ਵੱਖਰਾ ਜਿਹੜਾ ਆ ਪ੍ਰੋਗਰਾਮ ਵੀ ਮਿਲ ਜਾਂਦਾ ਹੈ। ਹੁਣ ਜਿਹੜਾ 26 ਤੇ 27 ਹੈ, 26 ਨੂੰ ਜੁੜਨਗੇ 1500 ਦੇ ਕਰੀਬ ਨੁਮਾਇੰਦੇ। ਜੋ ਮੇਰੇ ਕੋਲ ਜਾਣਕਾਰੀ ਹੋਈ ਹੈ ਵੀ 471 ਦੇ ਕਰੀਬ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਜਾਂ ਬਾਕੀ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਇਸ ਅੰਦੋਲਨ ਦੀ ਹਮਾਇਤ ਕਰ ਰਹੀਆਂ, ਉਹਨਾਂ ਦੇ ਬਹੁਤ ਚੋਣਵੇਂ ਕਿਸਮ ਦੇ ਜਿਹੜੇ ਨੁਮਾਇੰਦੇ ਆਉਣਗੇ, ਜਾਨੀ ਜਿੱਦਾਂ ਡੈਲੀਗੇਟ ਸਿਸਟਮ ਹੁੰਦਾ ਵੀ ਹਾਂ ਸਾਰੇ ਦੇਸ਼ ਚੋਂ ਆਉਣਗੇ। ਤੇ ਜਦੋਂ ਸਾਰੇ ਦੇਸ਼ ਚੋਂ 1500 ਦੇ ਕਰੀਬ ਲੋਕ ਆਉਣਗੇ, 2 ਦਿਨ ਨਿੱਠ ਕੇ ਜਿਹੜਾ ਵਿਚਾਰ ਚਰਚਾ ਹੋਏਗੀ, ਜਿੱਦਾਂ ਇੱਕ ਪ੍ਰੈਕਟਿਸ ਜਿਹੜੀ ਆ ਕਿਸਾਨ ਪਾਰਲੀਮੈਂਟ ਦੀ ਵੀ ਰਹੀ ਆ, ਉਹਦੇ 'ਚ ਵੀ ਬੜਾ ਬਿਹਤਰ ਜਿਹੜਾ ਆ ਕੁਝ ਨਾ ਕੁਝ ਨਵੀਂ ਜਿਹੜੀ ਆ ਪਲਾਨਿੰਗ ਨਿਕਲੀ ਆ। ਉਸ ਦੇ ਨਾਲ ਜਿਹੜਾ ਫੇਰ ਤੋਂ ਜਿਹੜਾ ਚਰਚਾ 'ਚ ਆਏ ਨੇ ਤਿੰਨੇ ਖੇਤੀ ਕਾਨੂੰਨ ਤੇ ਉਹਨਾਂ ਦੀਆਂ ਵੱਖ-ਵੱਖ ਮੱਦਾਂ ਜਿਹੜੀਆਂ ਆ, ਤੇ ਇਹ ਅਗਲਾ ਪ੍ਰੋਗਰਾਮ ਜਿਹੜਾ ਕੀ ਹੋਵੇ, ਅਗਲਾ ਪ੍ਰੋਗਰਾਮ ਚਾਕ ਆਊਟ ਕਿੱਦਾਂ ਕੀਤਾ ਜਾਏ, ਉਹਦੇ 'ਚ ਜਦੋਂ ਸਾਰੇ ਦੇਸ਼ 'ਚੋਂ ਲੋਕ ਜੁੜਨਗੇ, ਨੁਮਾਇੰਦੇ ਜਿਹੜੇ ਜੁੜਨਗੇ, ਤਾਂ ਸ਼ਾਇਦ ਕੁਝ ਨਵੀਆਂ ਚੀਜ਼ਾਂ ਜਿਹੜੀਆਂ ਆ ਸਕਦੀਆਂ, ਤੌਰ ਤਰੀਕੇ ਨਵੇਂ, ਢੰਗ ਕੀ ਹੋਣ, ਨਵੀਂ ਕਾਰਜਸ਼ੈਲੀ। ਕਿਉਂਕਿ ਇਸ ਅੰਦੋਲਨ ਨੇ ਲਗਾਤਾਰ ਆਪਣੇ ਆਪ ਨੂੰ ਵਿਆਪਕ ਵੀ ਕੀਤਾ ਹੈ ਤੇ ਇਸ ਅੰਦੋਲਨ ਦੀ ਕਾਇਆ ਵੀ ਲਗਾਤਾਰ ਬਦਲਦੀ ਰਹੀ ਹੈ। ਇਸ ਅੰਦੋਲਨ ਦਾ ਜਿਹੜਾ ਸ਼ੁਰੂ 'ਚ ਜਿਹੜਾ ਅੰਦੋਲਨ ਸੀ ਇਹਦੀ ਇੱਕ ਰੂਪਰੇਖਾ ਹੋਰ ਸੀ। ਅੰਦੋਲਨ ਫੈਲਦਾ ਚਲਿਆ ਗਿਆ, ਕਈ ਚੀਜ਼ਾਂ ਬਦਲਦੀਆਂ ਗਈਆਂ, ਵਿਆਪਕ ਹੋਣ ਦੇ ਨਾਲ ਨਾਲ ਤੌਰ ਤਰੀਕੇ ਬਦਲਦੇ ਗਏ ਤੇ ਨਵੀਂ ਕੋਈ ਨਾ ਕੋਈ ਰਣਨੀਤੀ ਇਹਦੇ 'ਚੋਂ ਨਿਕਲਦੀ ਰਹੀ, ਜਿਹੜੀ ਕਿਸਾਨ ਪਾਰਲੀਮੈਂਟ ਵੀ ਉਹਦਾ ਇੱਕ ਪਾਰਟ ਰਹੀ। ਜਾਂ ਕਦੇ ਪੱਛਮੀ ਬੰਗਾਲ 'ਚ ਚੋਣਾਂ ਦੇ ਵਿੱਚ ਜਾ ਕੇ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਵਿਰੋਧ ਕਰਨ ਦੀ ਇੱਕ ਵਿਧੀ ਲੱਭੀ ਗਈ। ਹੁਣ ਮਿਸ਼ਨ ਯੂਪੀ ਹੈ
ਤੇ ਜੋਗਿੰਦਰ ਸਿੰਘ ਅਗਰਾਹਾਂ ਨੂੰ ਮੈਂ ਸੁਣਿਆ ਤਾਂ ਉਹ ਕਹਿ ਰਹੇ ਸੀ ਮਿਸ਼ਨ ਯੂਪੀ ਨਹੀਂ, ਅਸਲ ਦੇ ਵਿੱਚ ਹੁਣ ਮਿਸ਼ਨ ਭਾਰਤ ਹੈ। ਸ਼ਾਇਦ 26 ਤੇ 27 ਜਿਹੜਾ ਆ ਉਹ 2 ਦਿਨਾਂ ਦਾ ਜਿਹੜਾ ਨਿੱਠ ਕੇ ਵਿਚਾਰ ਵਟਾਂਦਰਾ ਆ ਉਹ ਮਿਸ਼ਨ ਭਾਰਤ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਕਈ ਚੀਜ਼ਾਂ ਆਉਣਗੀਆਂ। ਫਿਰ 5 ਸਤੰਬਰ ਹੈ, 5 ਸਤੰਬਰ ਨੂੰ ਪਹਿਲਾਂ ਕਿਸਾਨ ਮਹਾਪੰਚਾਇਤ ਕਿਹਾ ਗਿਆ। ਕੱਲ ਨਰੇਸ਼ ਟਕੈਤ ਜਿਹੜੇ ਰਕੇਸ਼ ਟਕੈਤ ਦੇ ਭਰਾ ਆ ਉਹਨਾਂ ਨੇ ਕਿਹਾ ਕਿ ਇਹ ਇਕੱਲੀ ਕਿਸਾਨ ਮਹਾਪੰਚਾਇਤ ਨਹੀਂ ਹੈ, ਇਹ ਸਾਰੇ ਦੇਸ਼ ਦੇ ਲੋਕਾਂ ਦੀ ਇੱਕ ਬਹੁਤ ਵੱਡਾ ਇਕੱਠ ਹੋਏਗਾ ਜਿਹਦੇ ਤੋਂ ਇੱਕ ਨਵਾਂ ਐਲਾਨ ਨਿਕਲੇਗਾ, ਭਾਵੇਂ ਉਹ ਮਿਸ਼ਨ ਯੂਪੀ ਦੇ ਰੂਪ ਦੇ ਵਿੱਚ ਹੋਵੇ, ਚਾਹੇ 26 ਤੇ 27 ਦੇ ਵਿਚਾਰ ਵਟਾਂਦਰੇ ਤੋਂ ਬਾਅਦ ਮਿਸ਼ਨ ਭਾਰਤ ਦੇ ਰੂਪ ਦੇ ਵਿੱਚ ਹੋਵੇ। ਸੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਤਾਕਤ ਮਿਲੀ ਹੈ ਪੰਜਾਬ ਦੇ ਵਿੱਚ, ਜਿਹੜਾ ਅੰਦੋਲਨ ਦੀ ਇੱਕ ਜਿੱਤ ਹੋਈ ਹੈ ਤੇ ਉਹਦੇ ਨਾਲ ਤਾਕਤ ਮਿਲੀ ਹੈ। ਦੂਜਾ ਨਵੇਂ ਦਾਅਪੇਚ ਤੇ ਨਵੀਂ ਰਣਨੀਤੀ ਜਿਹੜੀ ਹੈ, ਨਵੀਂ ਊਰਜਾ ਦੇ ਨਾਲ, ਨਵੀਂ ਐਨਰਜੀ ਦੇ ਨਾਲ 26 ਤੇ 27 ਨੂੰ ਜਿਹੜੀ ਹੈ ਉੱਥੋਂ ਨਿਕਲ ਸਕਦੀ। ਇੱਕ ਖਬਰ ਜਿਹੜੀ ਆ ਮੇਰੇ ਕੋ ਮਿਸ ਨਾ ਹੋ ਜਾਏ, ਉਹ ਮੇਰੇ ਨਾਲ ਕਿਸਾਨ ਅੰਦੋਲਨ ਦੇ ਜੁੜਦੀ ਹੈ ਕਿ ਸੁਪਰੀਮ ਕੋਰਟ ਨੇ ਕੱਲ ਇੱਕ ਕਿਹਾ ਸੀਗਾ, ਕੱਲ ਆਪਾਂ ਪ੍ਰੋਗਰਾਮ ਨਹੀਂ ਸੀ ਲੈ ਸਕੇ, ਉਹਦੇ ਵਿੱਚ ਉਹਨਾਂ ਕਿਹਾ ਕਿ 2 ਹਫ਼ਤਿਆਂ 'ਚ ਕੇਂਦਰ ਸਰਕਾਰ ਜਾਂ ਤੇ ਕਿਸਾਨਾਂ ਦਾ ਮਸਲਾ ਹੱਲ ਕਰੇ ਜਾਂ ਸੜਕਾਂ ਖਾਲੀ ਕਰਾਵੇ। ਇਹਨੂੰ ਕਿੱਦਾਂ ਲਿਆ ਜਾ ਰਿਹਾ? ਕੁਝ ਕਿਸਾਨ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਸ਼ਹਿ ਦੇ ਰਹੀ ਆ ਕਿ ਸਰਕਾਰ ਹੁਣ ਸੜਕਾਂ ਖਾਲੀ ਕਰਾ ਲਏ ਕਿਸੇ ਤਰੀਕੇ ਨਾਲ, ਤੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਲਈ ਇਹ ਕਸੂਤੀ ਸਥਿਤੀ ਆ ਕਿ 15 ਦਿਨਾਂ 'ਚੋਂ ਕੀ ਕਰ ਸਕਦੀ ਆ, ਜਾਂ ਤਾਂ ਫਿਰ ਬਿੱਲ ਵਾਪਸ ਲਏ ਤੇ ਜਾਂ ਫਿਰ ਸੜਕਾਂ ਖਾਲੀ ਕਰਾਵੇ। ਫਿਰ ਇਹ ਕਿੱਦਾਂ ਹੋਏਗਾ ਸਾਰਾ ਕੁਝ? ਅੱਜ ਕੱਲ੍ਹ ਤਾਂ ਸਰਕਾਰ ਮੈਨੂੰ ਲੱਗਦਾ ਕਿ ਇਹਦੇ ਤੇ ਸ਼ਾਇਦ ਕੋਈ ਨਾ ਕੋਈ ਆਪਣਾ ਤਰਕ ਦੇਏਗੀ। ਤਰਕ ਇਸ ਕਿਸਮ ਦਾ ਹੋ ਸਕਦਾ ਹੈ ਵੀ ਠੀਕ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ, ਤੇ ਅਸੀਂ ਫਿਰ ਤੋਂ ਕਿਸਾਨ ਜਿਹੜਾ ਅੰਦੋਲਨ 'ਚ ਜਿਹੜੇ ਐਕਟਿਵ ਲੋਕ ਨੇ ਜਾਂ ਸਰਗਰਮ ਜਥੇਬੰਦੀਆਂ ਉਹਨਾਂ ਦੇ ਆਗੂਆਂ ਨੂੰ ਫਿਰ ਤੋਂ ਸੰਵਾਦ ਸ਼ੁਰੂ ਕਰਾਂਗੇ, ਗੱਲਬਾਤ ਸ਼ੁਰੂ ਕਰਾਂਗੇ। ਸ਼ਾਇਦ ਇੱਦਾਂ ਦਾ ਉਹ ਕੋਈ ਨਾ ਕੋਈ ਸਰਕਾਰ ਵੱਲੋਂ ਕਿਹਾ ਜਾ ਸਕਦਾ। ਤੇ ਮੈਨੂੰ ਲੱਗਦਾ ਹੈ ਵੀ ਭਾਵੇਂ ਸੁਪਰੀਮ ਕੋਰਟ ਨੇ ਕਿਹਾ ਕਿ 2 ਹਫ਼ਤਿਆਂ ਦੇ ਵਿੱਚ ਤੁਸੀਂ ਇਹ ਦੇਖੋ ਤੇ ਦੱਸੋ, ਪਰ ਕੋਈ ਜ਼ਬਰਦਸਤੀ ਜਿਹੜੀ ਆ ਕਿਸਾਨ ਆਗੂਆਂ ਦੇ ਨਾਲ ਜਾਂ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਲੋਕ ਉੱਥੇ ਬੈਠੇ ਆ ਉਹਨਾਂ ਨਾਲ ਕਰਨ ਦਾ ਸਮਾਂ ਹੁਣ ਲੰਘ ਗਿਆ ਮੇਰਾ ਖਿਆਲ, ਕਿਉਂਕਿ ਚੋਣਾਂ ਹੁਣ ਬਹੁਤ ਨੇੜੇ ਆਉਂਦੀਆਂ ਜਾ ਰਹੀਆਂ ਤੇ ਪੰਜਾਬ ਦੇ ਐਕਸਪੀਰੀਅੰਸ ਤੋਂ ਵੀ ਸ਼ਾਇਦ ਕੇਂਦਰ ਸਰਕਾਰ ਕੁਝ ਨਾ ਕੁਝ ਸੋਚ ਰਹੀ ਹੋਏਗੀ। ਇੱਕ ਦਬਾਅ ਪੰਜਾਬ ਨੇ ਜਿਸ ਢੰਗ ਦੇ ਨਾਲ ਇਹਨੂੰ ਹੈਂਡਲ ਕੀਤਾ ਹੈ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਦੇ ਅੰਦੋਲਨ ਨੂੰ, ਸ਼ਾਇਦ ਇਹਦੇ ਤੋਂ ਵੀ ਕੁਝ ਨਾ ਕੁਝ ਸਿੱਖੇਗੀ ਸਰਕਾਰ ਕੇਂਦਰ ਦੀ ਤੇ ਉਹ ਮਜਬੂਰ ਹੋਏਗੀ ਗੱਲਬਾਤ ਲਈ। ਸੋ ਮੈਨੂੰ ਲੱਗਦਾ ਕੋਰਟ ਨੂੰ ਵੀ ਸ਼ਾਇਦ ਉਹ ਇੱਦਾਂ ਦਾ ਹੀ ਹਲਫਨਾਮਾ ਕੋਈ ਦੇ ਸਕਦੇ ਆ ਵੀ ਅਸੀਂ ਗੱਲਬਾਤ ਫਿਰ ਤੋਂ ਸ਼ੁਰੂ ਕਰ ਰਹੇ ਹਾਂ, ਵੀ ਛੇਤੀ ਇਸ ਮਸਲੇ ਨੂੰ ਹੱਲ ਕਰਾਂਗੇ। ਉਂਝ ਇਹ ਹੈ ਵੀ ਇੱਕ ਦਬਾਅ ਤਾਂ ਬਣਿਆ ਸਰਕਾਰ ਤੇ ਸੁਪਰੀਮ ਕੋਰਟ ਦਾ ਵੀ ਤੇ ਇੱਧਰੋਂ ਵੀ ਅੰਦੋਲਨ ਦਾ ਵੀ ਇੱਕ ਦਬਾਅ ਆ। ਸੋ ਮੈਨੂੰ ਲੱਗਦਾ ਕਿ ਜੇ ਤਾਂ ਅਕਲਮੰਦੀ ਹੋਏਗੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ, ਫਿਰ ਤਾਂ ਦੁਬਾਰਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਉਹ ਗੱਲਬਾਤ ਦਾ ਰਸਤਾ ਅਖਤਿਆਰ ਕਰਨਗੇ। ਜੇ ਉਹੀ ਜ਼ਿੱਦ ਰੱਖਣੀ ਹੈ ਤੇ ਉਹੀ ਰਵੱਈਆ ਰੱਖਣਾ ਆ, ਜਿਸ ਕਿਸਮ ਦਾ ਰਵੱਈਆ ਹੁਣ ਤੱਕ ਦਿਖਾਇਆ 11 ਮੀਟਿੰਗਾਂ ਤੋਂ ਬਾਅਦ, ਜਿਹੜਾ ਲਗਾਤਾਰ 26 ਜਨਵਰੀ ਤੋਂ ਬਾਅਦ ਜਿੱਦਾਂ ਦਾ ਰਵੱਈਆ ਹੈ ਵੀ ਸੁਣਨੀ ਹੋਈ ਨਹੀਂ ਕੋਈ ਗੱਲ, ਫਿਰ ਇਹਦੇ ਨਾਲ ਕਿਸਾਨ ਜਿਹੜੇ ਬੈਠੇ ਆ ਉੱਥੇ ਜਾਂ ਕਿਸਾਨ ਜਥੇਬੰਦੀਆਂ ਜਾਂ ਅੰਦੋਲਨ, ਉਹਦਾ ਨੁਕਸਾਨ ਘੱਟ ਹੈ, ਉਹਨੂੰ ਫਾਇਦਾ ਜ਼ਿਆਦਾ ਹੈ। ਉਹਨਾਂ ਦਾ ਅੰਦੋਲਨ ਹੋਰ ਮਜ਼ਬੂਤ ਹੋਏਗਾ। ਮੈਂ ਤੁਹਾਨੂੰ ਜ਼ਿਕਰ ਕੀਤਾ ਵੀ ਹੋ ਸਕਦਾ ਜ਼ਬਰਦਸਤੀ ਵੀ ਕੀਤੀ ਜਾ ਸਕੇ, ਪਰ ਜ਼ਬਰਦਸਤੀ ਸ਼ਾਇਦ ਉਹ ਨਾ ਕਰਨ ਕਿਉਂਕਿ ਉਹ ਉਹਨਾਂ ਨੂੰ ਭਾਰੀ ਪੈ ਸਕਦੀ ਹੈ। ਪਰ ਜੇ ਜ਼ਬਰਦਸਤੀ ਵੀ ਕੀਤੀ ਗਈ, ਟਕਰਾਅ ਵੀ ਕੀਤਾ ਗਿਆ, ਕੋਈ ਹਿੰਸਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਤਾਂ ਫਿਰ ਰੂਪ ਬਦਲੇਗਾ ਇਸ ਅੰਦੋਲਨ ਦਾ, ਇਹਦੀ ਕਾਇਆ ਬਦਲ ਜਾਏਗੀ। ਪਰ ਸੁਪਰੀਮ ਕੋਰਟ ਦਾ ਹੋਰ ਜ਼ਿਆਦਾ ਖਤਰਨਾਕ ਹੋ ਜਾਏਗਾ ਭਾਰਤੀ ਜਨਤਾ ਪਾਰਟੀ ਲਈ। ਦਸਾਂਝ ਸਾਹਿਬ, ਸੁਪਰੀਮ ਕੋਰਟ ਦਾ ਦੂਰਾ ਰਵੱਈਆ ਨਹੀਂ ਲੱਗਦਾ ਤੁਹਾਨੂੰ ਵੀ ਇੱਕ ਪਾਸੇ ਸੜਕਾਂ ਦੀ ਕਿਸੇ ਨੇ ਰਿਟ ਪਾਤੀ ਕਿ ਸੜਕਾਂ ਬੰਦ ਨੇ, ਸੜਕ ਤੇ ਕਿਤੇ ਬੰਦ ਕੋਈ ਨਹੀਂ, ਲੋਕ ਕਹਿ ਰਹੇ ਨੇ ਜੀ ਸਾਨੂੰ ਇਹ ਪਰੇਸ਼ਾਨੀ ਹੋ ਰਹੀ ਆ। ਇਹ ਵੀ ਇੱਕ ਤਰ੍ਹਾਂ ਐ ਨਹੀਂ ਲੱਗਦਾ ਕਿ ਸਰਕਾਰ ਵੱਲੋਂ ਹੀ ਕੁਝ ਲੋਕਾਂ ਨੂੰ ਉਤਸ਼ਾਹ ਦੇ ਕੇ ਇਸ ਤਰ੍ਹਾਂ ਦੀ ਰਿਟ ਪਾਈ ਜਾਂਦੀ ਆ ਤੇ ਫਿਰ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਆ, ਤੇ ਸੁਪਰੀਮ ਕੋਰਟ ਵੀ ਦੂਰੀ ਗੱਲ ਕਰਦੀ ਆ, ਸਿੱਧੀ ਗੱਲ ਕਿਉਂ ਨਹੀਂ ਕਰਦੀ ਕਿ ਕਿਸਾਨ ਮਸਲਾ ਹੱਲ ਕਰੇ, ਸਾਡੀ ਨਿਗਰਾਨੀ ਥੱਲੇ ਕਰ ਲੇ? ਸੁਪਰੀਮ ਕੋਰਟ ਵੀ ਇਹਦੇ ਵਿੱਚ ਵਿਚਾਲੇ ਰੱਖ ਰਹੀ ਹੈ ਨਾ ਕਿਤੇ। ਬਿਲਕੁਲ, ਇਹ ਤਾਂ ਦੇਖੋ ਸੁਪਰੀਮ ਕੋਰਟ ਦੇ ਹਰ ਬੈਂਚ ਦੀ ਆਪਣੀ ਆਪਣੀ ਵੱਖਰੀ ਰਾਏ ਕਈ ਵਾਰੀ ਆ ਜਾਂਦੀ ਹੈ। ਇਹ ਤਾਂ ਸਾਰਿਆਂ ਨੂੰ ਸਾਫ਼ ਹੈ, ਸੁਪਰੀਮ ਕੋਰਟ ਨੂੰ ਵੀ ਤਾਂ ਸਾਫ਼ ਹੈ ਵੀ ਬੈਰੀਕੇਡਿੰਗ ਕਿਹਨੇ ਕੀਤੀ ਹੋਈ ਆ, ਉਹ ਸਰਕਾਰ ਨੇ ਕੀਤੀ ਹੈ, ਪੁਲਿਸ ਐਡਮਿਨਿਸਟ੍ਰੇਸ਼ਨ ਨੇ ਕੀਤੀ ਹੈ ਨਾ। ਕਿਸਾਨਾਂ ਨੇ ਤਾਂ ਰਸਤਾ ਵੀ ਦਿੱਤਾ ਹੋਇਆ ਸੀ, ਕਿੱਲਾਂ ਕਿਹਨੇ ਠੋਕੀਆਂ, ਸਪੈਸ਼ਲੀ 26 ਜਨਵਰੀ ਤੋਂ ਬਾਅਦ ਜੋ 28 ਜਨਵਰੀ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਤੋਂ ਬਾਅਦ ਗਾਜ਼ੀਪੁਰ ਤੋਂ ਲੈ ਕੇ ਕੁੰਡਲੀ ਬਾਰਡਰ ਤੇ ਟਿਕਰੀ ਬਾਰਡਰ ਤੱਕ
ਜਿਹੜੀਆਂ ਕਿੱਲਾਂ ਇਸ ਢੰਗ ਨਾਲ ਠੋਕ ਦਿੱਤੀਆਂ ਗਈਆਂ ਵੀ ਜਿਵੇਂ ਕਿਸੇ ਬਗਾਨੇ ਮੁਲਕ ਦੇ ਲੋਕ ਇੱਥੇ ਆ ਗਏ ਹੁੰਦੇ ਆ, ਤੇ ਤਾਂ ਬਾਰਡਰ ਤੇ ਵੀ ਹੈ ਨਹੀਂ, ਬੈਰੀਕੇਡਿੰਗ ਵੀ, ਰਸਤੇ ਵੀ ਸਾਰੇ ਜਾਮ ਜੇ ਕੀਤੇ ਆ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਕਰਵਾਏ ਗਏ ਆ। ਕਿਸਾਨਾਂ ਨੇ ਤਾਂ ਕਿਸੇ ਨੇ ਰੋਕਿਆ ਹੀ ਨਹੀਂ, ਕਿਸਾਨ ਬੈਠੇ ਆ, ਰਸਤਾ ਵੀ ਦਿੱਤਾ ਹੋਇਆ ਸੀ, ਸਗੋਂ ਈਵਨ ਪੈਦਲ ਚੱਲਣ ਵਾਲਾ ਰਸਤਾ ਵੀ ਰੋਕ ਦਿੱਤਾ ਗਿਆ ਸੀ ਉਸ ਤੋਂ ਬਾਅਦ। ਸੋ ਇਹ ਸਾਰਾ ਕੁਝ ਸੁਪਰੀਮ ਕੋਰਟ ਵੀ ਤਾਂ ਦੇਖ ਹੀ ਰਹੀ ਹੈ। ਸੋ ਸੁਪਰੀਮ ਕੋਰਟ ਨੂੰ ਕਲੀਅਰ ਕੱਟ ਇਹਦੇ ਤੇ ਮੈਨੂੰ ਲੱਗਦਾ ਹੈ ਕਹਿਣਾ ਚਾਹੀਦਾ ਸੀ, ਮਤਲਬ ਵਿੱਚ ਵਿਚਾਲਾ ਰਸਤਾ ਅਖਤਿਆਰ ਕਰਨ ਦੀ ਥਾਂ ਦੇ ਉੱਤੇ ਵੀ ਹਾਂ ਬੇਸ਼ੱਕ ਸਾਡੀ ਨਿਗਰਾਨੀ 'ਚ ਕਰੋ, ਇਹ ਮਸਲਾ ਹੱਲ ਕਰੋ ਤੁਸੀਂ। ਜੀ ਐਡਾ ਵੱਡਾ, ਜੀ ਬਿਲਕੁਲ ਐਡਾ ਵੱਡਾ ਅੰਦੋਲਨ ਹੋਵੇ ਜਿਹਨੂੰ ਦੁਨੀਆ ਸਾਰੀ ਵੇਖ ਰਹੀ ਆ, ਦੁਨੀਆ ਭਰ ਦੀ ਕਿਸਾਨੀ, ਅਮਰੀਕਾ, ਕੈਨੇਡਾ, ਦੁਨੀਆ, ਯੂਰਪ ਦੇ ਕਿਸਾਨ ਵੀ ਸਾਰੇ ਜਿਹੜੇ ਆ ਉਹਨੂੰ ਦੇਖ ਰਹੇ ਆ, ਉੱਤੇ ਨਿਗਾਹ ਰੱਖ ਰਹੇ ਆ। ਆਪਾਂ ਕਈ ਵਾਰ ਗੱਲ ਕੀਤੀ ਆ ਕਿ ਇਹ ਐਸਾ ਇਤਿਹਾਸ ਬਣ ਰਿਹਾ ਜਿਹੜਾ ਯੂਨੀਵਰਸਿਟੀਆਂ ਦੇ ਸਿਲੇਬਸ 'ਚ ਲੱਗੇਗਾ ਅੱਗੇ ਚੱਲ ਕੇ, ਕਿ ਕਿਸ ਤਰ੍ਹਾਂ ਦੀ ਇੱਕ ਵੱਡਾ ਅੰਦੋਲਨ ਲੜ ਕੇ ਲੋਕਾਂ ਨੇ ਆਪਣੇ ਹੱਕ ਪ੍ਰਾਪਤ ਕੀਤੇ ਸੀ। ਤੇ ਸੁਪਰੀਮ ਕੋਰਟ ਨੂੰ ਕੋਈ ਨਜ਼ਰ ਹੀ ਨਹੀਂ ਆ ਰਿਹਾ। ਅਖਬਾਰ 'ਚ ਇੱਕ ਛੋਟੀ ਜਿਹੀ ਖਬਰ ਲੱਗਦੀ ਆ, ਉਹਦਾ ਸੂਹ ਮਾਰੋ ਨੋਟਿਸ ਲੈ ਲਿਆ ਜਾਂਦਾ ਜੀ, ਅਸੀਂ ਉਹ ਅਖਬਾਰ ਦੀ ਕਾਤਰ ਵੇਖ ਕੇ ਹੀ ਨੋਟਿਸ ਲੈ ਲਿਆ ਸੀ। ਤੇ ਜਿਹੜੇ ਹਜ਼ਾਰਾਂ ਲੱਖਾਂ ਲੋਕ 9 ਮਹੀਨਿਆਂ ਤੋਂ, ਉਹ ਤੋਂ ਵੀ ਜ਼ਿਆਦਾ ਸਮੇਂ ਤੋਂ ਸੜਕਾਂ ਤੇ ਬੈਠੇ ਆ, ਤੇ ਸੁਪਰੀਮ ਕੋਰਟ ਨੂੰ ਉਹ ਸ਼ਾਇਦ ਨਜ਼ਰ ਨਹੀਂ ਆਉਂਦੇ, ਸੜਕ ਬੰਦ ਹੋਈ ਨਜ਼ਰ ਆਉਂਦੀ, ਉਹ ਅਸੁਵਿਧਾ ਨਜ਼ਰ ਆਉਂਦੀ ਆ, ਪਰ ਜਿਹੜੇ ਕਰੋੜਾਂ ਲੋਕਾਂ ਦੀ ਰੋਜ਼ੀ ਰੋਟੀ ਦਾ ਸਵਾਲ ਆ ਉਹ ਨਜ਼ਰ ਕਿਉਂ ਨਹੀਂ ਆਉਂਦਾ? ਬਿਲਕੁਲ ਬੜਾ ਵਾਜਬ ਸਵਾਲ ਹੈ। ਸ਼ਾਇਦ ਇਹਦੇ ਤੇ ਵੱਖ-ਵੱਖ ਜਿਹੜੇ ਕਿਸਾਨ ਜਥੇਬੰਦੀਆਂ ਤਾਂ ਡਾਇਰੈਕਟਲੀ ਆਪਣੀ ਲੜਾਈ ਲੜ ਰਹੀਆਂ, ਪਰ ਕੁਝ ਲੋਕ ਜਿਹੜੇ ਆ ਵਕੀਲਾਂ ਦੇ ਪੈਨਲ ਆ, ਮੈਨੂੰ ਲੱਗਦਾ ਕਿ ਇਹਦੇ ਤੇ ਵੀ ਕੁਝ ਧਿਆਨ ਦਿੱਤਾ ਜਾਏਗਾ ਕਿ ਆਪਣਾ ਪੱਖ ਵੀ ਜਿਹੜਾ ਆ, ਕਿਸਾਨ ਜਥੇਬੰਦੀਆਂ ਦਾ ਪੱਖ ਜਾਂ ਕਿਸਾਨਾਂ ਦਾ ਪੱਖ ਵੀ ਰੱਖਣ ਵਾਸਤੇ ਜ਼ਰੂਰ ਅਦਾਲਤ ਵੱਲ ਜਾਣ ਦੀ ਲੋੜ ਰਹਿੰਦੀ ਹੈ। ਇਹਦੇ 'ਚ ਮੈਨੂੰ ਲੱਗਦਾ ਵੱਖਰੇ ਤੌਰ ਦੇ ਉੱਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਇੱਕ ਵਕੀਲਾਂ ਦਾ ਪੂਰਾ ਜਥਾ ਕਈ ਵਾਰੀ ਆਉਂਦਾ ਉੱਥੇ, ਉਹ ਕਹਿੰਦੇ ਆ ਵੀ ਅਸੀਂ ਤਾਂ ਕਿਸਾਨ ਅੰਦੋਲਨ ਦੇ ਨਾਲ ਹੈ। ਇੱਕ ਵਕੀਲ ਦਾ ਨਾਮ ਹੈ ਭੁੱਲ ਗਿਆ, ਮੈਂ ਵੀ ਉਹਨੂੰ ਇੰਟਰਵਿਊ ਕੀਤਾ ਸੀ, ਉਹ ਬੜਾ ਤਿੱਖਾ ਬੋਲਦੇ ਆ ਸਰਕਾਰ ਦੇ ਖਿਲਾਫ ਤੇ ਕਿਸਾਨਾਂ ਦੇ ਹੱਕ 'ਚ ਬੋਲਦੇ ਆ। ਤੇ ਪਰ ਜਿਹੜੇ ਏਦਾਂ ਦੇ ਮਾਮਲੇ ਵਿੱਚ ਮੈਨੂੰ ਲੱਗਦਾ ਉਹਨਾਂ ਨੂੰ, ਜਿਹੜੇ ਉਹਨਾਂ ਦੇ ਆਪਣੇ ਪੈਨਲ ਬਣੇ ਹੋਏ ਆ ਜਾਂ ਜਿਹੜੇ ਡਟ ਕੇ ਖੜੇ ਆ ਇਸ ਅੰਦੋਲਨ 'ਚ, ਉਹਨਾਂ ਨੂੰ ਸ਼ਾਇਦ ਇਸ ਲੈਵਲ ਦੇ ਉੱਤੇ ਫੇਸ ਕਰਨਾ ਚਾਹੀਦਾ ਏਦਾਂ ਦੇ ਮਾਮਲਿਆਂ ਨੂੰ। ਉਹਨਾਂ ਨੂੰ ਵੀ ਪਟੀਸ਼ਨਾਂ ਪਾਉਣਾ ਚਾਹੀਦਾ। ਗੱਲੀ ਬਾਤੀ ਹਮਾਇਤ ਕਰਨਾ ਹੋਰ ਗੱਲ ਹੁੰਦੀ ਹੈ, ਜਿਹੜੀ ਏਦਾਂ ਦੀ ਕਾਨੂੰਨੀ ਮਦਦ ਹੈ ਉਹ ਸ਼ਾਇਦ ਉਹਨਾਂ ਨੂੰ ਦੇਣ ਦੀ ਜ਼ਰੂਰਤ ਆ ਆਪਣੇ ਲੈਵਲ ਦੇ ਉੱਤੇ, ਕਿਉਂਕਿ ਕਿਸਾਨਾਂ ਨੇ ਜਾਂ ਜਥੇਬੰਦੀਆਂ ਨੇ ਖੁਦ ਤਾਂ ਇਸ ਪਾਸੇ ਵੱਲ ਵਧਣਾ ਨਹੀਂ ਹੈ। ਉਹ ਸਮਝਦੇ ਆ ਸਾਡੀ ਲੜਾਈ ਜਨਤਕ ਹੈ, ਜਨਤਕ ਤੌਰ ਤੇ ਅਸੀਂ ਲੜਾਂਗੇ। ਜਿਹੜੇ ਵਾਕਈ ਤੁਸੀਂ ਕਹਿ ਰਹੇ ਹੋ, ਜਿਹੜੇ ਐਕਸਪਰਟ ਨੇ ਉਹਨਾਂ ਨੂੰ ਆਪਣੇ ਲੈਵਲ ਤੇ ਕਿਸਾਨ ਜਥੇਬੰਦੀਆਂ ਤੋਂ ਬਾਹਰੀ ਹੋ ਕੇ ਜਿਹੜਾ ਕਾਨੂੰਨੀ ਦਾਅ ਪੇਚ ਨੇ ਉਹ ਵੀ ਅਪਣਾਉਣ ਦੀ ਲੋੜ ਹੈ। ਸ਼ੁਰੂਆਤੀ ਦੌਰ 'ਚ ਸ਼ੁਰੂ ਹੋਈ ਵੀ ਸੀ ਗੱਲ, ਪਰ ਕਿਸਾਨ ਜਥੇਬੰਦੀਆਂ ਨੇ ਕਲੀਅਰ ਕਰਤਾ ਕਿ ਅਸੀਂ ਕੋਰਟ ਨਾਲ ਨਹੀਂ ਲੜਨਾ, ਅਸੀਂ ਜਨ ਅੰਦੋਲਨ ਜਿਹਨੂੰ ਤੁਸੀਂ ਕਹਿ ਰਹੇ ਹੋ ਉਹੀ ਕਰਨਾ ਹੈ। ਚਲੋ ਆਪਾਂ ਥੋੜੀ ਜਿਹੀ ਗੱਲ ਕੁਝ ਹੋਰ ਕਰ ਲਈਏ, ਪੰਜਾਬ ਦੀ ਸਿਆਸਤ ਦੀ ਥੋੜੀ ਜਿਹੀ ਗੱਲ ਕਰ ਲਈਏ। ਆਖਰਕਾਰ ਜਿਹੜੀ ਕਾਂਗਰਸ ਦੀ ਲੜਾਈ ਸੀਗੀ ਉਹਦਾ ਬਿਲਕੁਲ ਹੁਣ ਕੰਢੇ ਤੇ ਪਹੁੰਚ ਗਈ ਆ, ਨਤਾਰੇ ਦੇ ਨੇੜੇ ਆ। ਆਉਣ ਵਾਲੇ ਦਿਨਾਂ 'ਚ ਹੁਣ ਕੀ ਗੱਲ ਹੁੰਦੀ ਆ ਇਹ ਵੇਖਣ ਵਾਲੀ ਆ। ਜਿਵੇਂ ਕਿਹਾ ਜਾ ਰਿਹਾ ਹੈ ਕਿ ਬਗਾਵਤ ਸਿੱਧੇ ਰੂਪ 'ਚ ਹੋ ਗਈ, ਤੇ ਉਸ ਤੋਂ ਵੀ ਪਹਿਲਾਂ ਜਿਹੜੇ ਸਲਾਹਕਾਰਾਂ ਦੀ ਆਪਾਂ ਗੱਲ ਕਰ ਰਹੇ ਸੀ, ਮਾਲਵਿੰਦਰ ਮਾਲੀ ਤੇ ਗਰਗਰਾਂ ਦੀ, ਉਹਨਾਂ ਦੇ ਤਿੱਖੇ ਜਿਹੜੇ ਟਵੀਟ ਵਗੈਰਾ ਨੇ ਉਹਨਾਂ ਤੋਂ ਕੈਪਟਨ ਸਾਹਿਬ ਨੂੰ ਕਾਫੀ ਠੇਸ ਪਹੁੰਚੀ। ਉਹਨਾਂ ਨੇ ਕੁਝ ਕਿਹਾ ਤੇ ਦੁਬਾਰਾ ਫੇਰ ਖਾਸ ਕਰਕੇ ਮਾਲਵਿੰਦਰ ਮਾਲੀ ਹੋਰਾਂ ਦਾ ਜਿਹੜਾ ਐਟੀਟਿਊਡ ਸਾਹਮਣੇ ਆਇਆ, ਉਹਨਾਂ ਨੇ ਤੇ ਧੱਜੀਆਂ ਡਾਤੀਆਂ ਫੜ ਕੇ ਕੈਪਟਨ ਸਾਹਿਬ ਦੀਆਂ। ਤੇ ਕਿਤੇ ਲੱਗਦਾ ਹੈ ਵੀ ਜੋ ਮਰਜ਼ੀ ਇਹ ਲੜਾਈ, ਸਿਆਸੀ ਲੜਾਈ ਜਿਹੜੀ ਆ, ਜਿਹੜੀ ਇਹ ਸਲਾਹਕਾਰਾਂ ਦਾ ਰੋਲ ਹੈ, ਉਹ ਤੇ ਤੁਸੀਂ ਕੀ ਕਮੈਂਟ ਕਰਨਾ ਚਾਹੋਗੇ? ਤੇ ਇਹਦੇ ਨਾਲ ਜਿਹੜੀ ਬਾਗੀ ਧਿਰ ਹੈ ਉਹਨੂੰ ਕਿੰਨਾ ਕੁ ਫਾਇਦਾ ਪਹੁੰਚਿਆ ਹੋਏਗਾ? ਦੇਖੋ ਦੋ ਤਿੰਨ ਗੱਲਾਂ ਹੈ ਜੀ, ਮੈਂ ਸਮਝਦਾ ਇਹ ਹੈ ਵੀ ਤੁਸੀਂ ਇਹਦੀ ਨਾ ਟਾਈਮਿੰਗ ਦੇਖੋ। ਹਾਂਜੀ, ਮਤਲਬ 3 ਦਿਨ ਪਹਿਲਾਂ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਤੇ ਕੁਲਜੀਤ ਨਾਗਰਾ ਰਾਹੀਂ ਕੈਪਟਨ ਅਮਰਿੰਦਰ ਦੇ ਸੀਸਮਾ ਫਾਰਮ ਤੇ ਜਾ ਕੇ ਕੁਝ ਫੈਸਲੇ ਹੁੰਦੇ ਨੇ, ਸਪੈਸ਼ਲੀ 2 ਫੈਸਲੇ ਜਿਨ੍ਹਾਂ ਦਾ ਜ਼ਿਕਰ ਆਪਾਂ ਕਰ ਚੁੱਕੇ ਹਾਂ। ਫਿਰ ਮੰਤਰੀ ਬੈਠਿਆ ਕਰਨਗੇ ਜੀ, ਉਹਨਾਂ ਦਾ ਸ਼ਡਿਊਲ ਵੀ ਤੈਅ ਕਰ ਦਿੱਤਾ ਗਿਆ ਮੰਤਰੀਆਂ ਦਾ, ਕਿਹੜੀ ਤਰੀਕ ਨੂੰ ਕਿਹੜੇ ਮੰਤਰੀ ਨੇ ਬੈਠਣਾ, 11 ਵਜੇ ਤੋਂ ਲੈ ਕੇ 4-5 ਵਜੇ ਤੱਕ ਜਾਂ 3 ਵਜੇ ਤੱਕ ਲੋਕਾਂ ਦੀ ਗੱਲ ਸੁਣਨੀ ਹੈ, ਕਾਂਗਰਸੀ ਵਰਕਰਾਂ ਦੀ ਗੱਲ ਸੁਣਨੀ ਹੈ। ਦੂਜਾ ਇੱਕ ਪੈਨਲ ਬਣਾ ਦਿੱਤਾ ਗਿਆ 10 ਮੈਂਬਰੀ, ਜਿਹਨੂੰ ਚੇਅਰ ਕਰਨਾ ਕੈਪਟਨ ਅਮਰਿੰਦਰ ਨੇ, ਤੇ ਉਹਦੇ 'ਚ ਨਵਜੋਤ ਸਿੰਘ ਸਿੱਧੂ ਵੀ ਆ, ਪ੍ਰਗਟ ਸਿੰਘ ਵੀ ਆ, 4 ਕਾਰਜਕਾਰੀ ਪ੍ਰਧਾਨ ਵੀ ਹੈ, ਬ੍ਰਹਮਿੰਦਰਾ ਵੀ ਹੈ, ਮਨਪ੍ਰੀਤ ਬਾਦਲ ਵੀ ਹੈ। ਉਹ ਐਕਸਰਸਾਈਜ਼ ਜਿਹੜੀ ਆ ਉਹ ਜਦੋਂ ਹੋਈ ਤੇ ਬੜਾ ਇਸ ਤਰ੍ਹਾਂ ਦੀ ਗੱਲ ਚੱਲੀ ਵੀ ਇਹ ਤਾਂ ਡਰਾਸਟਿਕ ਚੇਂਜ ਆ ਗਈ, ਅਚਾਨਕ ਹੀ ਇਹ ਸਾਰਾ ਕੁਝ ਕਿੱਦਾਂ ਬਦਲ ਗਿਆ। ਤੇ ਸੱਚਮੁੱਚ ਉਹ ਸ਼ਾਇਦ ਇੱਕ ਐਕਸਰਸਾਈਜ਼ ਸੀ ਵੀ ਹਾਂ
ਵੀ ਥੋੜਾ ਜਿਹਾ ਇਦਾਂ ਦਾ ਦਿਖਾਵੇ ਦੀ ਰਾਜਨੀਤੀ ਸਹੀ, ਪਰ ਲੋਕਾਂ 'ਚ ਗੱਲ ਜਾਵੇ ਹੁਣ ਇਕੱਠੇ ਆ ਤੇ ਕਾਂਗਰਸ ਰਿਪੀਟ ਹੋਵੇ। ਰਿਪੀਟ ਹੋਣ ਤੋਂ ਬਾਅਦ ਦੇਖੀ ਜਾਊਗੀ ਜਿਹੜਾ ਮੁੱਖ ਮੰਤਰੀ ਵਾਲਾ ਮਸਲਾ। ਸ਼ਾਇਦ ਉੱਤੋਂ ਇਦਾਂ ਦੀ ਇੱਕ ਰਣਨੀਤੀ ਘੜ ਕੇ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੱਤੀ ਗਈ ਸੀ ਤੇ ਕੈਪਟਨ ਨੂੰ ਵੀ ਕਿਹਾ ਗਿਆ ਸੀ ਵੀ ਕੈਪਟਨ ਤਾਂ ਪਹਿਲੇ ਹੀ ਇੱਕ ਕਿਸਮ ਦਾ ਬੈਕਫੁੱਟ ਤੇ ਦਿਖਾਈ ਦੇ ਰਹੇ ਸੀ। ਉਹ ਕਹਿੰਦੇ ਸੀ ਸਾਨੂੰ ਜਥੇਬੰਦੀ ਨੂੰ, ਪਾਰਟੀ ਨੂੰ ਤੇ ਸਰਕਾਰ ਨੂੰ ਮਿਲ ਕੇ ਚੱਲਣਾ ਚਾਹੀਦਾ। ਉਸ ਦਿਨ ਇਦਾਂ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ। ਨਵਜੋਤ ਸਿੰਘ ਸਿੱਧੂ ਇੱਕ ਸਟੈਪ ਪਿੱਛੇ ਆ ਤੇ ਸਾਡਾ ਮੰਨਣਾ ਉਦੋਂ ਵੀ ਇਹੀ ਸੀ ਵੀ ਇਹ ਟੈਂਪਰੇਰੀ ਹੈ, ਸਥਾਈ ਨਹੀਂ ਹੈ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਚੀਜ਼ਾਂ ਫੇਰ ਤੋਂ ਹੋਣੀਆਂ, ਪਰ ਸਾਡਾ ਮੰਨਣਾ ਇਹ ਸੀ ਵੀ ਸ਼ਾਇਦ ਥੋੜਾ ਸਮਾਂ ਏਦਾਂ ਚੱਲੇਗਾ ਤੇ ਜਦੋਂ ਟਿਕਟਾਂ ਦੀ ਵੰਡ ਹੋਏਗੀ ਤੇ ਫਿਰ ਚੀਜ਼ਾਂ ਖਿਲਰ ਜਾਣਗੀਆਂ। ਪਰ ਦੂਸਰੇ ਹੀ ਦਿਨ ਜਿਹੜਾ ਸਲਾਹਕਾਰ ਵਾਲਾ ਇਸ਼ੂ ਆ ਉਹ ਸਾਹਮਣੇ ਆ ਗਿਆ। ਕੈਪਟਨ ਅਮਰਿੰਦਰ ਨੇ ਬਕਾਇਦਾ ਪ੍ਰੈਸ ਬਿਆਨ ਰਿਲੀਜ਼ ਕਰਤਾ, ਉਹਦੇ ਤੇ ਬੜਾ ਸਖਤ ਇਤਰਾਜ਼ ਕੀਤਾ। ਦੋ ਸਲਾਹਕਾਰਾਂ ਦੇ ਉੱਤੇ ਵੀ, ਪਾਕਿਸਤਾਨ ਦੇ ਇਸ਼ੂ ਦੇ ਉੱਤੇ ਪਿਆਰੀ ਲਾਲ ਗਰਗ ਤੇ ਕਸ਼ਮੀਰ ਦੇ ਇਸ਼ੂ ਦੇ ਉੱਤੇ ਮਾਲਵਿੰਦਰ ਸਿੰਘ ਮਾਲੀ ਜਿਹੜੇ ਆ ਉਹਨਾਂ ਨੇ, ਕੈਪਟਨ ਨੇ ਕਿਹਾ ਵੀ ਇਹਨਾਂ ਨੂੰ ਸਲਾਹਕਾਰਾਂ ਦੀ ਭੂਮਿਕਾ 'ਚ ਰਹਿਣਾ ਚਾਹੀਦਾ। ਜਿਹੜੇ ਕੋਈ ਵਿਵਾਦਗ੍ਰਸਤ ਮੁੱਦੇ ਆ ਉਹਨਾਂ ਤੇ ਇਸ ਤਰ੍ਹਾਂ ਦੀ ਰਾਏ ਰੱਖਣ ਦੀ ਜਿਹੜੀ ਗੱਲ ਠੀਕ ਨਹੀਂ ਹੈਗੀ। ਉਹ ਜਿਹੜੀ ਦੋ ਦਿਨ ਦੀ ਜਿਹੜੀ ਸਾਰੀ ਜਿਹੜੀ ਐਕਟੀਵਿਟੀ ਰਹੀ, ਉਹਨੇ ਮੁੱਦਾ ਭਖਾਤਾ ਤੇ ਮੁੱਦੇ ਨੂੰ ਬਣਾਤਾ ਇੱਕ ਕਿਸਮ ਦਾ ਨੈਸ਼ਨਲ। ਵਿਰੋਧੀ ਪਾਰਟੀਆਂ ਨੇ ਵੀ ਚੱਕ ਲਿਆ ਸਾਰੇ ਹਥਿਆਰ ਕਾਂਗਰਸ ਦੇ ਦੁਆਲੇ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹਨਾਂ ਦੀ ਸਥਿਤੀ ਥੋੜੀ ਔਕਵਰਡ ਹੋ ਗਈ, ਕਿਉਂਕਿ ਜਿਹੜਾ ਮਾਲਵਿੰਦਰ ਸਿੰਘ ਮਾਲੀ ਦਾ ਜਿਹੜਾ ਕਿੱਲਾ ਕਸ਼ਮੀਰ ਦਾ ਜਿਹੜਾ ਮਾਮਲੇ ਤੇ ਜਿਹੜਾ ਇੱਕ ਬਿਆਨ ਸੀਗਾ, ਉਹਦੇ ਤੇ ਜੇ ਉਹ ਰਹਿੰਦੇ ਖੜੇ ਤਾਂ ਸ਼ਾਇਦ ਇੰਨਾ ਨਾਮ ਹੁੰਦਾ। ਉਹਨਾਂ ਨੇ ਕੀ ਕੀਤਾ, ਆਪਣੇ ਫੇਸਬੁੱਕ ਪੇਜ ਦੇ ਉੱਤੇ ਜਨਤਕ ਪੈਗਾਮ ਇੱਕ ਪਰਚਾ ਉਹ ਕੱਢਦੇ ਹੁੰਦੇ ਸੀ, ਉਹ ਪੁਰਾਣੇ ਪਰਚੇ ਦਾ ਕਵਰ ਪੇਜ ਲਾ ਦਿੱਤਾ ਜਿਸ 'ਚ ਸ਼੍ਰੀਮਤੀ ਇੰਦਰਾ ਗਾਂਧੀ ਹੈ, ਕਾਰਟੂਨ ਦੇ ਰੂਪ ਦੇ ਵਿੱਚ ਹੱਥ 'ਚ ਬੰਦੂਕ ਹੈ, ਉੱਤੇ ਮਨੁੱਖੀ ਖੋਪੜੀ ਹੈ। ਉਹਨੇ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਹਾਈ ਕਮਾਂਡ ਤੱਕ ਉਹਨੂੰ ਪਰੇਸ਼ਾਨ ਕੀਤਾ ਤੇ ਉਹਨਾਂ ਨੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਵੀ, ਤੇ ਉਹ ਜਦੋਂ ਘਿਰਦੇ ਜਿਹੇ ਨਜ਼ਰ ਆ ਰਹੇ ਸੀ ਵੀ ਜਿਹਨਾਂ ਦਾ ਹੱਥ ਉੱਪਰ ਦਿਖਾਈ ਦੇ ਰਿਹਾ ਸੀ ਨਵਜੋਤ ਸਿੰਘ ਸਿੱਧੂ ਦਾ ਕੈਪਟਨ ਦੇ ਮੁਕਾਬਲੇ, ਉਹ ਅਚਾਨਕ ਹੀ ਐ ਲੱਗਾ ਕਿ ਜਿਹੜਾ ਖਾਸ ਤੌਰ ਤੇ ਹਾਈ ਕਮਾਂਡ ਕੀ ਕਹਿ ਲਓ, ਜਿਹੜਾ ਗਾਂਧੀ ਪਰਿਵਾਰ ਹੈ ਉਹ ਤੇ ਅਲਾਉ ਨਹੀਂ ਕਰ ਸਕਦਾ ਵੀ ਜਿਹੜਾ ਉਹਦਾ ਸਲਾਹਕਾਰ ਹੋਵੇ ਨਵਜੋਤ ਸਿੰਘ ਸਿੱਧੂ ਦਾ, ਜੇ ਸਿੱਧੂ ਨੂੰ ਉਹਨਾਂ ਨੇ ਲਾਇਆ ਹੋਵੇ ਤੇ ਆਊਟ ਆਫ ਵੇ ਜਾ ਕੇ ਕਈ ਗੱਲਾਂ ਕੀਤੀਆਂ ਹੋਣ, ਉਹਦਾ ਸਲਾਹਕਾਰ ਉਹਨਾਂ ਦੀ ਹੀ ਪਰਿਵਾਰ ਯਾਨੀ ਪ੍ਰਿਯੰਕਾ ਤੇ ਰਾਹੁਲ ਦੀ ਦਾਦੀ ਦੀ ਦਾ ਮਜ਼ਾਕ ਉਡਾਵੇ ਜਾਂ ਉਹਨੂੰ ਇਸ ਤਰ੍ਹਾਂ ਦੋਸ਼ੀ ਕਟਹਿਰੇ ਦੇ ਰੂਪ ਦੇ ਵਿੱਚ ਖੜਾ ਕਰੇ, ਉਹ ਕਿੱਦਾਂ ਪ੍ਰਵਾਨ ਕਰ ਲੈਣ। ਤੇ ਉਹਨਾਂ ਨੇ ਤਲਬ ਵੀ ਕੀਤਾ, ਹਾਲੇ ਉਹ ਗਏ ਨਹੀਂ। ਇਹ ਸਾਰੀ ਚੀਜ਼ ਨੂੰ ਫਿਊਜ਼ ਕਰਨ ਵਾਸਤੇ ਨਹੀਂ ਤੁਸੀਂ ਦੇਖੋ ਕਿਹਾ ਜਾ ਰਿਹਾ ਕਿ 4 ਘੰਟੇ ਮੀਟਿੰਗ ਹੋਈ ਹੈ ਜੀ ਨਵਜੋਤ ਸਿੱਧੂ ਨਾਲ ਉਹਨਾਂ ਦੀ, ਉਹ ਗਏ ਕਿਉਂ ਨਹੀਂ ਗਏ ਆ 4 ਘੰਟੇ ਉਹਨਾਂ ਨਾਲ ਗੱਲਬਾਤ ਹੋਣ ਤੋਂ ਬਾਅਦ ਦੂਜਾ ਟਵੀਟ ਆਇਆ ਮਾਲੀ ਦਾ ਜਿਹੜਾ ਹੁਣ ਜਿਹਦੇ ਵਿੱਚ ਰੂਸਾ ਆਲਮ ਵਾਲਾ ਚੱਕਰ ਪਾਤਾ ਉਹਨਾਂ ਨੇ। ਜਿਹੜੀ 4 ਘੰਟੇ ਮੀਟਿੰਗ ਉਹ ਤਾਂ ਸਲਾਹਕਾਰਾਂ ਨਾਲ ਹੋਈ ਹੈ ਨਾ, ਸਲਾਹਕਾਰਾਂ ਨਾਲ। ਹਾਂਜੀ ਅੱਛਾ ਜਿਹੜਾ ਕਿਹਾ ਜਾ ਰਿਹਾ ਸੀ ਕਿ ਸਿੱਧੂ ਸਾਹਿਬ ਨੇ ਉਹਨਾਂ ਨੂੰ ਤਲਬ ਕੀਤਾ ਹੈ। ਨਹੀਂ ਉਹ ਤਾਂ ਮਾਲੀ ਨੇ ਵੀ ਬਾਅਦ ਚ ਸਪਸ਼ਟ ਕਰਤਾ ਜੀ ਸਾਡੀ ਮੀਟਿੰਗ ਤਾਂ ਪਹਿਲਾਂ ਤੋਂ ਤੈਅ ਸੀ ਕਿ ਇਸ ਮਸਲੇ ਤੇ ਥੋੜੋ ਅਸੀਂ ਤਾਂ ਕੋਈ ਹੋਰ ਮਸਲੇ ਵਿਚਾਰੇ ਆ, ਮਾਲੀ ਨੇ ਇਹ ਕਿਹਾ। ਪਰ ਜਿਹੜੀ ਹਾਈ ਕਮਾਂਡ ਨੇ ਵੀ ਤਲਬ ਕੀਤਾ ਨਵਜੋਤ ਸਿੰਘ ਸਿੱਧੂ ਨੂੰ ਇਸ ਮਸਲੇ ਤੇ। ਅੱਛਾ ਉਹ ਗਏ ਨਹੀਂ ਹਾਲੇ। ਅੱਛਾ ਠੀਕ ਹੈ। ਹਾਂਜੀ ਤੇ ਉਹ ਗਏ ਨਹੀਂ ਹਾਲੇ ਤੇ ਉਸ ਤੋਂ ਪਹਿਲਾਂ ਹੀ ਇਹ ਟਾਈਮਿੰਗ ਏਦਾਂ ਸੈੱਟ ਕਰ ਲਈ ਗਈ। ਖੁਦ ਨਵਜੋਤ ਸਿੰਘ ਸਿੱਧੂ ਉਸ ਮੀਟਿੰਗ 'ਚ ਹਾਜ਼ਰ ਨਹੀਂ ਸੀ। ਜਿਹੜੀ ਹੋਈ ਆ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ, ਬਾਜਵੇ ਦੇ ਘਰ ਸ਼ਾਇਦ ਹੋਈ ਆ, ਤ੍ਰਿਪਤਰਿੰਦਰ ਬਾਜਵੇ ਦੇ ਘਰ, ਬਾਜਵਾ ਸਾਹਿਬ ਦੇ ਘਰ ਹੋਈ ਜੀ। ਹਾਂ 4 ਮੰਤਰੀ ਤੇ 28 ਐਮਐਲਏ ਦੱਸੇ ਜਾ ਰਹੇ ਆ ਤੇ ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਜੀ ਮਤਾ ਭਾਵੇਂ ਨਹੀਂ ਪਾਸ ਕੀਤਾ ਪਰ ਇਹ ਕਹਿਤਾ ਕਿ ਸਾਨੂੰ ਇਹ ਮਨਜ਼ੂਰ ਨਹੀਂ, ਵੀ ਕੈਪਟਨ ਅਮਰਿੰਦਰ ਮਨਜ਼ੂਰ ਨਹੀਂ। ਯਾਨੀ ਇੱਕ ਇਸ਼ੂ ਜਿਹੜਾ ਫਲੋਟ ਹੋ ਰਿਹਾ ਸੀ ਜਿਸ 'ਚ ਨਵਜੋਤ ਸਿੰਘ ਸਿੱਧੂ ਹਾਈਕਮਾਨ ਦੇ ਅੱਗੇ ਜਿਹੜਾ ਆ ਉਹਨਾਂ ਲਈ ਮੁਸ਼ਕਲ ਆ ਰਹੀ ਸੀ। ਹਰੀਸ਼ ਰਾਵਤ ਨੇ ਵੀ ਕਹਿਤਾ, ਮਨੀਸ਼ ਤਿਵਾੜੀ ਨੇ ਵੀ ਟਵੀਟ ਬੜਾ ਸਖਤ ਕੀਤਾ ਵੀ ਏਦਾਂ ਦੇ ਲੋਕ ਰਹਿਣਗੇ ਕਾਂਗਰਸ ਦੇ ਵਿੱਚ, ਤੇ ਉਹ ਨਵਜੋਤ ਸਿੰਘ ਸਿੱਧੂ ਦੀ ਮੁਸ਼ਕਲ ਦੀ ਸਥਿਤੀ ਸੀ। ਉਹ ਸਾਰੀ ਚੀਜ਼ ਨੂੰ ਪਲਟਾਉਣ ਲਈ ਉਸ ਮੁੱਦੇ ਤੋਂ ਵੱਡਾ ਮੁੱਦਾ ਖੜਾ ਕਰ ਦਿੱਤਾ ਵੀ ਹਾਂ ਸਾਨੂੰ ਤਾਂ ਕੈਪਟਨ ਮਨਜ਼ੂਰ ਨਹੀਂ, ਕੈਪਟਨ ਬਦਲੇਗਾ ਤਾਂ ਪੰਜਾਬ ਬਦਲੇਗਾ। ਇੱਥੇ ਤਾਂ ਗੱਲ ਲਿਆ ਦਿੱਤੀ ਗਈ ਹੈ। ਸੋ ਇੱਕ ਤਾਂ ਇਹ ਹੈ ਵੀ ਟਾਈਮਿੰਗ ਸਾਨੂੰ ਇਹ ਦੇਖਣੀ ਚਾਹੀਦੀ ਹੈ। ਦੂਜੀ ਗੱਲ ਹੈ ਕਿ ਦੇਰ ਰਾਤ ਮੈਂ ਉਹ ਜਿਹੜੀ ਖਬਰ ਸੁਣੀ ਸੌਣ ਤੋਂ ਪਹਿਲਾਂ ਵੀ ਜਿਹੜੇ 28 ਐਮਐਲਏ ਸੀਗੇ ਉਹਦਾ ਚੋਂ 7 ਐਮਐਲਏ ਜਿਹਦੇ ਚ ਰਾਜਾ ਵੜਿੰਗ ਵੀ ਸ਼ਾਮਲ ਹੈ। ਉਹਨਾਂ ਨੇ ਕਹਿ ਦਿੱਤਾ ਵੀ ਏਦਾਂ ਦੀ ਕੋਈ ਗੱਲ ਨਹੀਂ ਉੱਥੇ ਹੋਈ ਕਿ ਕੈਪਟਨ ਅਮਰਿੰਦਰ ਨੂੰ ਬਦਲ ਦਿਓ, ਯਾਨੀ ਨਾਲ ਦੀ ਨਾਲ ਬਦਲਣੇ ਸ਼ੁਰੂ ਹੋ ਗਿਆ ਕਈ ਚੀਜ਼ਾਂ। ਤੀਜੀ ਗੱਲ ਹੈ ਕਿ ਸ਼ਾਇਦ
ਜਿਹੜੇ ਕੈਪਟਨ ਅਮਰਿੰਦਰ ਜਿਹੜੇ ਆ ਕਾਫੀ ਲੰਮੇ ਸਮੇਂ ਤੋਂ ਇਹ ਸਾਰੇ ਮਸਲੇ ਦੇ ਉੱਤੇ ਬਹੁਤੇ ਐਕਟਿਵ ਨਹੀਂ ਸੀ। ਸਿਰਫ ਇੱਕੋ ਗੱਲ ਉਹਨਾਂ ਨੇ ਕਹੀ ਸੀ ਵੀ ਨਵਜੋਤ ਸਿੰਘ ਸਿੱਧੂ ਨੂੰ ਮਾਫੀ ਮੰਗਣੀ ਚਾਹੀਦੀ ਹੈ, ਉਹ ਵੀ ਛੱਡਤੀ ਉਹਨਾਂ ਨੇ ਆਪਣੀ ਮੰਗ ਤੇ ਉਹਨਾਂ ਦੇ ਤਾਜਪੋਸ਼ੀ ਸਮਾਗਮ ਚਲ ਗਏ। ਤੇ ਉਹ ਕੈਪਟਨ ਅਮਰਿੰਦਰ ਜਿਹੜੇ ਕਾਫੀ ਪੈਸਿਵ ਜਿਹੇ ਦਿਖਾਈ ਦੇ ਰਹੇ ਸੀ, ਮੈਨੂੰ ਲੱਗਦਾ ਹੁਣ ਮੌਕਾ ਆ ਗਿਆ ਕਿ ਉਹ ਵੀ ਆਪਣੇ ਹੱਥ ਹੁਣ ਦਿਖਾਉਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਬਗਾਵਤ ਦੇ ਤੌਰ ਦੇ ਉੱਤੇ ਇਹਨੂੰ ਦੇਖਿਆ ਜਾ ਰਿਹਾ। ਤੇ ਉਹਨਾਂ ਨੇ ਹਰੀਸ਼ ਰਾਵਤ ਨੇ ਜਿਹੜੀ 5 ਮੈਂਬਰੀ ਇੱਕ ਕਮੇਟੀ ਬਣਾਈ ਹੈ, ਬਾਗੀ ਧੜੇ ਨੇ ਉਹਨਾਂ ਨੂੰ ਦੇਹਰਾਦੂਨ ਬੁਲਾਇਆ ਹੋਇਆ ਤੇ ਫਿਰ ਉਹ ਕਹਿੰਦੇ ਸੋਨੀਆ ਗਾਂਧੀ ਤੋਂ ਟਾਈਮ ਲੈਣਾ, ਉਹ ਟਾਈਮ ਮਿਲਦਾ ਕਿ ਨਹੀਂ ਮਿਲਦਾ। ਸੋ ਇੱਕ ਨਵਾਂ ਸੰਕਟ ਜਿਹੜਾ ਅਸੀਂ ਪਹਿਲੇ ਕਹਿੰਦੇ ਸੀ ਕਿ ਇਹ ਬਹੁਤ ਵੱਡਾ ਸੰਕਟ ਹੈ ਕਾਂਗਰਸ ਦਾ, ਵੀ ਜਿਹੜਾ ਅਸੀਂ ਟਿਕਟਾਂ ਦੀ ਵੰਡ ਵੇਲੇ ਦੇਖਦੇ ਸੀ ਸੰਕਟ, ਉਹ ਟਿਕਟਾਂ ਦੀ ਵੰਡ ਤੋਂ ਪਹਿਲਾਂ ਹੀ ਇਹਨਾਂ ਸਰਕਲ ਸੰਸਦ ਦੇ ਵਿੱਚ ਸਾਡੇ ਸਾਹਮਣੇ ਸਾਨੂੰ ਦੇਖਣ ਨੂੰ ਮਿਲ ਗਿਆ। ਕੁਝ ਪੱਤਰਕਾਰ ਕਿਆਸ ਰਾਈਆਂ ਜਿਹੜੇ ਲਾ ਰਹੇ ਆ, ਸੂਤਰਾਂ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਨੇ ਕਿ ਇੱਕ ਨਵੀਂ ਸਫਬੰਦੀ ਉੱਭਰਨ ਦੀ ਸੰਭਾਵਨਾ ਵੀ ਪੰਜਾਬ ਵਿੱਚ ਹੈ, ਕਿ ਪੰਜਾਬ ਕਾਂਗਰਸ ਨਾਂ ਦਾ ਇੱਕ ਨਵਾਂ ਬਣ ਜਾਏ ਜਿਹੜਾ ਹਾਈ ਕਮਾਂਡ ਦੇ ਤੋਂ ਵੱਖਰੀ ਤਰ੍ਹਾਂ ਦੀ ਕਾਂਗਰਸ ਹੋਵੇ ਤੇ ਉਹਦੇ ਚ ਕੁਝ ਆਪ ਵਾਲੇ ਵਿਧਾਇਕ ਨਹੀਂ ਮੈਂਬਰ ਜਾਂ ਕੁਝ ਲੋਕ ਆ ਜਾਣ ਤੇ ਇੱਕ ਨਵੀਂ ਤਰ੍ਹਾਂ ਦੀ ਧਿਰ ਵੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹਦੇ ਵਿੱਚ ਸ਼ਾਇਦ ਜਿਹੜੀ ਮਾਝਾ ਬ੍ਰਿਗੇਡ ਵਾਲੇ ਜਿਹੜੇ ਬਾਗੀ ਧਿਰ ਨੇ ਉਹ ਸਰਗਰਮ ਰੋਲ ਅਦਾ ਕਰ ਸਕਦੇ ਆ। ਇਹ ਇਸ ਤਰ੍ਹਾਂ ਦੀਆਂ ਕਿਆਸ ਰਾਈਆਂ ਨੇ ਜਾਂ ਕੁਝ ਇਦਾਂ ਦਾ ਕੁਝ ਧਰਾਤਲ ਤੇ ਨਜ਼ਰ ਵੀ ਆ ਰਿਹਾ ਵੀ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਚੱਲ ਰਹੀ ਹੋਵੇ ਬੈਕਡੋਰ? ਦੇਖੋ ਗਿੱਲ ਸਾਹਿਬ, ਮੈਂ ਤੁਹਾਨੂੰ ਦੱਸਦਾ, ਦੇਖੋ ਪੰਜਾਬ ਦੇ ਵਿੱਚ ਨਾ ਮੈਨੂੰ ਦੁੱਖ ਹੁੰਦਾ ਇਹ ਕਹਿੰਦੇ ਆ ਕਿ ਜਿਹੜੀ ਜਰਨਲਿਜ਼ਮ ਹੈ ਨਾ ਪੰਜਾਬੀ ਦੀ, ਹਾਂਜੀ, ਉਹ ਨੇੜੇ ਤੇੜੇ ਜਾ ਰਹੀ ਆ। ਜਿਹੜੀ ਗੋਦੀ ਮੀਡੀਆ ਟਾਈਪ ਜਿਹੜੀ ਹੈ, ਹਾਂਜੀ, ਨੇੜੇ ਤੇੜੇ ਏਦਾਂ ਜਾ ਰਹੀ ਹੈ ਵੀ ਇਹ ਕੁਝ ਜਿਹੜੇ ਪੱਤਰ, ਮੈਂ ਕਿਸੇ ਦਾ ਨਾਂ ਤਾਂ ਨਹੀਂ ਲੈਂਦਾ, ਪਰ ਕੁਝ ਪੱਤਰਕਾਰ ਜਿਹੜੇ ਆ ਉਹ ਜਿਹੜੀ ਏਦਾਂ ਦੀਆਂ ਬਿਗ ਬ੍ਰੇਕਿੰਗਸ ਜਿਹੜੇ ਦਿੰਦੇ ਆ ਨਾ, ਉਹ ਕਿਤੇ ਨਾ ਕਿਤੇ ਕਨੈਕਸ਼ਨ 'ਚ ਕਿਸੇ ਨਾ ਕਿਸੇ ਨਾਲ ਹੁੰਦੇ ਆ। ਕੁਝ ਜਿਹੜੀਆਂ ਚੀਜ਼ਾਂ ਜਿਹੜੀਆਂ ਸ਼ਾਇਦ ਕੋਸ਼ਿਸ਼ ਹੁੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਮਲੀ ਰੂਪ ਦੇ ਸਾਡੇ ਸਾਹਮਣੇ ਆ ਸਕਦੀਆਂ, ਉਹਨਾਂ ਨੂੰ ਲੀਕ ਕੀਤਾ ਜਾਂਦਾ ਆਪਣੇ ਮਨ ਭਾਉਂਦੇ ਜਾਂ ਨੇੜਲੇ ਪੱਤਰਕਾਰਾਂ ਦੇ ਕੋਲ, ਤੇ ਫਿਰ ਉਹਨੂੰ ਬਿਗ ਬ੍ਰੇਕਿੰਗ ਬਣਾ ਕੇ ਉਹ ਪੇਸ਼ ਕਰਦੇ ਆ। ਪਲਾਨਿੰਗਸ ਹੁੰਦੀਆਂ, ਜਿੱਦਾਂ ਮਤਲਬ ਇੱਕ ਪੱਤਰਕਾਰ ਦਾ ਤਾਂ ਮੈਂ ਨਾਂ ਹੀ ਲੈ ਲੈਂਦਾ, ਸੁਰਿੰਦਰ ਡੱਲਾ, ਜਿਹੜਾ ਉਹਨੂੰ ਮੀਡੀਆ ਐਡਵਾਈਜ਼ਰ ਲਾਇਆ, ਸਾਡਾ ਮਿੱਤਰ ਹੈ, ਉਹ ਜਿੱਦਾਂ ਲੈ ਕੇ ਆਉਂਦਾ ਹੁੰਦਾ ਸੀ ਵੀ ਬੜੀ ਵੱਡੀ ਖਬਰ ਲੈ ਕੇ ਆ ਰਿਹਾ ਜੀ, ਡੱਲਾ ਉਹਨਾਂ ਦੀ ਸਪੈਸ਼ਲ ਰਿਪੋਰਟ ਆ, ਉਹ ਸਾਰੀ ਜਿਹੜੀ ਫੀਡ ਹੁੰਦੀ ਸੀ ਨਵਜੋਤ ਸਿੰਘ ਸਿੱਧੂ ਦੇ ਕੈਂਪ ਵੱਲੋਂ ਉਹਨੂੰ, ਤੇ ਉਹ ਏਦਾਂ ਹੀ ਪੇਸ਼ ਕਰਦਾ ਸੀ। ਤੇ ਫਿਰ ਉਹ ਕਈ ਚੀਜ਼ਾਂ ਜਿਹੜੀਆਂ ਉਹਨੇ ਕਹੀਆਂ ਸੀ ਉਹ ਸਾਬਤ ਹੋ ਗਈਆਂ, ਤੇ ਉਸ ਤੋਂ ਬਾਅਦ ਉਹਨੂੰ ਮੀਡੀਆ ਐਡਵਾਈਜ਼ਰ ਲਾਉਣ ਨਾਲ ਇਹ ਸਾਬਤ ਹੋ ਗਿਆ ਵੀ ਬਕਾਇਦਾ ਕੈਂਪ ਵੱਲੋਂ, ਨਵਜੋਤ ਸਿੱਧੂ ਕੈਂਪ ਵੱਲੋਂ ਉਹਨੂੰ ਇਹ ਚੀਜ਼ਾਂ ਫੀਡ ਕੀਤੀਆਂ ਗਈਆਂ ਸੀ। ਏਦਾਂ ਜਿਹੜਾ ਪੰਜਾਬ ਕਾਂਗਰਸ ਦਾ ਨਾਂ ਦਾ ਨਵਾਂ ਜੀ ਇੱਕ ਗਰੁੱਪ ਬਣ ਸਕਦਾ ਹੈ, ਉਹ ਸ਼ਾਇਦ ਕੋਈ ਏਦਾਂ ਦੀ ਪਲਾਨਿੰਗ ਚੱਲਦੀ ਹੋ ਸਕਦੀ ਹੈ ਵੀ ਹਾਈ ਕਮਾਂਡ ਸ਼ਾਇਦ ਸਾਡੀ ਗੱਲ ਪੂਰੀ ਤਰ੍ਹਾਂ ਨਾ ਮੰਨੇ ਤੇ ਫਿਰ ਅਸੀਂ ਪੰਜਾਬ ਕਾਂਗਰਸ ਨਾਂ ਦਾ ਕੋਈ ਧੜਾ ਬਣਾਉਣ ਵੱਲ ਵੀ ਜਾ ਸਕਦੇ ਹਾਂ। ਏਦਾਂ ਦੀ ਫਿਰ ਲੀਕੇਜ ਦਿਓ ਜੇ ਸੰਭਾਵਨਾਵਾਂ ਬਣਦੀਆਂ ਹੋਣ। ਜਦਕਿ ਮੇਰਾ ਮੰਨਣਾ ਇਹ ਹੈ ਕਿ ਸ਼ਾਇਦ ਫਿਰ ਤੋਂ ਰੀਸੈਟਲ ਕਰਨ ਦੀ ਕੋਸ਼ਿਸ਼ ਰਹੇਗੀ ਹਾਈ ਕਮਾਂਡ ਦੀ। ਹਾਈ ਕਮਾਂਡ ਜਿਹੜੀ ਹੈ ਇਸ ਵੇਲੇ ਇਸ ਮੌਕੇ ਦੇ ਉੱਤੇ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਦਾ ਹਰ ਹੀਲਾ ਵਰਤੇਗੀ। ਤੇ ਜੇ ਇਹਨਾਂ ਦੀ ਗੱਲ ਮੰਨ ਲਈ ਜਾਂਦੀ ਹੈ, ਜਿੱਦਾਂ ਪਹਿਲਾਂ ਸੀ ਵੀ ਨਵਜੋਤ ਸਿੰਘ ਸਿੱਧੂ ਦੀਆਂ ਕਈ ਗੱਲਾਂ ਮੰਨੀਆਂ ਗਈਆਂ, ਫਿਰ ਕੈਪਟਨ ਲਈ ਆਕਵਰਡ ਸਥਿਤੀ ਬਣਦੀ ਹੈ ਤੇ ਫਿਰ ਕੈਪਟਨ ਹੋਣੀ ਵੀ ਕੋਈ ਆਪਣਾ ਦਾ ਖੇਡ ਸਕਦੇ ਆ। ਦੋਨੇ ਪਾਸੇ ਪੈਰਲਲ ਹੈ। ਜਿਹੜਾ ਵੀ ਧੜਾ ਜਿਹੜਾ ਆ ਇਹ ਮਹਿਸੂਸ ਕਰੂਗਾ ਕਿ ਸਾਡੀ ਹੁਣ ਇੱਥੇ ਜਿਹੜੀ ਆ ਕਿਸੇ ਵੀ ਕਿਸਮ ਦੀ ਜਿਹੜੀ ਪੁੱਛ-ਪੜਤਾਲ ਰਹਿਣੀ ਨਹੀਂ, ਉਹਨੇ ਕੋਈ ਨਾ ਕੋਈ ਖੇਡ ਖੇਡਣੀ ਹੈ। ਉਹ ਜਿਹੜੀ ਖੇਡ ਖੇਡਣ ਦੀ ਤਿਆਰੀ ਹੁੰਦੀ ਉਹ ਖੇਡ ਲੀਕ ਕੀਤੀ ਜਾਂਦੀ ਥੋੜੀ ਬਹੁਤ, ਤਾਂ ਜੋ ਦਬਾਅ ਬਣਾਇਆ ਜਾ ਸਕੇ। ਉਂਝ ਇਹ ਹੈ ਕਿ ਜਿਹੜਾ ਇੱਕ ਗੱਲ ਤਾਂ ਮੈਂ ਟਾਈਮਿੰਗ ਦੀ ਕੀਤੀ ਆ, ਸਲਾਹਕਾਰਾਂ ਨਾਲ ਬਣੀ ਸਥਿਤੀ ਦੇ ਨਾਲ ਜੋ ਨਵਜੋਤ ਸਿੰਘ ਸਿੱਧੂ ਦੀ ਸਥਿਤੀ ਬਣ ਰਹੀ ਸੀ, ਇਸ ਕਰਕੇ ਅਚਾਨਕ ਹੀ 3 ਦਿਨ ਬਾਅਦ ਹੀ 3 ਦਿਨ ਪਹਿਲਾਂ ਜੱਫੀਆਂ ਪਈਆਂ ਕੈਪਟਨ ਤੇ ਸਿੱਧੂ ਦੀਆਂ, ਤੇ ਬੜੀ ਸਕਾਰਾਤਮਕ ਮਾਹੌਲ 'ਚ ਮੀਟਿੰਗ ਹੋਈ, ਇਹਦੇ ਟਵੀਟ ਕੀਤੇ ਨਵਜੋਤ ਸਿੰਘ ਸਿੱਧੂ ਦੇ, ਤੇ 3 ਦਿਨ ਬਾਅਦ ਆ ਜਿਹੜਾ ਪਟਾਕਾ ਪੈ ਗਿਆ। ਦੂਜਾ ਇੱਕ ਲੀਕ ਹੋ ਗਈ ਸੀ ਇਹ ਗੱਲ ਵੀ ਜਿਹੜੇ 4 ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕੈਂਪ ਦੇ ਆ ਨਾ, ਰੀਸ਼ਫਲ ਕਰਨ ਦੀ ਤਿਆਰੀ ਕਰ ਲਈ ਸੀ ਕੈਪਟਨ ਨੇ, ਤੇ ਇਹ ਗੱਲ ਲੀਕ ਹੋ ਗਈ ਵੀ ਇਹ 4 ਤਾਂ ਨਹੀਂ ਰੱਖਣੇ, ਵਜ਼ਾਰਤ ਦਾ ਵਿਸਥਾਰ ਕਰਦਾ 4 ਨਹੀਂ ਰੱਖਣੇ। ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਕੱਢਿਆ ਜਾਂਦਾ ਤੇ ਉਹਨਾਂ ਨੇ ਆਪਣੀ ਖੇਡ ਰਚਾ ਲਈ, ਚਰਨਜੀਤ ਚੰਨੀ ਨੇ ਤੇ ਰੰਧਾਵੇ ਨੇ ਤੇ ਤ੍ਰਿਪਤ ਬਾਜਵਾ ਨੇ। ਸੋ ਖੇਡ ਦਾ ਸਿੱਟਾ ਸਾਡੇ ਸਾਹਮਣੇ ਹੈ। ਬਾਕੀ ਹੁਣ ਜੋ ਕੁਝ ਵੀ ਬਿਗ ਬ੍ਰੇਕਿੰਗ ਦੇ ਨਾਂ ਤੇ ਹੋ ਰਿਹਾ ਤਾਂ ਉੱਤੇ ਯਕੀਨ
ਉਸ ਰੂਪ 'ਚ ਤਾਂ ਨਹੀਂ ਹੁੰਦਾ, ਪਰ ਇਹ ਇੰਨਾ ਹੁੰਦਾ ਵੀ ਇਹ ਲੀਕ ਹੋਈ ਆ ਗੱਲ ਤੇ ਇਹਦੀ ਕੋਈ ਨਾ ਕੋਈ ਯੋਜਨਾਬੰਦੀ ਸ਼ਾਇਦ ਚੱਲਦੀ ਹੈ। ਮੈਨੂੰ ਲੱਗਦਾ ਦਸਾਂਝ ਸਾਹਿਬ ਯੋਜਨਾਬੰਦੀ ਇਸ ਤਰ੍ਹਾਂ ਦੀ ਵੀ ਹੋ ਸਕਦੀ ਹੈ ਬਾਗੀ ਧੜੇ ਦੀ ਕਿ ਜਿੱਦਾਂ ਕੈਪਟਨ ਸਾਹਿਬ ਬਾਰੇ ਆਮ ਰਾਏ ਬਣੀ ਆ ਕਿ ਜੇ ਉਹਨਾਂ ਨਾਲ ਇਸੇ ਤਰ੍ਹਾਂ ਦਾ ਵਿਹਾਰ ਰਿਹਾ ਜਿਨੇ ਉਹਨਾਂ ਨੂੰ ਜਲੀਲ ਕਰਕੇ ਪਾਸੇ ਕੀਤਾ ਗਿਆ ਤੇ ਉਹ ਕੋਈ ਬਹੁਤ ਵੱਡਾ ਸਟੈਪ ਚੁੱਕ ਸਕਦੇ ਆ। ਹੋ ਸਕਦਾ ਅਮਿਤ ਸ਼ਾਹ ਨਾਲ ਮਿਲ ਕੇ ਇੱਕ ਪਾਰਟੀ ਖੜੀ ਕਰ ਲੈਣ, ਬੀਜੇਪੀ ਨਾਲ ਕੋਈ ਗੱਠਜੋੜ ਕਰ ਲੈਣ ਤੇ ਉਹਦੇ ਪੈਰਲਲ ਜਦੋਂ ਬਾਗੀ ਧਿਰ ਵੀ ਇਹ ਗੱਲ ਕਰ ਰਹੀ ਆ ਵੀ ਅਸੀਂ ਵੀ ਇਦਾਂ ਕਰ ਸਕਦੇ ਹਾਂ ਤੇ ਫਿਰ ਕਾਂਗਰਸ ਵਾਸਤੇ ਜਿਹੜੀ ਹਾਈ ਕਮਾਂਡ ਜਿਹਨੂੰ ਕਹਿੰਦੇ ਆ ਉਹਦੇ ਵਾਸਤੇ ਸਥਿਤੀ ਦੋਨੇ ਪਾਸੇ ਹੀ ਜਿਹੜੀ ਆ ਉਹ ਇੱਕ ਪਾਸੇ ਖੂਹ ਤੇ ਦੂਜੇ ਪਾਸੇ ਖਾਈ ਵਾਲੀ ਗੱਲ ਹੋ ਜਾਣੀ ਆ। ਮੈਨੂੰ ਨਹੀਂ ਲੱਗਦਾ ਕਿ ਇਹਦੇ ਚੋਂ ਉਹ ਕਿਸ ਤਰ੍ਹਾਂ ਇਹਨਾਂ ਨੂੰ ਦੁਬਾਰਾ ਇਕੱਠਿਆਂ ਕਰਨ 'ਚ ਕਾਮਯਾਬ ਹੋਣਗੇ। ਕੁਝ ਇੱਕ ਗੱਲਬਾਤ ਆਪਾਂ ਤਾਂ ਹੋਰ ਕਰ ਲਈਏ, ਕਾਫੀ ਸਿਆਸਤ ਕਾਂਗਰਸ ਦੀ ਤੇ ਕਰ ਲਈ। ਹੁਣ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਕੇਂਦਰ ਦੀ ਸਰਕਾਰ ਜਿਹੜੀ ਉਹਦਾ ਗ੍ਰਾਫ ਡਾਊਨ ਜਾ ਰਿਹਾ, ਹੁਣ ਤੇ ਉਹਦੇ ਚੈਨਲ ਅੱਜ ਤੱਕ ਮੈਂ ਤਾਂ ਸਿੱਧੀ ਤਰ੍ਹਾਂ ਦੱਸ ਦੇਣਾ ਕਿ ਉਹਨਾਂ ਨੇ ਇੱਕ ਸਰਵੇ 'ਚ ਦੱਸਿਆ ਕਿ ਜਿਹੜੀ ਨਰਿੰਦਰ ਮੋਦੀ ਰੀਆਂ ਉਹਨਾਂ ਦੀ ਪਪੂਲੈਰਿਟੀ ਡਾਊਨ ਹੋ ਕੇ ਹੁਣ 27% ਰਹਿ ਗਈ, ਸ਼ਾਇਦ ਇਹ ਤੋਂ ਵੀ ਘੱਟ ਸ਼ਾਇਦ ਉਹਨਾਂ ਦੱਸਿਆ। ਤੇ ਹੁਣ ਕਿਉਂਕਿ ਉਹਨਾਂ ਦੇ ਚੈਨਲ ਸੀ ਜਿਹੜੇ ਉਹਨਾਂ ਦੀ ਪਿੱਠ ਪੂਰਦੇ ਹੁੰਦੇ ਸੀ, ਇੱਥੋਂ ਤੱਕ ਕਿ ਉਹਨਾਂ ਦੇ ਐਂਕਰ ਜਿਹੜੇ ਨਾਂ ਹੀ ਆਪਣਾ ਭੁੱਲ ਗਏ ਸੀ, ਮੋਦੀ ਦਾ ਨਾਂ ਲੈਣ ਲੱਪੇ ਸੀਗੇ। ਤੇ ਇੱਕ ਪਾਸੇ ਤੇ ਉਹਨਾਂ ਦੀ ਇੰਨੀ ਹਾਲਾਤ ਮਾੜੀ ਹੋ ਰਹੀ ਆ, ਦੂਜੇ ਪਾਸੇ ਉਹਨਾਂ ਨੂੰ ਬੜੀ ਕਾਹਲੀ ਆ ਕਿ ਅਸੀਂ ਜਿਹੜਾ ਟਾਈਮ ਸਾਨੂੰ ਮਿਲਿਆ ਇਹਦੇ ਵਿੱਚ ਬਹੁਤ ਕੁਝ ਕਰ ਜਾਣਾ ਜੋ ਅਸੀਂ ਲੈ ਕੇ ਆਏ ਆ। ਆਪਾਂ ਹੁਣੇ ਵੇਖਿਆ ਹੈ ਜਿਹੜਾ ਹੁਣੇ ਸੈਸ਼ਨ ਖਤਮ ਹੋਇਆ ਉਹਦੇ ਵਿੱਚ ਧੜਾ 18 ਬਿੱਲ ਵੀ ਲੈ ਆਏ ਸੀਗੇ। ਇੰਨੇ ਵਿਰੋਧ ਦੇ ਬਾਵਜੂਦ ਵੀ ਉਹ ਬਿੱਲ ਲੈ ਆਏ ਜਿਨ੍ਹਾਂ ਨੂੰ ਲੋਕ ਪਹਿਲਾਂ ਹੀ ਰੱਦ ਕਰ ਰਹੇ ਸੀ ਆਉਣ ਤੋਂ ਪਹਿਲਾਂ ਹੀ। ਤੇ ਹੁਣ ਇੱਕ ਜਿਹੜੀ ਵੱਡੀ ਖਬਰ ਇਹ ਆ ਕਿ ਜਿਹੜੀ ਬੜਾ ਕ੍ਰਿਟਿਸਾਈਜ਼ ਕੀਤਾ ਜੀ ਜੇਤਲੀ ਰਾਂ ਨੂੰ ਪਿਛਲੇ ਸਮਿਆਂ 'ਚ ਕਿ ਉਹ ਹਾਰ ਕੇ ਵੀ ਉਹਨਾਂ ਨੂੰ ਬਣਾਤਾ ਸੀ ਵਿੱਤ ਮੰਤਰੀ, ਤੇ ਹੁਣ ਪਤਾ ਨਹੀਂ ਆ ਨਿਰਮਲਾ ਸੀਤਾਰਮਨ ਦੀ ਕਿੱਥੋਂ ਫੜ ਕੇ ਨਾ ਲੈਣ ਦੇ ਜਿਹੜੇ ਆ ਪਤਾ ਨਹੀਂ ਪਾਲਿਸੀਜ਼ ਕਿੱਥੋਂ ਆ ਰਹੀਆਂ ਨੇ। ਹੁਣ ਉਹਨੂੰ ਨਾਂ ਦਿੱਤਾ ਜੀ ਨੈਸ਼ਨਲ ਮੋਨੀਟਾਈਜੇਸ਼ਨ ਪਾਈਪਲਾਈਨ। ਉਹ ਕਹਿੰਦੇ ਆ ਕਿ ਅਸੀਂ ਸੇਲ ਨਹੀਂ ਲਾਈ ਹੋਈ, ਅਸੀਂ ਕੁਝ ਚੀਜ਼ਾਂ ਅਨਲੌਕ ਕੀਤੀਆਂ ਨੇ 4 ਸਾਲਾਂ ਲਈ ਤੇ ਅਸੀਂ ਉਹਦੇ ਵਿੱਚੋਂ ਰੈਵਨਿਊ ਇਕੱਠਾ ਕਰਨਾ ਹੈ। ਲੋਕਾਂ ਨੂੰ ਇਹ ਦੱਸਿਆ ਜਾ ਰਿਹਾ, ਮੇਰੇ ਕੋਲ ਸਾਰੇ ਹੀ ਉਹ ਡਿਟੇਲ ਪਈ ਆ ਕਿ ਕਿੱਥੋਂ ਕਿੰਨਾ ਰੈਵਨਿਊ ਆਉਣਾ ਤੇ ਕਿੱਦਾਂ ਹੋਣਾ। ਕੀ ਤੁਸੀਂ ਪਹਿਲਾਂ ਆਪਣੇ ਕਮੈਂਟ ਦੇ ਲਓ, ਫਿਰ ਆਪਾਂ ਇੱਥੇ ਥੋੜੀ ਜਿਹੀ ਹੋਰ ਗੱਲ ਕਰ ਲਾਂਗੇ। ਨੰਬਰ ਇੱਕ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜੀ ਪਪੂਲੈਰਿਟੀ ਜਿਹੜੀ ਆ ਉਹ ਮੈਂ ਥੋੜੀ ਜਿਹੀ ਇੱਕ ਲਾਈਨ 'ਚ ਦੱਸ ਦਿੰਦਾ ਬਈ ਜਿਹੜੇ ਤੁਹਾਨੂੰ ਸਥਾਪਿਤ ਕਰਨ ਦੇ ਵਿੱਚ ਜਿਸ ਮੀਡੀਆ ਹਾਊਸ ਦੀ ਭੂਮਿਕਾ ਰਹੀ, ਉਹੀ ਮੀਡੀਆ ਹਾਊਸ ਜੇ ਤੁਹਾਡੀ ਪਪੂਲੈਰਿਟੀ ਬਾਰੇ ਇੱਕ ਸਾਲ ਦਾ ਜੇ ਗ੍ਰਾਫ ਪੇਸ਼ ਕਰਦਾ ਵੀ ਪਿਛਲੇ ਸਾਲ ਅਗਸਤ ਦੇ ਵਿੱਚ ਪਪੂਲੈਰਿਟੀ ਨਰਿੰਦਰ ਮੋਦੀ ਦੀ 66% ਸੀ ਤੇ ਇਸੇ ਸਾਲ ਦੇ ਸ਼ੁਰੂ ਦੇ ਵਿੱਚ ਜਨਵਰੀ ਦੇ ਵਿੱਚ ਉਹ ਘਟ ਕੇ 38% ਰਹਿ ਗਈ ਤੇ ਹੁਣ ਜਦੋਂ ਜੁਲਾਈ ਦੇ ਵਿੱਚ ਐਂਡ ਤੱਕ ਜਿਹੜੀ ਆ ਪਪੂਲੈਰਿਟੀ 24% ਰਹਿ ਗਈ, 24%। ਇਹ ਉਹਨਾਂ ਦਾ ਹੀ ਪਸੰਦ ਦਾ ਮੀਡੀਆ ਹਾਊਸ ਕਹਿ ਰਿਹਾ ਤੇ ਜੇ ਉਹਨਾਂ ਦਾ ਹੀ ਮੀਡੀਆ ਹਾਊਸ ਇਹ ਕਹਿ ਰਿਹਾ ਜਿਹੜਾ ਜਿਹਨੂੰ ਅਸੀਂ ਕਹਿ ਰਹੇ ਜਿਹੜੇ ਉਹ ਨਾਂ ਵੀ ਭੁੱਲ ਗਏ ਸੀ ਆਪਣਾ ਅੰਜਨਾ ਕਸ਼ਯਪ ਮੋਦੀ ਕਹਿਣ ਲੱਗ ਪਏ ਸੀ ਆਪਣੇ ਆਪ ਨੂੰ, ਤਾਂ ਫਿਰ ਅੰਦਾਜ਼ਾ ਕਰ ਸਕਦੇ ਆ ਵੀ ਇਸ ਸਰਕਾਰ ਦੇ ਖਿਲਾਫ 2024 ਤੱਕ ਆਉਂਦਿਆਂ ਕਿੰਨਾ ਜ਼ਿਆਦਾ ਗੁੱਸਾ ਹਾਲੇ ਲੋਕਾਂ 'ਚ ਵਧੇਗਾ। ਈਵਨ ਆਦਿੱਤਿਆਨਾਥ ਯੋਗੀ ਜਿਹੜਾ ਆ ਉਹਦੀ ਪਿਛਲੇ ਸਾਲ ਅਗਸਤ ਦੇ ਵਿੱਚ ਪਪੂਲੈਰਿਟੀ ਇਹਨਾਂ ਦੇ ਮੁਤਾਬਕ ਹੀ 49% ਸੀ ਤੇ ਜਿਹੜੀ ਹੁਣ ਇਸ ਵੇਲੇ 28% ਹੈ। ਸੋ ਯੂਪੀ ਦੇ ਵਿੱਚ ਵੀ ਇਸ ਢੰਗ ਦੇ ਨਾਲ ਇਹ ਸਰਕਾਰ ਜਾਂਦੀ ਦਿਖਾਈ ਦੇ ਰਹੀ ਹੈ। ਦੂਜੇ ਬੰਨੇ ਜਿਹੜਾ ਤੁਸੀਂ ਜ਼ਿਕਰ ਕੀਤਾ ਆਪਾਂ ਗੱਲ ਕਰ ਰਹੇ ਸੀ ਵੀ ਕਿਸਾਨ ਅੰਦੋਲਨ ਨੇ ਜਿਹੜਾ ਇੱਕ ਮਾਹੌਲ ਸਿਰਜ ਦਿੱਤਾ ਹੈ, ਉਹ ਵੀ ਇਹਨਾਂ ਦੀ ਸੱਤਾ ਦੇ ਕਫਨ 'ਚ ਆਖਰੀ ਕਿੱਲ ਸਾਬਤ ਹੋਣ ਵਾਲਾ ਹੈ। ਸਭ ਤੋਂ ਜ਼ਿਆਦਾ ਨੁਕਸਾਨ ਇਸ ਅੰਦੋਲਨ ਦਾ ਜੇ ਕਿਸੇ ਨੂੰ ਹੋਏਗਾ ਤਾਂ ਭਾਰਤੀ ਜਨਤਾ ਪਾਰਟੀ, ਇਹ ਤੈਅ ਹੈ। ਪਰ ਨਾਲ ਦੀ ਨਾਲ ਜਿਹੜੀ ਉਹਨਾਂ ਦੀਆਂ ਨੀਤੀਆਂ ਨੇ ਉਹ 'ਚ ਤੁਸੀਂ ਇਹ ਕਹਿ ਰਹੇ ਹੋ ਕਿ ਪਤਾ ਨਹੀਂ ਕਿੱਥੋਂ ਨਿਰਮਲ ਸੀਤਾਰਮਨ ਲੈਣ ਦੀ। ਨਿਰਮਲ ਸੀਤਾਰਮਨ ਹੋਵੇ ਜਾਂ ਅਰੁਣ ਜੇਟਲੀ ਸੀਗੇ ਜਾਂ ਕੋਈ ਵੀ ਹੋਰ ਹੋਵੇ, ਉਹਨਾਂ ਨੇ ਇਹੀ ਕੁਝ ਕਰਨਾ ਸੀ ਕਿਉਂਕਿ ਇਹ ਕੋਈ ਵਿਅਕਤੀ ਦਾ ਫੈਸਲਾ ਤਾਂ ਹੈ ਨਹੀਂ। ਇਹ ਤਾਂ ਜੋ ਜਿਸ ਕਿਸਮ ਦਾ ਇੱਕ ਪੂਰੇ ਦਾ ਪੂਰਾ ਡਿਜ਼ਾਈਨ ਕੀਤਾ ਹੋਇਆ ਤੁਸੀਂ ਇਕਾਨਮੀ ਆਪਣੀ ਜਿਹੜੀ ਹੈ ਇਕਨੋਮਿਕ ਪਾਲਿਸੀਜ਼ ਜਿਹੜੀਆਂ ਉਹਦੇ ਮੁਤਾਬਕ ਤੇ ਵਰਲਡ ਜਿਹੜੇ ਕਾਰਪੋਰੇਟ ਹੈ ਜਾਂ ਵਰਲਡ ਬੈਂਕ ਹੈ ਉਹਦੀ ਡਾਇਰੈਕਸ਼ਨ ਦੇ ਵਿੱਚ ਜਿਹੜੀਆਂ ਤੁਸੀਂ ਆਰਥਿਕ ਨੀਤੀਆਂ ਬਣਾ ਲਈਆਂ ਉਹਦੇ ਮੁਤਾਬਕ ਹੀ ਸਾਰਾ ਕੁਝ ਜਾਣਾ ਹੈ। ਪਬਲਿਕ ਸੈਕਟਰ ਖਤਮ ਕਰਨਾ ਹੈ ਤੇ ਜਿਹੜਾ ਪ੍ਰਾਈਵੇਟ ਸੈਕਟਰ ਉਹਨੂੰ 100% ਕਰਨਾ ਹੈ। ਭਾਰਤ ਇਕੱਲਾ ਮੁਲਕ ਹੈ ਜਿੱਥੇ ਮਤਲਬ ਸਰਕਾਰ ਜਿਹੜੀ ਹੈ ਉਹ ਮਾਈਨਸ ਹੁੰਦੀ ਜਾ ਰਹੀ ਹੈ। ਸਰਕਾਰ ਦਾ ਮਤਲਬ ਪਬਲਿਕ ਸੈਕਟਰ ਬਿਲਕੁਲ ਮਾਈਨਸ ਹੋ ਰਿਹਾ ਹੈ, ਪ੍ਰਾਈਵੇਟ ਸੈਕਟਰ ਜਿਹੜਾ 100% ਕੀਤਾ ਜਾ ਰਿਹਾ। ਅਸੀਂ ਤਾਂ ਡਿਫੈਂਸ ਦਾ ਸੈਕਟਰ ਵੀ ਨਹੀਂ ਛੱਡਿਆ ਜਿਹੜਾ ਅਤ ਸੰਵੇਦਨਸ਼ੀਲ ਮੁੱਦਾ ਜਾਂ ਸੈਕਟਰ ਹੈ ਸਾਡਾ ਅਤ ਸੰਵੇਦਨਸ਼ੀਲ। ਡਿਫੈਂਸ ਦੇ ਸੈਕਟਰ ਦੇ ਵਿੱਚ ਵੀ ਵੱਧ ਤੋਂ ਵੱਧ ਜਿਹੜੀ ਇਨਵੈਸਟਮੈਂਟ ਕਰਵਾ ਰਹੇ ਤੇ ਸਾਰਾ ਕੁਝ ਛੱਡੀ ਜਾ ਰਹੇ
ਚੀਨ ਦਾ ਤੇ ਭਾਰਤ ਦਾ ਫਰਕ ਹੀ ਇਹ ਆ, ਚੀਨ ਅੱਜ ਕੋਈ ਸੋਸ਼ਲ ਮਤਲਬ ਸਮਾਜਵਾਦੀ ਮਾਡਲ ਮੁਲਕ ਨਹੀਂ ਹੈ। ਉਹ ਆਪਣੇ ਢੰਗ ਦੇ ਨਾਲ ਪੂੰਜੀਵਾਦ ਨੂੰ ਲੈਂਦਾ ਆ। ਪੂੰਜੀਵਾਦ ਮਤਲਬ ਸੋਸ਼ਲਿਜ਼ਮ ਦਾ ਉਹਨੇ ਕੋਈ ਇੱਕ ਵੱਖਰਾ ਹੀ ਵਿਆਖਿਆ ਕਰ ਲਈ ਹੈ ਤੇ ਪੂੰਜੀਵਾਦ ਨੂੰ ਜਿਹੜਾ ਆਪਣੇ ਤਰੀਕੇ ਨਾਲ ਲੈਂਦਾ। ਪਰ ਉਹਨੇ ਕੀ ਕੀਤਾ ਵੀ ਉਹਨੇ ਕਿਸੇ ਵੀ ਸੈਕਟਰ ਦੇ ਵਿੱਚ ਜਿਹੜੀ ਸਰਕਾਰ ਦੀ ਹਿੱਸੇਦਾਰੀ ਆ ਉਹ 51% ਤੋਂ ਥੱਲੇ ਨਹੀਂ ਹੋਣੀ, ਮਤਲਬ ਮਾਲਕੀ ਸਰਕਾਰ ਦੀ ਨਹੀਂ। ਇੱਥੇ ਅਸੀਂ ਸਾਰਾ ਕੁਝ ਛੱਡਤਾ, 100% ਕਰਤਾ। ਹੁਣ ਜਿਹੜਾ ਨਵਾਂ ਆ ਇਹਦੇ ਚ ਸਾਡੀ ਰੇਲਵੇ ਦੇ ਕੁਝ ਜਿਵੇਂ 400 ਰੇਲਵੇ ਸਟੇਸ਼ਨ, ਬਾਕੀ ਡਿਟੇਲਸ ਤੁਸੀਂ ਕਿਹਾ ਤੁਹਾਡੇ ਕੋਲ ਪਈ ਹੈ। 400 ਰੇਲਵੇ ਸਟੇਸ਼ਨ ਦੇ ਕਰੀਬ, ਕਿੰਨੀਆਂ ਰੇਲਵੇ ਲਾਈਨਾਂ, 29,000 ਕਿਲੋਮੀਟਰ ਜਿਹੜਾ ਉਹ ਜਿਹੜੇ ਕੌਮੀ ਮਾਰਗ, ਜਿਹੜੀ ਸੜਕਾਂ ਜਿਹੜੀਆਂ ਆ, ਫਿਰ ਏਅਰਪੋਰਟ ਜਿਹੜੇ ਆ ਸਾਰੇ, ਸਾਡਾ ਰਾਜਾ ਸਾਂਸੀ ਏਅਰਪੋਰਟ ਵੀ ਸ਼ਾਮਲ ਹੈ, ਅੰਮ੍ਰਿਤਸਰ ਰਾਜਾ ਸਾਂਸੀ ਏਅਰਪੋਰਟ। ਹੈਰਾਨੀ ਦੀ ਗੱਲ ਤੇ ਆ, ਸਰਕਾਰ ਇਹ ਵੀ ਦਾਅਵਾ ਕਰ ਰਹੀ ਆ ਕਿ ਅਸੀਂ ਇਹ ਕੁਝ ਹਮੇਸ਼ਾ ਲਈ ਨਹੀਂ ਦੇ ਰਹੇ, ਸਿਰਫ 4 ਸਾਲ ਦੀ ਰੈਵਨਿਊ ਇਕੱਠਾ ਕਰਨ ਲਈ ਕਰ ਰਹੇ ਆ ਤੇ 4 ਸਾਲ ਇਹਦੀ ਮਲਕੀਅਤ ਸਰਕਾਰੀ ਰਹੇਗੀ, ਪਰ 4 ਸਾਲ ਬਾਅਦ ਇਹ ਸਾਰਾ ਕੁਝ ਵਾਪਸ ਹੋ ਜਾਏਗਾ ਤੇ ਇੰਨੇ ਪੈਸੇ ਵੀ ਚੋਂ ਕਮਾ ਲਾਂਗੇ। ਕੀ ਪੋਸੀਬਲ ਹੈ ਕਿ 4 ਸਾਲ ਲਈ ਕੋਈ ਇੰਨੀ ਇਨਵੈਸਟਮੈਂਟ ਕਰੇਗਾ? ਮੇਰੀ ਗੱਲ ਸੁਣੋ, ਇਹ ਕਦੀ ਹੁੰਦਾ ਹੀ ਨਹੀਂ ਹੈਗਾ ਵੀ ਤੁਸੀਂ ਇੱਥੇ ਦਾ ਪ੍ਰਾਈਵੇਟ ਸੈਕਟਰ ਦਾ ਇਸ ਕਿਸਮ ਦਾ ਆ ਵੀ ਤੁਸੀਂ ਉਂਗਲੀ ਫੜਾਓ ਇਹਨਾਂ ਨੂੰ ਜੱਫੀ ਪਾ ਦੇਣੀ ਤੁਹਾਨੂੰ। ਦੂਜੀ ਗੱਲ ਜਿਹੜੀ ਹੈ ਨਾ, ਦੇਖੋ ਸਰਕਾਰ ਜਿਹੜੀ ਹੈ ਇਹ ਲੋਕਾਂ ਨੂੰ ਮੂਰਖ ਬਣਾਉਂਦੀ ਹੈ। ਇੱਕ ਵਾਰੀ ਤੁਸੀਂ ਪੈਰ ਧਰਾਵਾ ਉਹਨਾਂ ਦਾ ਹੋ ਗਿਆ, ਉਹ ਤਾਂ ਲਗਾਤਾਰ ਵਧਣਾ ਹੀ ਹੈ। ਦੇਸ਼ ਦੇ ਵਿੱਚ ਏਦਾਂ ਹੀ ਹੈ। ਅਗਲੀ ਗੱਲ ਇਹ ਹੈ ਵੀ ਇਹ ਕਹਿੰਦੇ ਆ ਵੀ ਜਿੱਦਾਂ ਹੁਣ ਰਾਜਸਥਾਨ ਸੀਰਪੁਰ ਦੀ ਗੱਲ ਹੈ ਵੀ 500 ਕਰੋੜ ਰੁਪਈਆ ਕਹਿੰਦੇ ਅਸੀਂ ਇਕੱਠਾ ਕਰ ਲੀਜ਼ ਤੇ ਦੇਣਾ, 500 ਕਰੋੜ ਰੁਪਈਆ, ਜਾਂ ਸੜਕਾਂ ਆ ਜਾਂ ਬਾਕੀ ਜਿਹੜਾ ਜ਼ਿਕਰ ਹੈ ਸਾਡੇ ਜਿਹੜੇ ਵੱਖ-ਵੱਖ ਸੈਕਟਰ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਕਹਿੰਦੇ ਅਸੀਂ 6 ਲੱਖ ਕਰੋੜ ਰੁਪਏ ਜਿਹੜਾ ਰੈਵਨਿਊ ਜਨਰੇਟ ਕਰਨਾ ਇਹਦੇ ਨਾਲ। ਉਹ ਜਿਹੜਾ 6 ਲੱਖ ਕਰੋੜ ਰੁਪਏ ਹੈ ਇਹ ਪ੍ਰਾਈਵੇਟ ਕੰਪਨੀਆਂ ਤੋਂ ਇਹਨਾਂ ਲੈਣਾ, ਭਾਵੇਂ ਉਹ 4 ਸਾਲ ਹੈ। ਉਹ 4 ਸਾਲਾਂ ਦੇ ਵਿੱਚ ਜਿਹੜਾ 6 ਲੱਖ ਕਰੋੜ ਰੁਪਇਆ ਦੇਣਾ ਉਹਨਾਂ ਨੇ, ਉਹ ਦੇਣਾ ਉਹਨਾਂ ਨੇ ਕਿੱਥੋਂ? ਕੀ ਉਹਨਾਂ ਨੇ ਆਪਣੀ ਜੇਬ ਚੋਂ ਦੇਣਾ? ਉਹਨਾਂ ਨੇ ਉਹੀ ਸੈਕਟਰ ਜਿਹੜਾ ਸਰਕਾਰੀ ਸੈਕਟਰ ਸੀ ਉਹਨੂੰ ਆਪਣੇ ਤਰੀਕੇ ਦੇ ਨਾਲ ਚਲਾ ਕੇ ਤੇ ਉੱਥੇ ਲੋਕਾਂ ਦੀ ਹੋਰ ਬੁਰੀ ਤਰ੍ਹਾਂ ਛਿੱਲ ਲਾਉਣੀ ਹੈ। ਸੜਕਾਂ ਦੇ ਉੱਤੇ ਹੋਰ ਸ਼ਾਨਦਾਰ ਕਿਸਮ ਦੇ ਤੁਹਾਨੂੰ ਟੋਲ ਪਲਾਜ਼ੇ ਲੱਭਣੇ ਸ਼ੁਰੂ ਹੋ ਜਾਣਗੇ। ਰੇਲਵੇ 'ਚ ਜਿਹੜਾ ਉਹ ਸਾਰੀਆਂ ਜਿਹੜੀਆਂ ਸਭ ਤੋਂ ਸਸਤੀ ਜਿਹੜੀ ਕੋਈ ਆਵਾਜਾਈ ਦਾ ਸਾਧਨ ਭਾਰਤ ਦੇ ਵਿੱਚ ਰੇਲਵੇ ਹੈ, ਉਹਨਾਂ ਦਾ ਜਿਹੜਾ ਤੁਸੀਂ ਦੇਖੋਗੇ ਕਿ ਸਧਾਰਨ ਜਿਹੜਾ ਵਿਅਕਤੀ ਉਹਨੂੰ ਰੇਲਵੇ 'ਚ ਸਵਾਰੀ ਕਰਨੀ ਔਖੀ ਹੋ ਜਾਏਗੀ ਤੇ ਏਅਰਪੋਰਟਸ ਦੇ ਉੱਤੇ ਵੀ ਪੂਰੀ ਛਿੱਲ ਜਿਹੜੀ ਲਾਈ ਜਾਏਗੀ ਤੁਹਾਡੀ। ਇਕੱਠਾ ਤਾਂ ਸਾਡੇ ਤੋਂ ਕਰਨਾ ਨਾ, ਤੇ ਉਹਨਾਂ ਨੂੰ ਤਾਂ ਲਾਭ ਹੀ ਜਿਹੜਾ, ਜੇ ਉਹ 6 ਲੱਖ ਕਰੋੜ ਰੁਪਏ ਸਾਨੂੰ ਦੇਣਗੇ ਸਰਕਾਰ ਨੂੰ ਜਨਰੇਟ ਕਰਕੇ, ਤਾਂ ਕਿੰਨਾ ਲੱਖ ਕਰੋੜ ਰੁਪਏ ਉਹਨਾਂ ਨੇ ਵੀ ਤਾਂ ਕਮਾਉਣਾ ਨਾ, ਤੇ ਫਿਰ ਪੱਕੇ ਤੌਰ ਤੇ ਉਹਨਾਂ ਨੇ ਕਬਜ਼ਾ ਵੀ ਕਰਨਾ। ਬਿਲਕੁਲ। ਤੁਸੀਂ ਵੀ ਸਮਝਦੇ ਹੋ ਕਿ ਜਿਹੜਾ ਲਾਲ ਕਿਲ੍ਹਾ ਲੀਜ਼ ਤੇ ਦਿੱਤਾ ਹੈ ਉਹ ਮੁੜ ਕੇ ਆਉਣਾ ਸਰਕਾਰ ਦੇ, ਤਾਂ ਲੀਜ਼ ਵਧੀ ਜਾਣੀ ਹੈ, ਹੌਲੀ ਹੌਲੀ ਕਬਜ਼ਾ ਹੀ ਉਹਦੇ ਤੇ ਟਾਟਾ ਦਾ ਹੋ ਜਾਣਾ। ਸੋ ਇਹ ਸਾਰਾ ਕੁਝ ਲੋਕਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਹੈ ਵੀ ਅਸੀਂ ਜੀ ਪੈਸਾ ਪਹਿਲਾਂ 6 ਲੱਖ ਕਰੋੜ ਰੁਪਈਆ ਤੁਸੀਂ ਇਹਨਾਂ ਉਦਯੋਗਪਤੀਆਂ ਦਾ ਮਾਫ ਕਰਤਾ ਤੇ ਕਿਸਾਨਾਂ ਦਾ 17 ਲੱਖ ਕਰੋੜ ਰੁਪਈਆ ਜਿਹੜਾ ਤੁਸੀਂ ਪਾਰਲੀਮੈਂਟ 'ਚ ਕਹਿਤਾ ਸਾਡੇ ਹੱਥ ਖੜੇ, ਅਸੀਂ 1 ਰੁਪਈਆ ਨਹੀਂ ਮੋੜ ਸਕਦੇ। ਉਧਰੋਂ 6 ਲੱਖ ਕਰੋੜ ਰੁਪਏ ਉਹਨਾਂ ਦਾ ਮਾਫ ਕੀਤਾ, ਦਿੱਤਾ ਕਿੱਥੋਂ? ਜਿਹੜਾ 3.5 ਲੱਖ ਕਰੋੜ ਰੁਪਈਆ ਰਿਜ਼ਰਵ ਬੈਂਕ ਤੋਂ ਪਹਿਲਾਂ ਲਿਆ, ਰਿਜ਼ਰਵ ਬੈਂਕ ਚੋਂ ਕੱਢਿਆ, ਫਿਰ 98,000 ਕਰੋੜ ਰੁਪਏ ਬਚਿਆ ਸੀ ਰਿਜ਼ਰਵ, ਉਹ ਵੀ ਚੱਕ ਲਿਆ, ਤੇ ਹੁਣ 6 ਲੱਖ ਕਰੋੜ ਰੁਪਏ ਲੈਣ ਦੇ ਨਾਂ ਦੇ ਉੱਤੇ ਲੋਕਾਂ ਨੂੰ ਹੋਰ ਤੁਸੀਂ ਜਿਹੜੀ ਦੇਸ਼ ਦਾ ਇੰਚ ਮੈਂ ਦੇਸ਼ ਨਹੀਂ ਵਿਕਨੇ ਦੂੰਗਾ ਕਹਿਣ ਵਾਲੇ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਦੇਸ਼ ਦਾ ਇੰਚ ਸੇਲ ਤੇ ਲਾ ਦਿੱਤਾ ਗਿਆ। ਬਿਲਕੁਲ। ਚਲੋ ਸਮਾਂ ਵੀ ਆਪਣਾ ਹੋ ਗਿਆ ਵੈਸੇ ਦਸਾਂ ਸਾਹਿਬ, ਪਰ ਆਪਣੇ ਦਰਸ਼ਕਾਂ ਨੂੰ ਜ਼ਰੂਰ ਜਾਂਦੇ ਦੱਸ ਦਈਏ ਕਿ 26,000 ਕਿਲੋਮੀਟਰ ਸੜਕਾਂ ਦਾ ਜਿਹੜਾ ਰੱਖ ਰਖਾਓ ਆ ਉਹ ਪ੍ਰਾਈਵੇਟ ਜਿਹੜੇ ਹੈਗੇ ਆ ਉਹਨਾਂ ਨੂੰ ਦੇ ਦਿੱਤਾ ਜਾਏਗਾ, ਜਿਸ ਚੋਂ ਉਹ ਕਹਿ ਰਿਹਾ ਕਿ 1,60,000 ਕਰੋੜ ਰੁਪਇਆ ਸਰਕਾਰ ਨੂੰ ਰੈਵਨਿਊ ਆਏਗਾ। ਪਰ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆ ਉਹ ਪਹਿਲਾਂ ਹੀ 3 ਲੱਖ ਕਰੋੜ ਦੀ ਜਿਹੜੀ ਆ ਉਹ ਘਾਟੇ ਚੱਲ ਰਹੀ ਆ, ਕਰਜ਼ਾਈ ਆ, ਤੇ 1,60,000 ਕਰੋੜ ਜਿਹੜਾ ਆਉਣਾ ਉਹ ਕਹਿੰਦੇ ਜੀ ਨਹੀਂ ਇੰਫਰਾਸਟ੍ਰਕਚਰ ਵਧਾਉਣ ਦੇ ਉੱਤੇ ਲਾਉਣਾ, ਯਾਨੀ ਕਿ ਹੁਣ ਭਾਰਤ ਵਿੱਚ 26,000 ਕਿਲੋਮੀਟਰ ਹੋਰ ਸੜਕਾਂ ਜਿਹੜੀਆਂ ਉਹ ਟੋਲ ਟੈਕਸ ਲਈ ਤਿਆਰ ਖੜੀਆਂ ਨੇ। ਫਿਰ ਇਸ ਤੋਂ ਇਲਾਵਾ ਇਹ ਕਹਿ ਰਿਹਾ ਕਿ 50,000 ਕਰੋੜ ਰੁਪਈਆ ਸੀ ਜਿਹੜੀ ਗੈਸ ਦੀਆਂ ਪੈਟਰੋਲ ਦੀਆਂ ਪਾਈਪਲਾਈਨ ਨੇ ਉਹ ਹੈਂਡਓਵਰ ਕਰਕੇ ਉੱਚੋਂ ਕਮਾਉਣਾ ਆ। ਜਿਹੜੇ ਗੈਸਟ ਹਾਊਸ ਨੇ 28,900 ਕਰੋੜ ਰੁਪਈਆ ਉਹ ਜਿਹੜੇ ਗੈਸਟ ਹਾਊਸ ਨੇ ਉਹਨਾਂ ਤੋਂ ਕਮਾਉਣਾ ਆ। 21,000 ਕਰੋੜ ਰੁਪਈਆ ਜਿਹੜੇ 에ਅਰਪੋਰਟ ਨੇ 25 ਉਹ ਦੇ ਰਹੇ ਨੇ ਉਹਨਾਂ ਤੋਂ ਕਮਾਉਣਾ ਆ। ਹੋਰ ਵੀ ਬਹੁਤ ਕੁਝ ਆ। 1,52,000 ਕਰੋੜ ਰੁਪਈਆ ਰੇਲਵੇ ਤੋਂ ਜਿਹੜੇ ਉਹਦੇ 400 ਸਟੇਸ਼ਨ ਜਿਹੜੇ ਇਹਨਾਂ ਦੇ ਹਵਾਲੇ ਕਰਨੇ ਆ
90 ਦੇ ਕਰੀਬ ਜਿਹੜੀਆਂ ਯਾਤਰੀ ਗੱਡੀਆਂ ਉਹ ਵੀ ਉਹਨਾਂ ਨੂੰ ਹੈਂਡਓਵਰ ਕਰ ਦੇਣੀਆਂ ਨੇ। 15 ਰੇਲਵੇ ਸਟੇਡੀਅਮ ਜਿਹੜੇ ਉਹ ਵੇਚਣੇ ਲਾਤੇ ਨੇ। 4 ਵੱਡੇ ਰੇਲਵੇ ਦੇ ਨੈਟਵਰਕ ਜਿਹੜੇ ਆ ਉਹ ਦੇਤੇ, ਉਹਨਾਂ ਸਾਰਿਆਂ ਦੀਆਂ ਫਿਗਰਾਂ ਆਪਣੇ ਕੋਲ ਨੇ। ਪਰ ਇਹ ਸਾਰਾ ਕੁਝ ਜੋ ਕੁਝ ਇਹ ਕਰ ਰਿਹਾ ਸਰਕਾਰ, ਇੱਕ ਇਹਨਾਂ ਦੀ ਟਰਮ ਤੇ ਹੈਗੀ ਆ 24 ਤੱਕ, ਤੇ 4 ਸਾਲ ਲਈ ਹੁਣੇ ਹੀ ਕਰ ਰਿਹਾ 21 ਤੋਂ ਬਾਅਦ। ਪਲੱਸ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਦੇਸ਼ ਨੂੰ ਚਲਾਉਣ ਲਈ, ਇਹ ਤੇ ਦੇਸ਼ ਵੇਚਣ ਨੂੰ ਤੁਰ ਪਏ। ਕੀ ਇਹ ਅਥਾਰਟੀ ਇਹਨਾਂ ਨੂੰ ਲੋਕਾਂ ਨੇ, ਵੋਟਰ ਨੇ ਦਿੱਤੀ ਆ? ਲੋਕਾਂ ਕੋਲੋਂ ਕੋਈ ਰੈਫਰੈਂਡਮ ਕਰਾਇਆ ਕਿ ਅਸੀਂ ਮੁਲਕ ਨੂੰ ਵੇਚ ਦਈਏ ਤੇ ਤੁਹਾਨੂੰ ਕੋਈ ਯੂਜ਼ਰ ਨਹੀਂ? ਲੋਕ ਤਾਂ ਰਿਐਕਟ ਕਰਨਗੇ ਜੀ ਇਸ ਮਸਲੇ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ। 2024 ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਨੇ ਜਿਹੜੀਆਂ ਬੜੀ ਦੂਰ ਤੱਕ ਦੀਆਂ ਸੋਚੀਆਂ ਹੋਈਆਂ ਸੀ, ਜਿੱਦਾਂ ਕਿਸੇ ਵੇਲੇ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਹੋਣੀ ਕਹਿੰਦੇ ਹੁੰਦੇ ਸੀ 25 ਸਾਲ ਤੱਕ ਕਿਤੇ ਨਹੀਂ ਜਾਂਦੇ, ਇਹ ਸੋਚਾਂ ਸਾਰੀਆਂ ਜਿਹੜੀਆਂ ਖਿੰਡ ਜਾਣੀਆਂ। ਪਰ ਫਿਰ ਵੀ ਜਿਹੜਾ ਇਹਨਾਂ ਦੇ ਜਾਣ ਤੋਂ ਬਾਅਦ ਆਏਗਾ, ਅਲਟੀਮੇਟਲੀ ਆਰਥਿਕ ਨੀਤੀਆਂ ਦੇ ਪੱਧਰ ਦੇ ਉੱਤੇ ਲਗਭਗ ਉਹੀ ਕਰੈਕਟਰ ਹੈ ਸਾਰਿਆਂ ਦਾ। ਸੋ ਦੇਸ਼ ਬਹੁਤ ਵੱਡੇ ਸੰਕਟ 'ਚ ਫਸ ਰਿਹਾ। ਦੇਸ਼ ਦਾ ਮਤਲਬ ਭਾਰਤ ਨਹੀਂ ਹੁੰਦਾ ਜਾਂ ਹਿੰਦੁਸਤਾਨ ਜਾਂ ਇੰਡੀਆ ਨਹੀਂ ਹੈ, ਦੇਸ਼ ਦਾ ਮਤਲਬ ਲੋਕ ਹੈ, ਕਿਉਂਕਿ ਲੋਕ ਹੀ ਮੁਲਕ ਬਣਾਇਆ ਕਰਦੇ ਆ। ਸੋ ਭਾਰਤ ਦੀ ਜਿਹੜੀ ਮਤਲਬ 95% ਜਿਹੜੀ ਆਬਾਦੀ ਦਾ ਹਿੱਸਾ ਜਿਹੜਾ ਹੈਗਾ ਉਹ ਇਸ ਵੇਲੇ ਬਹੁਤ ਸੰਕਟ 'ਚੋਂ ਗੁਜ਼ਰ ਰਿਹਾ, ਤੇ ਭਵਿੱਖ ਜਿਹੜਾ ਹੋਰ ਵੀ ਜ਼ਿਆਦਾ ਸੰਕਟ ਵਾਲਾ ਆਉਣ ਵਾਲਾ ਹੈ। ਤੇ ਇਸੇ ਕਰਕੇ ਅਸੀਂ ਇਹ ਵੀ ਸਮਝਦੇ ਹਾਂ ਵੀ ਜਿਹੜਾ ਕਿਸਾਨ ਅੰਦੋਲਨ ਨੇ ਇੱਕ ਜਾਗ ਲਾਈ ਹੈ, ਜਿਹੜਾ ਜਾਗਰਣ, ਲੋਕ ਜਾਗਰਣ ਜਿਹੜਾ ਆ, ਉਹ ਸ਼ਾਇਦ ਇੱਕ ਉਮੀਦ ਵੀ ਸਾਨੂੰ ਦਿੰਦਾ ਹੈ ਵੀ ਭਵਿੱਖ ਦੇ ਵਿੱਚ ਇਸ ਅੰਦੋਲਨ ਨੇ ਇੱਕ ਪੁਲ ਬਣਾਇਆ ਜਨ ਅੰਦੋਲਨ ਲਈ। ਹੋਰ ਜ਼ਿਆਦਾ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਲੜੇ ਜਾਣੇ ਆ ਉਹਨਾਂ ਵਾਸਤੇ ਇੱਕ ਜ਼ਮੀਨ ਮੁਹੱਈਆ ਹੋਈ ਹੈ। ਇਹਦੇ ਨਾਲ ਇੱਕ ਉਮੀਦ ਵੀ ਬੱਝੀ। ਬਿਲਕੁਲ। ਦਸਾਂਝ ਸਾਹਿਬ, ਇਹਦਾ ਕੋਈ ਯੂਜ਼ਰ ਨਹੀਂ ਹੋ ਸਕਦਾ ਕਿ ਕਿਸੇ ਤਰੀਕੇ ਨਾਲ ਲੀਗਲੀ ਸਰਕਾਰ ਨੂੰ ਇਸ ਕੰਮ ਤੋਂ ਰੋਕਿਆ ਜਾ ਸਕੇ ਵੀ ਤੁਹਾਨੂੰ ਵੋਟਾਂ ਪਾ ਕੇ ਦੇਸ਼ ਚਲਾਉਣ ਲਈ ਇੱਥੇ ਭੇਜਿਆ ਗਿਆ ਹੈ, ਤੁਸੀਂ ਸੇਵਾਦਾਰ ਹੋ, ਤੁਸੀਂ ਦੇਸ਼ ਨੂੰ ਵੇਚ ਨਹੀਂ ਸਕਦੇ? ਕੋਈ ਇਸ ਤਰ੍ਹਾਂ ਦਾ ਯੂਜ਼ਰ ਟੈਕਨੀਕਲ ਤੌਰ ਤੇ ਜਾਂ ਕੋਈ ਸੁਪਰੀਮ ਕੋਰਟ ਦਾ ਆਸਰਾ ਲੈ ਕੇ ਕੋਈ ਵੀ ਇਹ ਚੀਜ਼ਾਂ ਜਿਹੜੀਆਂ ਇਹਨੂੰ ਰੋਕਿਆ ਜਾਵੇ ਫੌਰੀ ਤੌਰ ਤੇ? ਕਿ ਇਹਦਾ ਇੱਕੋ ਇੱਕ ਰਾਹ ਲੋਕਾਂ ਦਾ ਅੰਦੋਲਨ ਹੀ ਰਹਿ ਗਿਆ ਕਿ ਲੋਕ ਸੜਕਾਂ ਤੇ ਆਉਣ ਤੇ ਪਾਣੀ ਦੀਆਂ ਵਿਛਾੜਾਂ ਖਾਣ, ਡਾਂਗਾ ਖਾਣ ਇਹਨਾਂ ਕੋਲ? ਦੇਖੋ, ਉਹ ਤਾਂ ਕਈ ਵਾਰੀ ਸੁਪਰੀਮ ਕੋਰਟ 'ਚ ਜੱਜਿਸ ਦੇ ਕੁਝ ਚੰਗੇ ਪੈਨਲ ਆ ਜਾਂਦੇ ਆ, ਕੁਝ ਲੋਕ ਚੰਗੇ ਆ ਜਾਂਦੇ ਆ, ਆਪ ਮੁਹਾਰਾ ਨੋਟਿਸ ਵੀ ਲਿਆ ਜਾਂਦਾ ਹੈ। ਕੁਝ ਪਟੀਸ਼ਨਰ ਵੀ ਹੁੰਦੇ ਨੇ ਜਿਹੜੇ ਇਸ ਲੈਵਲ ਤੱਕ ਸੋਚਦੇ ਨੇ, ਕਾਨੂੰਨੀ ਨੁਕਤਾ ਨਜ਼ਰ ਤੋਂ ਦੇਖਣ ਵਾਲੀਆਂ ਇਹ ਗੱਲਾਂ ਨੇ। ਯਤਨ ਤਾਂ ਹੋਣੇ ਚਾਹੀਦੇ ਆ, ਯਤਨ ਚੱਲ ਵੀ ਰਹੇ ਨੇ ਵੱਖ-ਵੱਖ ਲੈਵਲ ਦੇ ਉੱਤੇ, ਤੇ ਦੇਖਦੇ ਆ ਭਵਿੱਖ 'ਚ ਕੀ ਹੁੰਦਾ। ਪਰ ਜਿਹੜੀ ਬੰਦ ਖਲਾਸੀ ਓਵਰਆਲ ਹੈ ਉਹ ਵੈਸੇ ਜਨਤਕ ਅੰਦੋਲਨਾਂ ਦੇ ਨਾਲ ਹੀ। ਜੀ, ਜਨਤਕ ਅੰਦੋਲਨ ਜਿਹੜੇ ਆ ਉਹ ਆਪਣੀ ਥਾਂ ਬਹੁਤ ਅਹਿਮ ਨੇ, ਪਰ ਜਿਹੜੀਆਂ ਚੁਣੀ ਹੋਈ ਸਰਕਾਰ ਹੈ ਜਦੋਂ ਡਿਕਟੇਟਰ ਦਾ ਰੂਪ ਧਾਰਨ ਕਰ ਲੈਂਦੀ ਆ ਤੇ ਆਪਣੀ ਮਨਮਾਨੀ ਦੇ ਫੈਸਲੇ ਆਪਣੇ ਲੋਕਾਂ ਦੇ ਉੱਤੇ ਥੋਪਣ ਲੱਗ ਪੈਂਦੀ ਆ, ਤੇ ਫਿਰ ਉਹਦਾ ਜਿਹੜਾ ਵਾ ਉਹਦਾ ਸਿਆਸੀ ਭਵਿੱਖ ਤੇ ਜੋ ਮਰਜ਼ੀ ਹੋਵੇ, ਪਰ ਜਿਹੜਾ ਲੋਕਾਂ ਦਾ ਭਵਿੱਖ ਆ ਉਹ ਬੜੇ ਵੱਡੇ ਖਤਰੇ 'ਚ ਆ। ਇਹ ਸਰਕਾਰ 24 ਤੱਕ ਦਾ ਇਹਨੂੰ ਜਿਹੜਾ ਮੈਂਡੇਟ ਹਾਸਲ ਹੈ, ਪਰ 24 ਤੱਕ ਜੇ ਸਾਰਾ ਕੁਝ ਹੀ ਵੇਚ ਗਏ ਤੇ ਫਿਰ ਭਾਰਤ ਦੇ ਨਾਗਰਿਕ ਜਿਹੜੇ ਆ ਉਹ ਬਾਅਦ ਚ ਕਿੰਨੇ ਸਾਲ ਹੋਰ ਜਿਹੜੇ ਉਹ ਜਦੋਜਹਿਦ ਕਰਦੇ ਰਹਿਣਗੇ ਕਿ ਇਹ ਚੀਜ਼ਾਂ ਸਰਕਾਰੀ ਜੋ ਕੁਝ ਸੀਗਾ ਪਬਲਿਕ ਦਾ ਸੀਗਾ ਤੇ ਇਹਨੂੰ ਤੁਸੀਂ ਪ੍ਰਾਈਵੇਟ ਹੱਥਾਂ 'ਚ ਵੇਚ ਗਏ ਹੋ, ਇਹ ਤੁਹਾਨੂੰ ਕੋਈ ਅਧਿਕਾਰ ਨਹੀਂ ਸੀਗਾ। ਇਹਦੇ ਲਈ ਲੜਾਈ ਹੁਣ ਤੋਂ ਹੀ ਵਿੱਢ ਦੇਣੀ ਚਾਹੀਦੀ ਆ, ਇਹਦੇ ਲਈ ਚੇਤਨ ਹੋਣ ਦੀ ਲੋੜ ਹੈ। ਤੇ ਜਿਵੇਂ ਦਸਾਂਝ ਸਾਹਿਬ ਕਹਿ ਰਹੇ ਨੇ ਕਿ ਜਨ ਅੰਦੋਲਨ ਇੱਕੋ ਇੱਕ ਰਾਹ ਹੈ ਕਿ ਇਹ ਸਰਕਾਰ ਦੇ ਜਿਹੜੇ ਲੋਕ ਵਿਰੋਧੀ ਫੈਸਲੇ ਆ ਉਹਨਾਂ ਨੂੰ ਨਕੇਲ ਪਾਈ ਜਾ ਸਕੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਸਾਂਝ ਸਾਹਿਬ, ਸ਼ੁਕਰੀਆ, ਤੇ ਕੱਲ ਦੇ ਪ੍ਰੋਗਰਾਮ 'ਚ ਦੁਬਾਰਾ ਮਿਲਦੇ ਹਾਂ ਜੀ। ਮਿਹਰਬਾਨੀ, ਸ਼ੁਕਰੀਆ।